ਕਹਿੰਦੇ ਨੇ ਕਿ ਜਿਹੜਾ ਥੀਏਟਰ ਦਾ ਜਿਹੜਾ ਚਸਕਾ ਹੈ ਨਾ, ਜੇ ਉਹ ਇੱਕ ਵਾਰੀ ਪੈ ਜੇ ਉਹ ਨਹੀਂ ਜਾਂਦਾ, ਉਹ ਅੰਦਰੋਂ ਤੁਸੀਂ ਕੱਢ ਹੀ ਨਹੀਂ ਸਕਦੇ। ਇੱਕ ਆਰਟਿਸਟ ਦੁਆਰਾ ਮਰ ਹੀ ਨਹੀਂ ਸਕਦਾ। ਮੈਂ ਕਹਿੰਦਾ ਜੇ ਆਰਟਿਸਟ ਤੁਸੀਂ ਬਣ ਗਏ ਨਾ, ਫਿਰ ਤੁਸੀਂ ਆਰਟਿਸਟ ਹੀ ਹੋ। ਬਿਲਕੁਲ। ਤੁਸੀਂ ਉਸ ਤੋਂ ਬਾਅਦ ਨਾ ਤੁਸੀਂ ਬਿਜ਼ਨਸਮੈਨ ਬਣ ਸਕਦੇ ਹੋ, ਨਾ ਤੁਸੀਂ ਕੁਝ ਹੋਰ ਕਰ ਸਕਦੇ ਹੋ ਮਤਲਬ ਜ਼ਿੰਦਗੀ, ਤੁਸੀਂ ਸਿਰਫ ਆਰਟਿਸਟ ਹੋ। ਹੁਣ ਤੁਸੀਂ ਨਾ ਗੱਲ ਕਰ ਰਹੇ ਸੀਗੇ ਕਿ ਦਰਦ ਦੀ, ਕਿ ਹੈ ਨਾ, ਕਿ ਇਸ ਤਰ੍ਹਾਂ ਇੱਕ ਵਾਰੀ ਸ਼ਾਹਰੁਖ ਖਾਨ ਕੋਈ ਸ਼ੂਟਿੰਗ ਕਰ ਰਿਹਾ ਸੀ ਤੇ ਸਰੋਜ ਖਾਨ ਜੀ ਨਾਲ ਬੈਠੇ ਹੋਏ ਸੀ ਤੇ ਉਹਨੇ ਕਿਹਾ ਕਿ ਸਰੋਜ ਜੀ ਅੱਜ ਕੱਲ੍ਹ ਨਾ ਮੈਂ ਬੜਾ ਥੱਕ ਜਾਤਾ ਹੂੰ। ਤੇ ਸਰੋਜ ਜੀ ਨੇ ਨਾ ਥੋੜੇ ਪਿਆਰ ਨਾਲ ਉਹਨੂੰ ਥੱਪੜ ਮਾਰਿਆ ਕਿ शाहरुख जिंदगी में कभी मत बोलना कि मैं थक गया हूँ, चाहे बुखार हो, मरने वाले हो जाओ, लेकिन ये दुआ करना कि काम हो। करा जिनके पास काम नहीं होता वही ना, ये बहुत बड़ी नेमत है। कहते तेरे पास काम है तो कभी मत बोलियो कि मैं थक गया। जैसे वो कलाकारी कर सकता है कि मैं मरने वाला, लेकिन मैंने स्टेज पे पा दो एक बारी मैं खड़ा हो जाऊंगा। They just have to think that way। कि ਇਹ ਜਿਹੜੀ ਇੰਡਸਟਰੀ ਹੈ ਜਿੱਥੋਂ ਇੰਨਾ GDP ਆਂਦਾ ਹੈ, ਉੱਥੇ ਸਕੋਪ ਬਹੁਤ ਹੈ। ਐਂਡ ਜ਼ਰੂਰੀ ਨਹੀਂ ਹੈ ਕਿ ਅਸੀਂ ਕਾਰਪੋਰੇਟਸ ਔਰ IT ਵਾਲੀ ਜਾਣਾ ਹੈ। ਆਰਟਸ ਇੰਡਸਟਰੀ ਤੋਂ ਵੀ ਅਸੀਂ ਆਪਣੇ ਕਰੀਅਰ ਬਣਾ ਸਕਦੇ ਹਾਂ। even if I'm coming from IT industry or design industry or management industry or finance industry। ਇਹ ਤਾਂ ਹੈ। ਇੱਕ ਤਾਂ ਮੁੰਡਿਆਂ ਦੀ ਐਜੂਕੇਸ਼ਨ ਉਹਨਾਂ ਦੀ ਮਦਰਸ ਨੇ ਔਰ ਘਰਾਂ ਨੇ ਕਰਨੀ ਹੈ। ਔਰ ਉਹਨਾਂ ਨੂੰ ਮੈਂ ਕਹਾਂਗੀ ਮੁੰਡਿਆਂ ਨੂੰ ਕਿ ਆਪਣੇ ਆਪ ਨੂੰ ਛੋਟਾ ਨਾ ਮਹਿਸੂਸ ਕਰੋ, ਆਪਣੇ ਸਾਥੀ ਚੁਣੋ। ਤੁਸੀਂ ਸਾਥੀ ਉਹਨਾਂ ਨਾਲ ਹੱਥ ਮਿਲਾ ਕੇ ਅੱਗੇ ਜਾਓਗੇ, ਦੇਖੋ ਲਾਈਫ ਕਿੰਨੀ ਸੋਹਣੀ ਔਰ ਕਿੰਨੀ ਅੱਗੇ ਜਾਏਗੀ ਜੇ ਤੁਸੀਂ ਆਪਣੀ ਵਾਈਫ ਨੂੰ, ਆਪਣੇ ਪਾਰਟਨਰ ਨੂੰ ਸਾਥੀ ਬਣਾਓਗੇ। ਔਰ ਕੁੜੀਆਂ ਨੂੰ ਮੈਂ ਇਹ ਕਹਾਂਗੀ ਕਿ ਕਦੀ ਵੀ ਆਪਣੀ ਲੜਾਈ ਰੋਕਣਾ ਨਾ, ਕਦੀ ਕਿਸੇ ਦੀ ਬੇਇੱਜ਼ਤੀ ਨਾ ਕਰਨਾ, ਉੱਚੀ ਆਵਾਜ਼ 'ਚ ਗੱਲ ਨਾ ਕਰੋ। ਇਹਨੂੰ ਮੈਂ ਕਹਿੰਦੀ ਹਾਂ ਪੋਲਾਈਟ ਐਂਡ ਫਰਮ, ਕਿ ਮੈਂ ਸਾਰਾ ਕੁਝ ਕਰਾਂਗੀ ਪਰ ਮੈਂ ਆਪਣਾ ਕੰਮ ਨਹੀਂ ਛੱਡਾਂਗੀ। ਨਹੀਂ ਤਾਂ ਬਹੁਤ ਲੋਕ ਆਏ ਜ਼ਿੰਦਗੀ 'ਚ, ਬਹੁਤ ਲੋਕ ਚਲੇ ਵੀ ਜਾਣੇ ਆ, ਹੈ ਨਾ, ਲੇਕਿਨ ਕੁਝ ਲੋਕ ਹੁੰਦੇ ਜਿਹੜਾ ਬੰਦਾ ਚਾਹੁੰਦਾ ਕਿ ਯਾਰ ਇਹ ਮੇਰੇ ਨਾਲ ਰਹਿਣ ਬਸ। ਉਹਦੇ ਵਾਸਤੇ ਫਿਰ ਮਿਹਨਤ ਕਰਨੀ ਪੈਂਦੀ ਹੈ ਕਿ ਤੁਸੀਂ ਬਾਰ-ਬਾਰ ਆਓ, ਵਾਪਸ ਮੁੜ ਕੇ ਆਓ ਔਰ ਉਹਨਾਂ ਨਾਲ ਰਿਸ਼ਤਾ ਨਾ ਜੋੜੋ ਜਿਹੜੇ ਤੁਹਾਡੇ, ਨਾ ਤੋੜੋ ਜਿਨ੍ਹਾਂ ਨਾਲ ਤੁਹਾਡੀ ਜ਼ਿੰਦਗੀ ਅੱਗੇ ਵਧਦੀ ਹੈ, ਔਰ ਜਿਨ੍ਹਾਂ ਨੂੰ ਤੋਂ ਤੁਸੀਂ ਸਿੱਖਿਆ, ਹੁਣੇ ਤੱਕ ਸਿੱਖ ਰਹੇ ਹੋ। ਤੋ ਉਹ ਰਿਸ਼ਤਾ ਜੁੜੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤੁਹਾਡੀ ਲਾਈਫ ਨੂੰ ਇੱਕ ਖੂਬਸੂਰਤ ਸਫ਼ਰ 'ਤੇ ਲਿਜਾਣ ਵਾਸਤੇ। ਕਿਉਂਕਿ ਮੈਂ ਬੰਬੇ ਗਈ ਨਹੀਂ ਤਾਂ ਕਮਰਸ਼ੀਅਲ ਸਿਨੇਮਾ ਦਾ ਸਿਲਸਿਲਾ ਸ਼ੁਰੂ ਹੋਇਆ ਨਹੀਂ। ਔਰ ਥੀਏਟਰ ਵਿੱਚ ਇੰਨੀ ਕੰਟਰੀਬਿਊਸ਼ਨ ਔਰ ਇੰਨਾ ਕਮਿਊਨਿਟੀ ਬਿਲਡਿੰਗ ਐਂਡ ਗਿਵਿੰਗ ਇਟ ਟੂ ਐਡਲਟਸ ਐਂਡ ਉਹ ਪੂਰਾ ਉਹਨੇ ਮੈਨੂੰ ਸੋਕ ਕਰ ਲਿਆ। तो थिएटर एज अ लाइफ स्किल, थिएटर फॉर लाइफ मैं करवाना शुरू किया कि थिएटर स्किल्स दे अंडर एक्टिंग, वॉइस एक्सप्रैशन, बॉडी रिदम, म्यूजिक, डांस, ये सारी ट्रेनिंग उन्होंने मिल रही सी। और जिहड़ा दूजा एस्पैक्ट सीगा उस सिलेबस दा वो लाइफ स्किल्स दा सीगा कि डिस्कवर योरसेल्फ। एक रंगमंच है, मतलब कि तुहाडी अपनी एक दुनिया है। ठीक है, तुसी वाइफ भी हो, तुसी ਮਦਰ ਵੀ ਹੋ, ਤੁਸੀਂ ਭੈਣ ਵੀ ਹੋ, ਮੰਮੀ ਵੀ ਹੋ, ਸਭ ਕੁਝ ਹੋ, ਲੇਕਿਨ ਤੁਸੀਂ ਅੰਦਰੋਂ ਤੁਹਾਨੂੰ ਪਤਾ ਹੈ ਕਿ ਮੇਰੀ ਆਪਣੀ ਇੱਕ ਦੁਨੀਆ ਹੈ ਜਿਹਦੇ ਵਿੱਚ ਹੋਰ ਵੀ ਕਈ ਕਰੈਕਟਰਸ ਨੇ। ਪੂਰੀ ਦੁਨੀਆ ਵਿੱਚ ਕਿ ਔਰਤਾਂ ਨੂੰ ਅਹਿਸਾਸ ਹੋਇਆ ਕਿ ਸਾਨੂੰ ਕੁਝ ਜ਼ਿਆਦਾ ਹੀ ਦਬਾਇਆ ਜਾ ਰਿਹਾ ਹੈ। ਇਨਫੈਕਟ ਐਜੂਕੇਸ਼ਨ ਨਹੀਂ ਸੀ, ਵੋਟਿੰਗ ਰਾਈਟਸ ਨਹੀਂ ਸੀਗੇ। ਈਵਨ ਯੂਰਪ ਵਰਗੀਆਂ ਕੰਟਰੀਜ਼ ਵਿੱਚ ਲਾਅ ਵਿੱਚ ਉਹਨਾਂ ਦੀ ਐਂਟਰੀ ਅਲਾਉਡ ਨਹੀਂ ਸੀ। ਔਰ ਇਸ ਤਰ੍ਹਾਂ ਦੇ ਕਿੰਨੇ ਕਾਰੋਬਾਰ ਹੈ ਜਿਹਦੇ 'ਚ ਐਂਟਰੀ ਅਲਾਉਡ ਨਹੀਂ ਸੀ। ਦ ਲਾਇਸੈਂਸ ਜਿਹੜਾ ਸਾਦਤ ਹਸਨ ਮੰਟੋ ਦਾ, ਮੇਰਾ ਔਰ ਨੀਲਮ ਮੈਮ ਦਾ ਲਾਸਟ ਪਲੇ, ਉਹਦੇ 'ਚੋਂ ਕਹਿੰਦੀ ਹੈ ਕਿ ਮੈਨੂੰ ਤਾਂਗਾ ਚਲਾਉਣ ਦਾ ਲਾਇਸੈਂਸ ਚਾਹੀਦਾ। ਉਹ ਕਹਿੰਦੇ ਤੂੰ ਤੇ ਕੁੜੀ ਹੈ, ਤੈਨੂੰ ਨਹੀਂ ਮਿਲ ਸਕਦਾ, ਤੂੰ ਜਾ ਕੇ ਬਾਜ਼ਾਰ ਵਿੱਚ ਪੈ ਜਾ, ਇੰਨੀ ਸੋਹਣੀ ਹੈ, ਬਹੁਤ ਪੈਸਾ ਕਮਾਏਂਗੀ। ਸੋ ਉਹਨੂੰ ਉਹ ਮਨਜ਼ੂਰ ਨਹੀਂ ਸੀ। ਮੈਨੂੰ ਨਹੀਂ ਲੱਗਦਾ ਕਿ ਸੋਸਾਇਟੀ ਕਦੀ ਜਾਂ ਸੋ ਕੋਲਡ ਜੋ ਮੈਨ ਸੋਸਾਇਟੀ ਹੈ ਉਹ ਇਸ ਚੀਜ਼ ਨੂੰ ਹੋਣ ਦੇ, ਬਿਕੋਜ਼ ਉਹਨਾਂ ਨੂੰ ਅੰਦਰੋਂ ਬਹੁਤ ਡਰ ਹੋ ਗਿਆ ਹੁਣ। ਜਿਸ ਤਰ੍ਹਾਂ ਹੁਣ ਕੁੜੀਆਂ ਹਰ ਤਰਫ ਛਾ ਰਹੀਆਂ ਨੇ, ਹਰ ਤਰਫ ਕੰਮ ਕਰ ਰਹੀਆਂ ਨੇ, ਘਰੋਂ ਬਾਹਰ ਜਾ ਰਹੀਆਂ ਨੇ,
ਤੇ ਕਿਤੇ ਨਾ ਕਿਤੇ ਜਦ ਜਿਹੜੇ ਉਹ ਮਰਦ ਜਾਂ ਉਹ ਮੁੰਡੇ ਹਾਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਕੁੜੀਆਂ ਤਾਂ ਸਿਰਫ ਘਰ ਲਈ ਬਣੀਆਂ ਨੇ, ਉਹ ਇਸ ਚੀਜ਼ ਨੂੰ ਨਾ ਬਹੁਤ ਦਬਾਉਣ ਦੀ ਕੋਸ਼ਿਸ਼ ਕਰਨਗੇ। ਬਹੁਤ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਨਿਖਿਲ। ਕੀ ਹਾਲ ਚਾਲ? ਬਿਲਕੁਲ ਠੀਕ। ਵੈਸੇ ਥੀਏਟਰ ਵਾਲਿਆਂ ਨੂੰ ਲਾਲ ਸਲਾਮ ਵੀ ਬੋਲ ਸਕਦੇ ਜਾਂ ਨਹੀਂ? ਠੀਕ ਹੈ, ਰੈਵੋਲੂਸ਼ਨਰੀ ਹੁੰਦੇ ਆ ਨਾ ਵੈਸੇ। हाँ मतलब रेवोल्यूशनरी तो है पर लाल सलाम थोड़ा ज़्यादा ਹੋ ਜਾਏਗਾ, ਸਿਰਫ ਸਤਿ ਸ਼੍ਰੀ ਅਕਾਲ ਹੀ ਠੀਕ। ਤੇ ਮੈਂ ਨਾ ਤੁਹਾਡੇ ਲਈ ਇੱਕ ਮਤਲਬ ਕਿ 2 ਲਾਈਨਾਂ ਨੈਟ ਤੇ ਸਰਚ ਕਰ ਰਿਹਾ ਸੀ ਤੇ ਮੈਨੂੰ ਬੜੀ ਪਿਆਰੀ ਲੱਗੀਆਂ, ਤੇ ਮੈਂ ਕਿਹਾ ਤੁਸੀਂ ਆਓਗੇ ਤਾਂ ਫਿਰ ਮੈਂ ਉਹ ਬੋਲੂੰਗਾ, ਹੈ ਨਾ। मतलब कि ये लाइन्स ने कि एक दर्द था जो मैंने सिगरेट की तरह पी लिया है और कुछ धुएं के टुकड़े हैं जो मैंने नज़मों की तरह बिखेर दिए हैं। जिंदगी का ये सफ़र खाली हाथ भी कट जाता पर कुछ यादें सूटकेस में रखना ज़रूरी होता है। क्या बात। ये अमृता प्रीतम। इमोशनल करता। ਥੈਂਕ ਇਮੋਸ਼ਨਲ ਮੇਰਾ ਕਰਨਾ ਦਾ ਮਕਸਦ ਨਹੀਂ ਸੀ, ਲੇਕਿਨ ਇਹ ਮੈਂ ਇਸ ਕਰਕੇ ਪੁੱਛ ਰਿਹਾ ਸੀ ਕਿ ਇੱਕ ਕੁੜੀ ਪੰਜਾਬ 'ਚ ਪੈਦਾ ਹੁੰਦੀ ਹੈ, ਚੰਡੀਗੜ੍ਹ 'ਚ, ਤੇ ਵਿਆਹ ਕਰਨ ਤੋਂ ਬਾਅਦ ਕਲਕੱਤੇ ਚਲੀ ਜਾਂਦੀ ਹੈ ਨਾ। ਕੁਛ ਤਾਂ ਯਾਦਾਂ ਰਹੀਆਂ ਹੋਣਗੀਆਂ ਇੱਥੇ ਦੀਆਂ, ਸੂਟਕੇਸ ਜਦ ਜਾ ਰਹੇ ਹੋਵੋਗੇ ਤੁਸੀਂ, ਹੈ ਨਾ। ਤੇ ਕੀ ਸੀਗਾ ਉਸ ਵੇਲਾ, ਕੀ ਸੀਗਾ ਦਿਮਾਗ 'ਚ? ਜਦੋਂ ਮੇਰਾ ਵਿਆਹ ਹੋਇਆ ਉਦੋਂ ਸਾਡੀ ਕੰਪਨੀ ਪੀਕ 'ਤੇ ਸੀਗੀ। ਨੀਲਮ ਮਾਨ ਸਿੰਘ ਜੀ ਨਾਲ ਮੈਂ 15 ਸਾਲ ਦੀ ਉਮਰ ਵਿੱਚ 19 ਇਹ ਮੈਂ ਪੁੱਛੂੰਗਾ, ਲੇਕਿਨ ਸਿਰਫ ਹਜੇ ਮਤਲਬ ਕਿ ਸਿਰਫ ਉਹ ਚੀਜ਼ ਕਿ ਉਸ ਵੇਲੇ ਦਿਮਾਗ 'ਚ ਕੀ ਚੱਲ ਰਿਹਾ ਸੀ ਜਦ ਤੁਸੀਂ ਫਲਾਈਟ 'ਚ ਬੈਠੇ ਸੀਗੇ? ਹਾਂ ਮੈਂ ਉਹੀ ਕਹਿ ਸੀ, ਨਹੀਂ ਉਸ ਵੇਲੇ ਟ੍ਰੇਨ ਸੀਗੀ। ਅੱਛਾ। ਤੇ ਮੈਨੂੰ ਪਾਤਰ ਜੀ ਦੀ ਲਾਈਨਾਂ ਯਾਦ ਆ ਰਹੀਆਂ ਸਾਡੇ ਪਲੇ ਸੀਬੋ ਇਨ ਸੁਪਰ ਮਾਰਕੀਟ 'ਚੋਂ। ਗੱਡੀ ਚੜ੍ਹਨ ਦੀ ਕਾਹਲ ਬੜੀ ਸੀ, ਕੀ ਕੁਝ ਰਹਿ ਗਿਆ ਥੱਲੇ, ਪਲਾਂ ਪਲਾਂ ਵਿੱਚ ਛੱਡ ਆਇਆ ਕਿੰਨੀਆਂ ਯਾਦਾਂ। ਮੈਨੂੰ ਪੂਰੀ ਲਾਈਨ ਯਾਦ ਨਹੀਂ ਆ ਰਹੀ, ਤੇ ਮੈਨੂੰ ਹੁਣੇ ਤੱਕ ਯਾਦ ਹੈ। ਇਹ ਗੱਲ ਸ਼ਾਇਦ ਹੀ ਕਿਸੇ ਨੂੰ ਪਤਾ ਹੋਏ ਜਿਹੜੀ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਸਾਰੀ ਬਰਾਤ ਇੱਥੋਂ ਸਾਡੀ ਰਿਸੈਪਸ਼ਨ ਵਾਸਤੇ ਕਲਕੱਤੇ ਚਲੀ ਗਈ ਸੀ, ਜਿਹੜੇ ਮੇਰੇ ਵੀ ਸਾਈਡ ਦੇ ਲੋਕ ਸੀਗੇ। ਤੇ ਮੈਂ ਔਰ ਮੇਰੇ ਹਸਬੈਂਡ ਇੱਥੋਂ ਗੱਡੀ ਪਕੜ ਕੇ ਫਿਰ ਰਾਜਧਾਨੀ ਲੈ ਕੇ ਅਸੀਂ ਜਾਣਾ ਸੀ ਦਿੱਲੀ ਤੋਂ, ਤੇ ਸਾਡੀ ਟਿਕਟਾਂ ਅਲੱਗ ਸੀਗੀਆਂ। ਅਸੀਂ ਅੰਮ੍ਰਿਤਸਰ ਹੋ ਕੇ ਆਏ ਸੀ। ਤੇ ਨੀਲਮ ਜੀ ਜਿਨ੍ਹਾਂ ਨਾਲ ਮੈਂ 15 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਕੰਮ, ਤੇ ਉਹ ਮੇਰੀ ਮਾਂ ਦੀ ਤਰ੍ਹਾਂ ਰਹੇ ਨੇ। ਸੋ ਮੈਮ ਕਹਿੰਦੇ ਮੈਂ ਤੈਨੂੰ ਸਟੇਸ਼ਨ ਛੱਡਣ ਆਵਾਂਗੀ ਵੀ ਇਸ ਵੇਲੇ ਇੱਥੇ ਹੋਰ ਕੋਈ ਨਹੀਂ ਹੈ। ਮੈਂ ਕਿਹਾ ਨਹੀਂ ਤੁਸੀਂ ਨਹੀਂ ਆਉਣਾ, ਅਸੀਂ ਚਲੇ ਜਾਣਾ ਹੈ। ਤੇ ਨਹੀਂ ਮੈਂ ਆਵਾਂਗੀ। ਸੋ ਮੈਂ ਕਾਰਨ ਇਹ ਕਿ ਮੈਂ ਦੱਸ ਰਹੀ ਹਾਂ ਕਿ ਉਸ ਵੇਲੇ ਕੰਮ ਸਾਡਾ ਪੀਕ 'ਤੇ ਸੀਗਾ, ਬਿਕੋਜ਼ ਇੰਨਾ ਅਸੀਂ ਉਸ ਕੰਮ ਵਿੱਚ ਡੁੱਬੇ ਹੋਏ ਸੀ ਕਿ ਸਾਨੂੰ ਹੋਰ ਪੂਰੀ ਦੁਨੀਆ ਦਾ ਕੋਈ ਹੋਸ਼ ਨਹੀਂ ਸੀ ਜਿਸ ਵੇਲੇ ਮੇਰਾ ਵਿਆਹ ਹੋਇਆ। ਸੋ ਗੱਡੀ ਚੜ੍ਹਨ ਲੱਗੀ ਔਰ ਗੱਡੀ ਚਲੀ। ਮੈਮ ਸਟੇਸ਼ਨ 'ਤੇ ਖੜ੍ਹੇ ਹੋਏ ਸੀ, ਮੈਂ ਬਾਏ ਬਾਏ ਕੀਤੀ ਤੇ ਗੱਡੀ ਚੱਲ ਪਈ। ਔਰ ਮੇਰਾ ਇੱਕਦਮ ਦਿਲ ਬਾਹਰ ਆ ਗਿਆ ਕਿਉਂਕਿ ਮੈਮ ਗੱਡੀ ਦੇ ਪਿੱਛੇ ਨੱਚਣ ਲੱਗ ਪਏ। ਸੋ ਉਹ ਦ੍ਰਿਸ਼ ਮੈਨੂੰ ਕਦੀ ਭੁੱਲਦਾ ਨਹੀਂ, ਔਰ ਕਦੀ ਵੀ ਮੇਰੇ ਕਿਸੇ ਨਾਟਕ ਜਾਂ ਫਿਲਮ 'ਚ ਮੈਂ ਉਹਨੂੰ ਜ਼ਰੂਰ ਲਿਆਵਾਂਗੀ ਕਿ ਉਹ ਕੀ ਸੀਗਾ। ਔਰ ਮੈਂ ਕਹੀ ਜਾ ਰਹੀ ਹਾਂ ਮੈਮ ਪਲੀਜ਼ ਰੁਕ ਜਾਓ, ਗਿਰ ਜਾਓਗੇ। ਉਹ ਇੰਨੀ ਤੇਜ਼ ਨੱਚੇ, ਔਰ ਉਹ ਐਕਟਰ ਨਹੀਂ ਹੈ, ਉਹ ਡਾਇਰੈਕਟਰ ਹੈ, ਐਥਲੀਟ ਵੀ ਨਹੀਂ ਹੈ, ਪਰ ਉਹ ਇੱਕ ਜਿਹੜੀ ਖਿੱਚ ਹੁੰਦੀ ਹੈ ਕਿ ਇਹ ਕੀ ਛੁੱਟਦਾ ਜਾ ਰਿਹਾ, ਕੀ ਛੁੱਟਦਾ ਜਾ ਰਿਹਾ ਹੈ। ਔਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਉਂਦੀ ਰਵਾਂਗੀ, ਮੈਂ ਇਹ ਕੰਮ ਛੱਡਾਂਗੀ ਨਹੀਂ, ਔਰ ਮੈਂ ਆਪਣਾ ਵਾਅਦਾ ਨਿਭਾਇਆ। ਅੱਜ ਤੱਕ ਮੇਰੇ ਵਿਆਹ ਨੂੰ ਹੁਣ 30 ਸਾਲ ਹੋ ਗਏ ਹੈ, ਮੈਂ ਅੱਜ ਤੱਕ ਵਾਪਿਸ ਆਉਂਦੀ ਹਾਂ, ਨੀਲਮ ਜੀ ਨਾਲ ਕੰਮ ਕਰਦੀ ਹਾਂ, ਔਰ ਅਸੀਂ ਫਿਰ ਉਹਨੂੰ ਪੂਰੀ ਦੁਨੀਆ 'ਚ ਦਰਸਾਉਂਦੇ ਹਾਂ। ਉਹ ਕਹਿੰਦੇ ਨੇ ਕਿ ਜਿਹੜਾ ਥੀਏਟਰ ਦਾ ਜਿਹੜਾ ਚਸਕਾ ਹੈ ਨਾ, ਜੇ ਉਹ ਇੱਕ ਵਾਰੀ ਪੈ ਜੇ ਉਹ ਨਹੀਂ ਜਾਂਦਾ। ਉਹ ਅੰਦਰੋਂ ਤੁਸੀਂ ਕੱਢ ਹੀ ਨਹੀਂ ਸਕਦੇ। ਇੱਕ ਆਰਟਿਸਟ ਦੁਆਰਾ ਮਰ ਹੀ ਨਹੀਂ ਸਕਦਾ। ਮੈਂ ਕਹਿੰਦਾ ਜੇ ਆਰਟਿਸਟ ਤੁਸੀਂ ਬਣ ਗਏ ਨਾ, ਫਿਰ ਤੁਸੀਂ ਆਰਟਿਸਟ ਹੀ ਹੋ। ਬਿਲਕੁਲ। ਤੁਸੀਂ ਉਸ ਤੋਂ ਬਾਅਦ ਨਾ ਤੁਸੀਂ ਬਿਜ਼ਨਸਮੈਨ ਬਣ ਸਕਦੇ ਹੋ, ਨਾ ਤੁਸੀਂ ਕੁਝ ਹੋਰ ਕਰ ਸਕਦੇ ਹੋ ਮਤਲਬ ਜ਼ਿੰਦਗੀ। ਤੁਸੀਂ ਸਿਰਫ ਆਰਟਿਸਟ ਹੋ। ਤੁਹਾਡੀ ਜ਼ਿੰਦਗੀ ਇੱਕ ਰੰਗਮੰਚ ਹੈ, ਮਤਲਬ ਕਿ ਤੁਹਾਡੀ ਆਪਣੀ ਇੱਕ ਦੁਨੀਆ ਹੈ। ਠੀਕ ਹੈ, ਤੁਸੀਂ ਵਾਈਫ ਵੀ ਹੋ, ਤੁਸੀਂ ਮਦਰ ਵੀ ਹੋ, ਤੁਸੀਂ ਭੈਣ ਵੀ ਹੋ, ਮੰਮੀ ਵੀ ਹੋ, ਸਭ ਕੁਝ ਹੋ,
ਲੇਕਿਨ ਤੁਸੀਂ ਅੰਦਰੋਂ ਤੁਹਾਨੂੰ ਪਤਾ ਹੈ ਕਿ ਮੇਰੀ ਆਪਣੀ ਇੱਕ ਦੁਨੀਆ ਹੈ ਹੂੰ ਜਿਹਦੇ ਵਿੱਚ ਹੋਰ ਵੀ ਕਈ ਕਰੈਕਟਰਸ ਨੇ, ਹਨਾ, ਬਿਲਕੁਲ ਇਹ ਚੀਜ਼। ਤੇ ਹੁਣ ਥੋੜਾ ਜਿਹਾ ਹੋਰ ਪਿੱਛੇ ਚੱਲਦੇ ਹਾਂ, ਹਾਂ ਵਿਆਹ ਤੋਂ ਪਿੱਛਾ ਥੋੜੀ ਜੀ। ਜੀ ਜਦ 15 ਸਾਲ ਦੀ ਮੈਂ ਗੱਲ ਕਰਾਂ, ਇੰਨੀ ਜ਼ਿਆਦਾ ਜਿਸ ਵੇਲੇ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਵੇਲੇ ਇੰਨੀ ਨਹੀਂ ਸੀਗੀ ਸਾਡੇ ਸਮਾਜ ਦੇ ਵਿੱਚ ਕਿ ਆਪਾਂ ਥੀਏਟਰ ਕਰੀਏ, ਬਿਲਕੁਲ ਹਨਾ। ਔਰ ਮੈਂ ਹੈਟਸ ਆਫ ਕਰਦਾ ਨੀਲਮ ਮਾਨ ਸਿੰਘ ਮੈਮ ਨੂੰ ਵੀ, ਬਿਕੋਜ਼ ਉਹ ਪਤਾ ਨਹੀਂ ਕਿੰਨੇ ਚਿਰ ਦੇ ਲੱਗੇ ਹੋਏ ਨੇ, ਹਨਾ, ਕਿ ਉਹਨਾਂ ਦਾ ਗਰੁੱਪ ਵੀ ਆਈ ਥਿੰਕ 1984 ਜਾਂ 85 ਚ ਇਹ ਸ਼ੁਰੂ ਹੋਇਆ। ਯੈਸ, ਇੱਕ ਪਲੇ ਹੋ ਚੁੱਕਾ ਸੀਗਾ ਤੇ ਦੂਜੇ ਪਲੇ ਤੋਂ ਮੈਂ ਉਹਨਾਂ ਦੇ ਨਾਲ ਜੁੜੀ। ਸੋ ਇੱਕ ਕਿਉਂਕਿ ਤਰ੍ਹਾਂ ਦੀ 1986 ਚ ਤੁਸੀਂ ਹਾਂਜੀ ਜੁਆਇਨ ਉਹਨਾਂ ਕੀਤਾ। ਨਾਲ ਜੁਆਇਨ ਕੀਤਾ ਤੇ ਇੱਕ ਤਰ੍ਹਾਂ ਨਾਲ ਉਹਨਾਂ ਦੀ ਐਜ਼ ਅ ਡਾਇਰੈਕਟਰ ਔਰ ਮੇਰੀ ਐਜ਼ ਐਨ ਐਕਟਰ ਜਰਨੀ ਇਕੱਠੀਆਂ ਹੀ ਇਕੱਠੇ ਸ਼ੁਰੂ ਹੋਈ। ਉਹਨਾਂ ਦੀ 1 ਸਾਲ ਪਹਿਲਾਂ, ਤੁਸੀਂ 1 ਸਾਲ ਬਾਅਦ, ਬਸ। ਹਾਂਜੀ ਲੇਕਿਨ ਉਸ ਵੇਲੇ ਦਿਮਾਗ 'ਚ ਕੀ ਚੱਲ ਰਿਹਾ ਸੀ ਕਿ ਮੈਮ ਕਿ ਕਿ ਮੈਂ ਥੀਏਟਰ ਕਿਉਂ ਕਰਨਾ ਹੈ, ਕਿਉਂ ਆਇਆ ਇਹ ਵਿਚਾਰ? ਮੈਂ ਨਾ 6 ਸਾਲ ਦੀ ਉਮਰ ਤੋਂ ਹੀ ਡਾਂਸ ਸਿੱਖਣਾ ਸ਼ੁਰੂ ਕਰਤਾ ਸੀ ਔਰ ਜਦੋਂ ਤੱਕ ਮੈਂ 14-15 ਦੀ ਹੋਈ ਉਦੋਂ ਤੱਕ ਸਕੂਲ ਵਿੱਚ ਜਿਵੇਂ ਪਲੇਜ਼ ਹੁੰਦੇ ਨੇ, ਫਿਰ ਉਦੋਂ 11ਵੀਂ 12ਵੀਂ ਕਾਲਜ ਹੁੰਦੀ ਸੀ ਸੇ ਕਾਲਜ, ਤੇ ਮੇਰੇ ਕਿਸੇ ਟੀਚਰ ਵਗੈਰਾ ਨੇ ਨੀਲਮ ਮੈਮ ਨੂੰ ਦੱਸਤਾ ਸੀ ਪਲੇਜ਼ ਬਾਰੇ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਮੇਰੀ ਸਿਸਟਰ ਨੇ, ਅਸੀਂ 2 ਭੈਣਾਂ ਹੈਗੀਆਂ, ਉਹ ਵੀ ਐਕਟਰ ਹੈ, ਤੇ ਮੇਰੀ ਸਿਸਟਰ ਨੇ ਮੈਨੂੰ ਰੀਸੈਂਟਲੀ ਯਾਦ ਕਰਾਇਆ ਕਿ ਮੇਰੀ 8ਵੀਂ ਕਲਾਸ ਦੀ ਡਾਇਰੀ ਵਿੱਚ ਮੈਂ ਲਿਖਿਆ ਸੀ ਕਿ ਇੱਕ ਦਿਨ ਮੇਰੀ ਆਪਣੀ ਥੀਏਟਰ ਅਕੈਡਮੀ ਹੋਏਗੀ ਔਰ ਮੈਨੂੰ ਭੁੱਲ ਗਿਆ ਸੀ। ਉਦੋਂ ਮੈਂ ਥੀਏਟਰ ਸ਼ੁਰੂ ਵੀ ਨਹੀਂ ਸੀ ਕੀਤਾ, ਮੈਂ ਡਾਂਸ ਕਰਦੀ ਸੀ। ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਸਾਇਲੈਂਟ ਮੋਮੈਂਟਸ ਵਿੱਚ ਤੁਸੀਂ ਕੀ ਸੋਚਦੇ ਹੋ, ਕੀ ਲਿਖਦੇ ਹੋ, ਔਰ ਇਸ ਲਈ ਲਿਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਕੋਈ ਵਿਚਾਰ ਆਇਆ ਲਿਖ ਦਿਓ। ਤੇ ਉਸ ਤੋਂ ਬਾਅਦ ਨਾ ਮੈਂ ਨਾਟਕਾਂ ਦੇ ਆਈਡੀਆਜ਼ ਲਿਖਣੇ ਸ਼ੁਰੂ ਕਰਤੇ। ਫਿਰ ਕਿਉਂਕਿ ਮੈਂ ਡਾਂਸ ਕਰਦੀ ਸੀ, ਮੈਂ ਰਿਦਮਸ, ਮਿਊਜ਼ਿਕ ਹੁੰਦਾ ਨਾ ਜਿਵੇਂ ਬਈ ਬੀਟਸ ਲਿਖਣੀਆਂ ਸ਼ੁਰੂ ਕਰਤੀਆਂ। ਤੇ ਉਹ ਮੇਰੀ ਡਾਇਰੀ ਉਹ ਸੀਗੀ, ਉਹ ਕਦੀ ਮਿਲ ਜਾਂਦੀ ਹੈ, ਉਹ ਫਿਰ ਗੁੰਮ ਹੋ ਜਾਂਦੀ ਹੈ, ਪਰ ਦਿਸ ਇਜ਼ ਵਾਟ ਆਈ ਵਾਜ਼। ਸੋ ਇਹ ਕੋਈ ਕੌਨਸ਼ੀਅਸ ਡਿਸੀਜਨ ਨਹੀਂ ਸੀਗਾ ਕਿ ਬਈ ਮੈਂ ਨਾਟਕ ਕਰਨਾ ਹੈ। ਮੈਨੂੰ ਲੱਗਦਾ ਉਹ ਬੜੀ ਆਰਗੈਨਿਕਲੀ, ਕਿਉਂਕਿ ਮੇਰੇ ਪੇਰੈਂਟਲ ਸਾਈਡ 'ਤੇ ਵੀ ਸਾਰੇ ਪੋਇਟ ਸੀਗੇ, ਪੇਂਟਰਸ ਸੀਗੇ। ਮੇਰੇ ਦਾਦੀ ਜੀ ਪੇਂਟਰ ਸੀ, ਦਾਦਾ ਜੀ ਔਰ ਕਾਫੀ ਸਾਰੇ ਐਂਸੈਸਟਰਸ ਪੋਇਟ ਸੀਗੇ। ਜੇ ਤੁਸੀਂ ਉਹਨਾਂ ਦੇ ਨਾਮ ਲੈ ਕੇ ਵੀ ਦੱਸ ਦਿਓ ਨਾਲ। ਸਰਦਾਰ ਬਲਬੀਰ ਸਿੰਘ ਜੀ ਮੇਰੇ ਦਾਦਾ ਜੀ ਸੀਗੇ, ਔਰ ਸੁਖਿੰਦਰ ਕਾਲਰਾ ਮੇਰੇ ਭੂਆ ਜੀ, ਉਹ ਪ੍ਰੋਫੈਸਰ ਆਫ ਮਿਊਜ਼ਿਕ ਐਂਡ ਪੋਇਟ ਐਂਡ ਪੇਂਟਰ, ਸਾਰਾ ਕੁਝ ਹੀ ਸੀਗੇ। ਤੇ ਦਾਦੀ ਜੀ, ਹਾਂ ਦਾਦੀ ਜੀ ਦਾ ਨਾਮ? ਅੰਮੀ ਜੀ। ਤੇ ਮੰਮਾ ਦਾ ਨਾਮ? ਓਕੇ ਹਾਂ, ਮੰਮਾ ਮਿਸਿਸ ਜਗਜੀਤ ਕੌਰ ਮੇਰੇ ਮੰਮੀ, ਤੇ ਮੰਮੀ ਵੀ ਗਾਉਂਦੇ ਸੀ, ਗਾਉਂਦੇ ਹੈ ਹੁਣੇ ਤੱਕ। ਤੇ ਇਹ ਸਾਰੀਆਂ ਚੀਜ਼ਾਂ ਆਈ ਥਿੰਕ ਉਹ ਬੜਾ ਆਰਟਿਸਟਿਕ ਜਿਹਾ ਮਾਹੌਲ ਸੀ। ਸਾਰੇ ਵੇਲੇ ਲਿਟਰੇਚਰ ਦੀਆਂ ਗੱਲਾਂ ਹੋਣੀਆਂ। ਮੇਰੇ ਐਂਸੈਸਟਰ ਦੇ ਘਰ ਭਾਈ ਵੀਰ ਸਿੰਘ ਵੀ ਆਉਂਦੇ ਸੀਗੇ, ਤੇ ਇਸ ਤਰ੍ਹਾਂ ਦਾ ਸਾਰਾ ਰਹਿਣੀ ਬਹਿਣੀ ਸੀਗੀ। ਤੇ ਉਹ ਆਈ ਥਿੰਕ ਵੀ ਵਰ ਬੋਰਨ ਵਿਦ ਦੈਟ, ਤੇ ਵੀ ਵਰ ਜਸਟ ਫੋਰਚੂਨੇਟ ਕਿ ਬਈ ਛੋਟੀ ਉਮਰ 'ਤੇ ਇੱਕ ਅੱਛੇ ਗੁਰੂ, ਅੱਛੇ ਟੀਚਰ ਨਾਲ ਮੁਲਾਕਾਤ ਹੋਈ। ਉਸ ਰਸਤੇ 'ਤੇ ਚਲੇ ਜਿਸ ਰਸਤੇ ਨੇ ਇੰਨੇ ਡੋਰਸ ਔਰ ਵਿੰਡੋਜ਼, ਇੰਨੇ ਦਰਵਾਜ਼ੇ ਖੋਲ੍ਹਤੇ, ਖਿੜਕੀਆਂ ਦਿਮਾਗ ਦੀਆਂ ਖੋਲ੍ਹਤੀਆਂ ਕਿ ਪਹਿਲਾਂ ਹੀ ਤੁਹਾਨੂੰ ਫੈਮਿਲੀ ਦਾ ਲਿਟਰੇਚਰ ਵਿੱਚ ਉਹਨਾਂ ਨੇ ਪੂਰਾ ਡੀਪ ਤੁਹਾਨੂੰ ਕਰਤਾ ਸੀ, ਪਰ ਡੀਪਲੀ ਇਨਵੋਲਵ ਕਰਤਾ ਸੀ। ਪਰ ਫਿਰ ਤੁਹਾਨੂੰ ਇੱਕ ਡਾਇਰੈਕਸ਼ਨ ਵੀ ਔਰ ਡਾਇਰੈਕਟਰ ਇਸ ਤਰ੍ਹਾਂ ਦਾ ਮਿਲੇ ਜਿਹੜਾ ਤੁਹਾਡਾ ਖਿੜਕੀਆਂ ਦਰਵਾਜ਼ਾ ਖੋਲ੍ਹ ਕੇ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਕ੍ਰੀਏਟਿਵ ਜਰਨੀ 'ਤੇ ਲੈ ਕੇ ਜਾਏ। ਸੌਰੀ ਮੈਂ ਵਿੱਚ ਰੋਕ ਰਿਹਾ, ਇੱਕ ਸਵਾਲ ਨਾ ਥੋੜਾ ਲੀਕ ਤੋਂ ਹਟ ਕੇ ਹੈ। ਜਿੱਦਾਂ ਤੁਹਾਡੀ ਫੈਮਿਲੀ ਸੀਗੀ ਨਾ, ਸਾਰੇ ਲਿਖਣ ਵਾਲੇ, ਹਨਾ, ਪੇਂਟਰਸ, ਗਾਣ ਵਾਲੇ, ਆਰਟਿਸਟ ਲੋਕ, ਹਨਾ, ਮਤਲਬ ਕਿ ਇੰਟੈਲੈਕਚੁਅਲ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਕਿਉਂਕਿ ਬਹੁਤ ਪੜ੍ਹਿਆ ਉਹਨਾਂ ਨੇ ਆਪਣੀ ਜ਼ਿੰਦਗੀ 'ਚ। ਔਰ ਮੈਂ ਆਪਣੇ ਪਰਿਵਾਰਾਂ ਦੀ ਗੱਲ ਕਰਾਂ ਤੇ ਬਹੁਤ ਫਰਕ ਹੁੰਦਾ ਸੋਚ ਦਾ, ਹਨਾ। ਜਿਸ ਵੇਲੇ ਇਹ ਚੀਜ਼ਾਂ ਮੁੰਡਿਆਂ ਨੂੰ ਨਹੀਂ ਕਰਾਈ ਜਾਂਦੀਆਂ ਸੀ, ਹਨਾ, ਕਿ ਸਾਡੇ ਪਰਿਵਾਰ 'ਚ ਮੈਨੂੰ ਯਾਦ ਹੈ ਮੈਂ 2005 ਜਦ ਮੈਂ ਬੋਲਿਆ ਕਿ ਪਾਪਾ ਮੈਂ ਜਾ ਕੇ ਰੇਡੀਓ ਕਰਨਾ, ਮੇਰੇ ਪਾਪਾ ਨੇ ਕਿਹਾ ਕਿ ਰੇਡੀਓ ਕੀ ਹੁੰਦਾ, ਹਨਾ, ਮਤਲਬ ਕਿ ਇਹ ਟਾਈਮ ਪਾਸ ਹੈ, ਮਤਲਬ ਕਿ ਇਹ ਕਰੀਅਰ ਨਹੀਂ ਹੋ ਸਕਦਾ, ਰੇਡੀਓ ਤੇ ਕਰਨਾ, ਹੋਰ ਕੀ ਕਰਨਾ, ਹਾਂ ਹੋਰ ਕੀ ਕਰਨਾ। ਤੇ ਕੁੜੀ ਨੂੰ ਥੀਏਟਰ ਕਰਾਉਣਾ ਇਹ ਉਹੀ ਬੰਦੇ ਕਰ ਸਕਦੇ ਨੇ ਜੋ ਇੱਥੋਂ ਬਹੁਤ ਓਪਨ ਨੇ, ਮਤਲਬ ਕਿ ਜਿਨ੍ਹਾਂ ਦੀ ਸੋਚ ਬਹੁਤ ਅੱਗੇ ਹੈ। ਮਤਲਬ ਕਿ ਉਹ ਨਹੀਂ ਹੈ ਕਿ ਕਿ ਨਹੀਂ ਕੁੜੀ ਨੂੰ ਵਿਆਹ ਕਰ ਦਿਓ, ਬਸ ਭੇਜ ਦਿਓ, ਉਹ ਨਹੀਂ ਹੈ।
ਸੋ ਇਹਦੇ 'ਚ ਮੈਂ ਪੂਰਾ ਸ਼੍ਰੇ ਆਪਣੇ ਪੇਰੈਂਟਸ ਨੂੰ ਦਿੰਦੀ ਹਾਂ। ਮੈਂ ਹੁਣੇ ਵੀ ਕੱਲ੍ਹ ਪਰਸੋਂ ਆਪਣੇ ਜਿਹੜੀ ਮੇਰੀ ਨੈਕਸਟ ਜਨਰੇਸ਼ਨ ਹੈ ਉਹਨਾਂ ਨੂੰ ਇੱਥੇ ਚੰਡੀਗੜ੍ਹ ਮਿਲੀ, ਕਿਉਂਕਿ ਅਸੀਂ ਇਸ ਤਰ੍ਹਾਂ ਪਲੇ ਬੜੇ ਕਿ ਮੈਨੂੰ ਲੱਗਾ ਕਿ ਚੰਡੀਗੜ੍ਹ ਤੇ ਬਹੁਤ ਓਪਨ ਮਾਈਂਡਡ ਸ਼ਹਿਰ ਹੈ, ਇੱਥੇ ਪੜ੍ਹਿਆਂ ਲਿਖਿਆਂ ਦਾ ਸ਼ਹਿਰ ਹੈ, ਨੌਕਰੀ ਪੇਸ਼ਾ ਲੋਕਾਂ ਦਾ ਸ਼ਹਿਰ ਹੈ। ਪਰ ਹੁਣ ਜਦ ਮੈਂ ਅਗਲੀ ਜਨਰੇਸ਼ਨ ਨੂੰ ਦੇਖਦੀ ਹਾਂ, ਜਦੋਂ ਜੇ ਉਹ ਬਿਜ਼ਨਸ ਕਲਾਸ ਨਾਲ ਕਨੈਕਟਡ ਹੈ, ਤਾਂ ਉਹੀ ਮਤਲਬ ਸੋਚ ਆਉਂਦੀ ਹੈ ਕਿ ਇਹ ਕਲਾ ਕੀ ਚੀਜ਼ ਹੈ, ਇਹ ਕੀ ਹੁੰਦਾ, ਇਹਦੇ 'ਚ ਕਰੀਅਰ ਨਹੀਂ ਬਣ ਸਕਦਾ। ਸੋ ਮੇਰੇ ਪੇਰੈਂਟਸ, ਪਾਪਾ ਸਰਦਾਰ ਹਰਚੰਦਨ ਸਿੰਘ, ਉਹ ਰੇਲਵੇਜ਼ ਤੋਂ ਰਿਟਾਇਰ ਹੋਏ ਇੰਜੀਨੀਅਰ, ਐਂਡ ਮੰਮੀ ਜਗਜੀਤ ਕੌਰ ਜੀ, ਉਹ ਸ਼ੀ ਵਾਜ਼ ਦ ਫਰਸਟ ਵੂਮਨ ਇਨ ਈਵਨਿੰਗ ਲਾਅ ਕਾਲਜ ਇਨ ਪੰਜਾਬ ਯੂਨੀਵਰਸਿਟੀ। ਓਕੇ, ਮਤਲਬ ਉਹਨਾਂ ਨੇ LIC 'ਚ ਨੌਕਰੀ ਜੁਆਇਨ ਕਰ ਲਈ ਸੀ ਅਤੇ ਸ਼ਾਮ ਨੂੰ ਲਾਅ ਜੁਆਇਨ ਕੀਤਾ, ਜਿੱਥੇ ਸਾਰੇ ਮੁੰਡੇ ਸੀਗੇ ਅਤੇ ਉਹਨਾਂ ਨੂੰ ਫ੍ਰੀ ਪੀਰੀਅਡ ਸਟਾਫ ਰੂਮ 'ਚੋਂ ਬੈਠਦੇ ਸੀ। ਸੋ ਇਸ ਤਰ੍ਹਾਂ ਦੀਆਂ, ਔਰ ਪਾਪਾ ਤਾਂ ਰੈਵੋਲੂਸ਼ਨਰੀ ਰਹੇ ਨੇ। ਉਹ ਚੱਕਾ ਜਾਮ ਅੰਦੋਲਨ ਜਦੋਂ ਹੋਇਆ ਸੀਗਾ 1974 'ਚ, 40 ਦਿਨ ਲਾਲ ਸਲਾਮ ਕਿਹਾ ਸੀ। ਹਾਂਜੀ, ਉਹ ਥੋੜ੍ਹੀ ਰੈਵੋਲੂਸ਼ਨਰੀ ਫੈਮਿਲੀ ਤੋਂ ਹੈਗੇ ਆ ਅਸੀਂ। ਸੋ ਉਹਨਾਂ ਨੇ, ਉਹਨਾਂ ਦੀਆਂ 2 ਬੇਟੀਆਂ ਉਸ ਵੇਲੇ 80s ਦੀ ਅਸੀਂ ਗੱਲ ਕਰ ਰਹੇ ਹਾਂ, ਔਰ ਦੋਨਾਂ ਨੇ ਥੀਏਟਰ ਜੁਆਇਨ ਕਰ ਲਿਆ ਕਿ ਆਪਣੇ ਨਾਟਕ ਵੀ ਕਰ ਰਹੇ ਹਾਂ, ਫਿਰ ਨੀਲਮ ਜੀ ਵਰਗੇ ਡਾਇਰੈਕਟਰ ਨਾਲ ਵੀ ਕੰਮ ਕਰ ਰਹੇ ਹਾਂ। ਅਤੇ ਇਹਨਾਂ ਨੇ ਆਫਿਸ ਤੋਂ ਸਾਡੀ ਰਿਹਰਸਲ 'ਤੇ ਪਹੁੰਚਣਾ, ਉੱਥੇ ਅਸੀਂ ਉਹਨਾਂ ਨੂੰ ਛੋਟੀ ਜਿਹੀ ਚਾਹ ਦਿੰਦੇ ਸੀਗੇ ਅਤੇ ਉਹ ਉਹਨਾਂ ਨੇ ਪੀਣੀ। ਰਾਤ ਨੂੰ ਅਸੀਂ ਸਾਰਿਆਂ ਨੇ, ਚਾਰੋਂ ਜਣਾਂ ਨੇ 10-11 ਵਜੇ ਘਰ ਪਹੁੰਚਣਾ, ਫਿਰ ਖਾਣਾ ਬਣਦਾ ਸੀ, ਫਿਰ ਅਸੀਂ ਖਾਂਦੇ ਸੀ। ਤੇ ਉਸ ਵੇਲੇ ਪ੍ਰੈਕਟਿਸ ਕਿੱਥੇ ਹੁੰਦੀ ਸੀ? ਪਹਿਲਾਂ ਜਦੋਂ ਅਸੀਂ ਆਪਣੇ ਨਾਟਕ ਕੀਤੇ, ਫਿਰ ਬਾਲ ਭਵਨ ਵੀ, ਸੈਕਟਰ 16 ਦੇ ਸਕੂਲ ਵੀ, ਜਾਂ ਕਿਤੇ ਹੋਰ। ਨੀਲਮ ਮੈਮ ਨਾਲ ਜਦੋਂ ਸ਼ੁਰੂ ਕੀਤਾ ਅਤੇ ਮੈਮ ਦੇ ਘਰ ਵੀ ਹੁੰਦੀ ਸੀ, ਪਹਿਲਾਂ 18 ਸੈਕਟਰ, ਫਿਰ 35 ਸੈਕਟਰ, ਹੁਣ ਉਹਨਾਂ ਦਾ 4 ਸੈਕਟਰ ਘਰ ਹੈ। ਔਰ ਜਿਹੜਾ ਆਪਣਾ ਰੌਕ ਗਾਰਡਨ ਹੈ, ਉੱਥੇ ਅਸੀਂ ਓਪਨ ਏਅਰ ਥੀਏਟਰ ਸ਼ੁਰੂ ਤੋਂ ਪਰਫਾਰਮ ਕਰਦੇ ਸੀ। ਸੋ ਮਤਲਬ ਕਦੀ ਤੇ ਮੈਂ ਨੀਲਮ ਮੈਮ ਦੇ, ਮੇਰੀ ਜ਼ਿੰਦਗੀ ਅੱਧੀ ਆਪਣੇ ਘਰ ਤੇ ਅੱਧੀ ਨੀਲਮ ਮੈਮ ਦੇ ਘਰ ਵੀ। ਹੋਣਾ ਹੀ ਇੱਦਾਂ ਚਾਹੀਦਾ। ਮੈਨੂੰ ਲੱਗਦਾ ਕਿ ਜੇ ਤੁਸੀਂ ਇੱਕ ਵਾਰੀ ਕੁਛ ਪਾਣਾ ਨਾ ਜ਼ਿੰਦਗੀ 'ਚ, ਤੇ ਆਪਣੇ ਆਪ ਨੂੰ ਸਮਰਪਿਤ ਕਰਨਾ ਪਏਗਾ। ਬਿਲਕੁਲ, ਇਹ ਸਭ ਤੋਂ ਵੱਡੀ ਚੀਜ਼ ਨਵੀਂ ਜਨਰੇਸ਼ਨ ਦੇ ਸਿੱਖਣ ਦੀ ਹੈ ਕਿ ਕਿਸੇ ਚੀਜ਼ ਦਾ ਕੋਈ ਸ਼ਾਰਟਕਟ ਨਹੀਂ ਹੈ। ਤੁਹਾਨੂੰ ਪੂਰਾ ਉਸ ਵਿੱਚ ਜਦੋਂ ਤੱਕ ਤੁਸੀਂ ਨਹੀਂ ਡੁੱਬੋਗੇ, ਤਾਂ ਉਦੋਂ ਤੱਕ ਤੁਸੀਂ ਸਾਹਮਣੇ ਵਾਲੇ ਨੂੰ ਵੀ ਰਸ ਪ੍ਰਾਪਤੀ ਨਹੀਂ ਹੋਏਗੀ। ਨਾ ਤੁਸੀਂ ਆਪ ਉਹਦਾ ਮਜ਼ਾ ਲੈ ਸਕੋਗੇ, ਨਾ ਸਾਹਮਣੇ ਵਾਲਾ ਲੈ ਸਕੇਗਾ। ਜਦੋਂ ਤੁਸੀਂ ਪੂਰੇ ਓਤ ਪ੍ਰੋਤ ਹੋ ਜਾਓਗੇ ਵੀ ਉਹ ਇਸ਼ਕ ਹਕੀਕੀ ਦੀ ਗੱਲ ਅੱਜ ਕੱਲ੍ਹ ਕੱਢੀ, ਮੈਨੂੰ ਬੜਾ ਮਜ਼ਾ ਆਉਂਦਾ ਹੈ। ਉਹ ਜਦੋਂ ਆਪਣੇ ਕੰਮ ਨਾਲ ਤੁਹਾਨੂੰ ਇਸ਼ਕ ਹਕੀਕੀ ਵਾਲਾ ਪਿਆਰ ਨਹੀਂ ਹੋਏਗਾ, ਤੇ ਉਦੋਂ ਤੱਕ ਤੁਸੀਂ ਕੁਝ ਨਹੀਂ ਕਰ ਸਕਦੇ। ਉਹ ਹੋਣਾ ਬਹੁਤ ਜ਼ਰੂਰੀ ਹੈ, ਔਰ ਅੱਜ ਕੱਲ੍ਹ ਦੀ ਜਨਰੇਸ਼ਨ 'ਚ ਉਹ ਬਹੁਤ ਕਮੀ ਹੈ। ਉਹ ਹਰ ਚੀਜ਼ ਨੂੰ ਬਸ 2-4 ਦਿਨ ਕਰ ਲਿਆ, ਨਹੀਂ ਮਜ਼ਾ ਨਹੀਂ ਆ ਰਿਹਾ, ਕੁਝ ਹੋਰ ਕਰ ਲੈਤੇ ਹੈ, ਇਹ ਕੁਝ ਹੋਰ ਕਰ, ਉਹ ਨਹੀਂ ਹੁੰਦਾ। ਨਹੀਂ, ਮੈਂ ਕਹਾਂਗੀ ਕਿ ਹਰ ਤਰ੍ਹਾਂ ਦੇ ਬੱਚੇ ਅੱਜ ਕੱਲ੍ਹ ਵੀ ਮਿਲਦੇ ਹੈ। ਕਈ ਤਾਂ ਇੱਕਦਮ ਜਨੂਨ, ਪਾਗਲਪਨ 'ਚ ਪਹੁੰਚ ਜਾਂਦੇ ਆ, ਪਰ ਹਾਂ, ਜਿਹੜਾ ਮੀਡੀਆ ਹੈ, ਟੈਕਨੋਲੋਜੀ ਹੈ, ਉਹਨੇ ਡੈਫੀਨੇਟਲੀ ਬ੍ਰੇਨ ਦੀ ਅਟੈਂਸ਼ਨ ਸਪੈਨ ਤਾਂ ਕਾਫੀ ਘੱਟ ਕਰਤਾ ਹੈਗਾ। ਸੋ ਦੇ ਆਰ ਸਟਰਗਲਿੰਗ, ਦਿਸ ਜਨਰੇਸ਼ਨ ਇਜ਼ ਸਟਰਗਲਿੰਗ ਅ ਲੋਟ। ਯੈਸ। ਤੇ ਜਿਸ ਵੇਲੇ ਤੁਸੀਂ ਚੰਡੀਗੜ੍ਹ 'ਚ ਘੁੰਮ ਰਹੇ ਸੀਗੇ ਨਾ, ਉਸ ਵੇਲੇ ਚੰਡੀਗੜ੍ਹ ਬਹੁਤ ਖੂਬਸੂਰਤ ਸੀਗਾ, ਹੈ ਨਾ। ਹੁਣ ਉਨਾ ਖੂਬਸੂਰਤ ਨਹੀਂ ਰਿਹਾ ਚੰਡੀਗੜ੍ਹ, ਕਿਉਂਕਿ ਮੈਂ ਵੀ ਬਚਪਨ ਤੋਂ ਦੇਖਦਾ ਆਇਆ, ਤੁਸੀਂ ਵੀ ਚੰਡੀਗੜ੍ਹ ਦੇ ਹੀ ਜੰਮਪਲ ਹੋ। ਤੇ ਚੰਡੀਗੜ੍ਹ ਦੇ ਨਾਲ ਕੀ ਯਾਦਾਂ ਨੇ? ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜਿਸ ਤਰ੍ਹਾਂ ਹੀ ਮੈਂ ਚੰਡੀਗੜ੍ਹ ਲੈਂਡ ਕਰਦੀ ਹਾਂ ਨਾ, ਅਤੇ ਮੈਨੂੰ ਸਾਹ ਆ ਜਾਂਦਾ ਹੈ। ਕਲਕੱਤਾ ਬਹੁਤ ਪਿਆਰਾ ਹੈ, ਕਲਚਰਲ ਕੈਪੀਟਲ ਉਹਨੂੰ ਮੰਨਿਆ ਜਾਂਦਾ ਸੀ, ਔਰ 25 ਸਾਲ ਮੇਰੀ ਆਰਗੇਨਾਈਜੇਸ਼ਨ ਨੂੰ ਉੱਥੇ ਹੋ ਜਾਣਗੇ, ਔਰ ਪਿਆਰ, ਇੱਜ਼ਤ, ਦੋਸਤ ਸਭ ਕੁਛ ਮਿਲਿਆ। ਪਰ ਮੈਨੂੰ ਲੱਗਦਾ ਮੈਂ ਪਹਾੜਾਂ ਦੀ ਕੁੜੀ ਹਾਂ। ਜਿਸ ਤਰ੍ਹਾਂ ਹੀ ਆਉਂਦੀਆਂ ਉਹ ਹਵਾ ਵਿੱਚ ਜਿਹੜੀ ਇੱਕ ਕੀ ਕਹਾਂਗੇ ਉਹਨੂੰ, ਖੁਸ਼ਨੁਮਾ ਹਵਾ, ਤੁਹਾਨੂੰ ਇੱਕਦਮ ਮਹਿਕ ਜਿਹੜੀ ਹੈ ਉਹਦੀ, ਔਰ ਉਹਦਾ ਜਿਹੜਾ ਖੁੱਲ੍ਹਾਪਨ ਹੈ, ਯੂ ਕੈਨ ਫੀਲ ਦ ਫਰੈਸ਼ ਏਅਰ, ਔਰ ਐਸਾ ਲੱਗਦਾ ਤੁਹਾਨੂੰ ਸਾਹ ਆ ਗਿਆ। ਸੋ ਇਹ ਫੀਲਿੰਗ ਮੈਨੂੰ ਹੁਣੇ ਤੱਕ ਹੈ, ਈਵਨ ਦੋ ਟ੍ਰੈਫਿਕ ਇੰਨਾ ਵੱਧ ਗਿਆ। ਅਤੇ ਯਾਦਾਂ ਸਭ ਤੋਂ ਜ਼ਿਆਦਾ ਤਾਂ ਪੇੜ ਪੌਦਿਆਂ ਦੀਆਂ, ਔਰ ਦੂਜੀ ਮੇਰੀ ਯਾਦ ਸਿਰਫ ਮੇਰੇ ਕੰਮਾਂ ਨਾਲ ਜੁੜੀ ਹੋਈ ਹੈ ਕਿ ਜਦੋਂ ਕਾਲਜ ਸੀਗੀ, ਉਦੋਂ ਥੀਏਟਰ, ਇੰਸਟਰੂਮੈਂਟਲ ਆਰਕੈਸਟਰਾ, ਕਿਉਂਕਿ ਮੇਰੀ ਮਾਸਟਰਸ ਇੰਸਟਰੂਮੈਂਟਲ ਮਿਊਜ਼ਿਕ 'ਚ ਹੈ, ਸਿਤਾਰ ਵਿੱਚ, ਅਤੇ ਸਾਰੀ ਤਰ੍ਹਾਂ ਦੇ ਡਾਂਸਿਸ, ਗਿੱਧਾ, ਭੰਗੜਾ, ਉਹ ਕਰੀ ਜਾਣਾ। ਫਿਰ ਕਲਾਸੀਕਲ ਵੀ ਕਰਨਾ, ਗ੍ਰੈਜੂਏਸ਼ਨ ਮੇਰੀ ਕੱਥਕ ਵਿੱਚ ਹੋਈ, ਕਲਾਸੀਕਲ ਵਿੱਚ। ਅਤੇ
ਉਹ ਜਿਹੜਾ ਨੱਟ ਕੇ ਸਾਰਾ ਮਤਲਬ ਮੇਰੇ 5-6 ਸਾਲ ਨਿਕਲੇ ਕਿ ਸਾਰੀਆਂ ਕਲਾਵਾਂ ਵਿੱਚ ਤੁਸੀਂ ਇੱਕਦਮ ਬਿਲਕੁਲ ਮਹਾਰਤ ਹਾਸਿਲ ਕੀਤੀ। ਹਾਂ ਮਹਾਰਤ ਤੇ ਚਲੋ ਬਹੁਤ ਵੱਡਾ ਹੈ, ਪਰ ਤੁਸੀਂ ਪੂਰੇ ਮਹਾਰਤ ਡੁੱਬੇ ਤਾਂ ਹੋਏ ਪੂਰੀ ਹੋ। ਉਮਰ ਦੀ, ਹਾਂ ਮਤਲਬ ਹਾਂ ਕਿ ਆਪਣਾ ਟਾਈਮ ਉਹਦੇ ਵਿੱਚ ਹੀ ਬਿਤਾ ਰਹੇ ਹੋ। ਔਰ ਅਸੀਂ ਬੜੇ ਫੋਰਚੂਨੇਟ ਹਾਂ ਚੰਡੀਗੜ੍ਹ 'ਚ ਕਿ ਫਾਈਨ ਆਰਟਸ ਦਾ ਗਰੁੱਪ ਲੈ ਕੇ ਤੁਸੀਂ ਗ੍ਰੈਜੂਏਸ਼ਨ ਕਰ ਸਕਦੇ ਹੋ। ਇਹ ਕਲਕੱਤੇ ਬਹੁਤ ਘੱਟ ਮਿਲਦਾ ਹੈ ਇਹ ਵਾਲਾ ਕੰਬੀਨੇਸ਼ਨ। ਸੋ ਆਈ ਡਿਡ ਮਾਈ ਗ੍ਰੈਜੂਏਸ਼ਨ ਇਨ ਮਿਊਜ਼ਿਕ, ਡਾਂਸ, ਫਾਈਨ ਆਰਟਸ ਐਂਡ ਇੰਗਲਿਸ਼ ਲਿਟਰੇਚਰ, ਜਿਹੜੀਆਂ ਸਾਰੀਆਂ ਚੀਜ਼ਾਂ ਇੱਕ ਕਲਾਕਾਰ ਨੂੰ ਚਾਹੀਦੀਆਂ। ਮਤਲਬ ਇਹ ਨਹੀਂ ਕਿ ਮੈਨੂੰ ਇਕਨੋਮਿਕਸ ਕਰਨੀ ਪਈ ਜਾਂ ਸਾਈਕੋਲੋਜੀ ਕਰਨੀ ਪਈ। ਤੇ ਮਾਪਿਆਂ ਨੇ ਬਸ ਇਹੀ ਕਿਹਾ ਸੀ ਕਿ ਬੇਟਾ ਇਹ ਸਾਰੇ ਸਬਜੈਕਟ ਲੈ ਰਹੇ ਹੋ, ਫਿਰ ਮਨ ਲਗਾ ਕੇ ਇਹ ਕਰਨਾ ਹੈ, ਇਹਦੇ ਵਿੱਚ ਅੱਗੇ ਨਿਕਲਣਾ ਹੈ। ਸੋ ਉਸ ਤੋਂ ਇਲਾਵਾ ਸਭ ਤੋਂ ਮਿੱਠੀਆਂ ਯਾਦਾਂ ਮੇਰੀਆਂ ਨੇਕਚੰਦ ਜੀ ਦੇ ਰੌਕ ਗਾਰਡਨ ਦੀਆਂ, ਕਿਉਂਕਿ ਕਿੰਨੇ ਦਿਨ ਔਰ ਕਿੰਨੀਆਂ ਰਾਤਾਂ ਅਸੀਂ ਉੱਥੇ ਬਿਤਾਈਆਂ 1986 ਤੋਂ ਲੈ ਕੇ। ਮੈਂ ਤੁਹਾਨੂੰ ਦੱਸਾਂ ਤੁਸੀਂ ਕਿੰਨੇ ਲੱਕੀ ਹੋ। ਮਤਲਬ ਕਿ ਜਿੰਨੇ ਚੰਡੀਗੜ੍ਹ ਦੇ ਜੰਪਲ ਨੇ ਨਾ, ਉਹਨਾਂ ਨੇ ਠੀਕ ਹੈ ਰੌਕ ਗਾਰਡਨ ਦੇਖਿਆ ਹੋਏਗਾ, ਔਰ ਉਹਦੇ ਵਿੱਚੋਂ ਸਿਰਫ 10% ਪਾਪੂਲੇਸ਼ਨ ਹੋਏਗੀ ਜੋ ਰੌਕ ਗਾਰਡਨ ਦੇ ਅੰਦਰ ਰੁਕੀ ਹੋਏਗੀ ਰਾਤ ਨੂੰ। ਬਿਲਕੁਲ ਬਿਲਕੁਲ, ਹੈ ਨਾ। ਮਤਲਬ ਕਿ ਕਿਆ ਖੂਬਸੂਰਤ ਰਾਤ ਹੁੰਦੀ ਹੈ। ਬਹੁਤ ਬਹੁਤ ਬਹੁਤ। ਉਹ ਪੂਰਾ ਓਪਨ ਏਅਰ ਥੀਏਟਰ। ਅਸੀਂ ਤਾਂ ਉਹਦਾ ਪਹਿਲਾ ਵਾਲਾ ਵੀ ਜਿਹੜਾ ਹੇਤ ਵਗਦੇ ਦਰਿਆ ਪਹਿਲਾ ਪਲੇ ਉਹਨਾਂ ਨੇ ਮੈਨੂੰ ਮੈਂ ਜਦੋਂ ਕੀਤਾ ਮੈਮ ਨਾਲ, ਉਹ ਇੱਕ ਦੂਜੀ ਸਾਈਟ ਵਿੱਚ ਸੀਗਾ ਰੌਕ ਗਾਰਡਨ ਵਿੱਚ ਹੀ, ਅਤੇ ਉੱਥੇ ਪਾਣੀ ਦਾ ਵੀ ਇੱਕ ਵਾਟਰ ਬੋਡੀ ਸੀਗੀ। ਅਤੇ ਇਹ ਜਿਹੜਾ ਓਪਨ ਏਅਰ ਥੀਏਟਰ ਜਿਹੜਾ ਅਸੀਂ 89 ਤੋਂ ਆਲਮੋਸਟ ਯੂਜ਼ ਕਰਨਾ ਸ਼ੁਰੂ ਕੀਤਾ, ਉਹਦੇ ਵੀ ਸਾਈਡ 'ਤੇ ਵਾਟਰਫਾਲ ਸੀਗੀ। ਇਨਫੈਕਟ ਆਈ ਹੈਵ incident of falling in that waterfall one night ਕਿ The Mad Woman of Shaiyo, ਸ਼ਹਿਰ ਮੇਰੇ ਦੀ ਪਾਗਲ ਔਰਤ, ਉਹਦੀ ਫਾਈਨਲ ਰਿਹਰਸਲ ਸੀ, ਲਾਈਟਾਂ ਆਫ ਹੋਈਆਂ ਅਤੇ ਮੈਨੂੰ ਰਿਕਸ਼ਾ 'ਚ ਲੈ ਕੇ ਜਾਂਦੇ ਸੀ, ਗਾਉਂਦੇ ਹੋਏ ਬਾਹਰ ਲੈ ਕੇ ਗਏ। ਮੈਂ ਮੁੜ ਕੇ ਦੇਖਿਆ ਉਹ ਸਾਰੇ ਕਰਟਨ ਕਾਲ ਲਈ ਪਹੁੰਚ ਗਏ ਅਤੇ ਮੈਂ ਨੱਠੀ ਅਤੇ ਮੈਂ ਸਿੱਧਾ ਉਹ ਵਾਟਰਫਾਲ ਦੇ ਅੰਦਰ ਗਿਰੀ। ਅਤੇ ਫੋਰਚੂਨੇਟਲੀ ਉਹਨਾਂ ਪਾਣੀ ਨਹੀਂ ਸੀ, ਉਹਨਾਂ ਨੇ ਕਿਸੇ ਤਰ੍ਹਾਂ ਮੈਨੂੰ ਕੱਢਿਆ। ਪਰ ਕੱਢਣ ਲੱਗਿਆ ਜਾਂ ਗਿਰਨ ਲੱਗਿਆ ਉੱਥੇ ਰੌਕਸ ਹੈਗੇ, ਇੱਕ ਰੌਕ ਮੇਰੇ ਪੇਟ ਵਿੱਚ ਲੱਗਾ ਅਤੇ ਮੇਰੀ ਕਿਡਨੀ ਇੰਜਰੀ ਹੋ ਗਈ। ਔਰ ਅਗਲੇ ਦਿਨ 12 ਸ਼ੋਅ ਸੀਗੇ ਅਗਲੇ ਦਿਨ ਤੋਂ। ਸੋ ਮੈਂ ਪੂਰਾ ਦਿਨ ਇਸ ਤਰ੍ਹਾਂ ਸਟ੍ਰੇਟ ਲੇਟੀ ਰਹਿੰਦੀ ਸੀ ਅਤੇ ਸ਼ਾਮ ਨੂੰ 2 ਘੰਟੇ ਦਾ 2-2.5 ਘੰਟੇ ਦੇ ਉਦੋਂ ਪਲੇ ਹੁੰਦੇ ਸੀ, ਸੋ ਉਹ ਕਰਦੇ ਸੀਗੇ ਅਸੀਂ। ਸੋ ਆਰਟਿਸਟ ਦੀ ਗੱਲ, ਤੁਸੀਂ ਆਰਟਿਸਟ ਬਾਰੇ ਬੜੇ ਸਵਾਲ ਪੁੱਛੇ ਕਿ ਇੱਕ ਗੱਲ ਇਹ ਵੀ ਹੈ ਕਿ ਤੁਸੀਂ ਇੰਨੀ ਡੀਪ ਮੈਡੀਟੇਸ਼ਨ ਵਿੱਚ ਚਲੇ ਜਾਂਦੇ ਹੋ ਕਿ ਤੁਹਾਨੂੰ ਐਕਚੁਅਲੀ ਮੈਂ ਇਹ ਨਹੀਂ ਕਹਿ ਸਕਦੀ ਕਿ ਹਾਂ ਮੈਨੂੰ ਬੜੀ ਪੇਨ ਹੋ ਰਹੀ ਸੀ ਔਰ ਮੈਂ ਐਕਟਿੰਗ ਕਰ ਰਹੀ ਸੀ, ਕਿਉਂਕਿ ਐਕਚੁਅਲੀ ਤੁਸੀਂ ਇੰਨੀ ਮੈਡੀਟੇਸ਼ਨ ਚਲੇ ਜਾਂਦੇ ਹੋ ਕਿ ਤੁਹਾਨੂੰ ਪੇਨ ਹੁੰਦੀ ਨਹੀਂ। ਇਹ ਤਾਂ ਹੈ, ਯੂ ਡੋਂਟ ਫੀਲ ਦ ਪੇਨ। ਆਈ ਹੈਵ ਡਨ ਸ਼ੋਜ਼ ਇਨ ਫੁੱਟ ਫ੍ਰੈਕਚਰ ਐਂਡ ਆਈ ਐਮ ਸ਼ੋਰ ਸਾਰੇ ਆਰਟਿਸਟ ਕੋਲ ਇਹ ਕਹਾਣੀਆਂ ਹੋਣਗੀਆਂ। ਬਿਲਕੁਲ। ਅਤੇ ਰੌਕ ਗਾਰਡਨ ਦੀਆਂ ਮਤਲਬ ਜਿੰਨੀਆਂ ਵੀ ਯਾਦਾਂ ਮੇਰੀਆਂ, ਬਹੁਤ ਯਾਦਾਂ ਉਦੋਂ ਦੀਆਂ ਜੁੜੀਆਂ ਹੋਈਆਂ, ਔਰ ਬਾਕੀ ਕਾਲਜ ਯੂਨੀਵਰਸਿਟੀ ਦੀਆਂ, ਪੰਜਾਬ ਯੂਨੀਵਰਸਿਟੀ ਦੀਆਂ ਤਾਂ ਸੋ ਸਾਰੀਆਂ ਉਹੀ ਹੈਗੀਆਂ। ਜੋ ਤੁਹਾਡਾ ਐਕਸਪੀਰੀਅੰਸ ਹੈ ਨਾ ਮੈਮ, ਜੋ ਮੈਂ ਕਈ ਥੀਏਟਰ ਆਰਟਿਸਟ ਨੂੰ ਮਿਲਦਾ, ਉਹ ਇੱਕ ਆਮ ਆਦਮੀ ਨਾ ਉਹ ਐਕਸਪੀਰੀਅੰਸ ਨਹੀਂ ਕਰ ਸਕਦਾ, ਉਹਦੇ ਨੇੜੇ ਤੇੜੇ ਵੀ ਨਹੀਂ ਜਾ ਸਕਦਾ। ਉਹ ਜਿਸ ਇਮੋਸ਼ਨਸ ਤੋਂ, ਜਿਸ ਚੀਜ਼ਾਂ ਤੋਂ ਤੁਸੀਂ ਹਾਂ ਤੁਸੀਂ ਗੁਜ਼ਰਦੇ ਹੋ ਨਾ, ਜੋ ਇੱਕ ਆਰਟਿਸਟ ਗੁਜ਼ਰਦਾ ਹੈ। ਔਰ ਮੈਨੂੰ ਲੱਗਦਾ ਕਿ ਇੱਕ ਅੱਛਾ ਆਰਟਿਸਟ ਬਣਨ ਲਈ ਉਹ ਕਰਨਾ ਪਏਗਾ, ਉਹਨੂੰ ਉਹ 100 ਵਾਰ ਮਰਨਾ ਪਏਗਾ, ਉਹਨੂੰ ਉਹ 100 ਵਾਰ ਇਸ਼ਕ ਕਰਨਾ ਪਏਗਾ। ਬਿਲਕੁਲ ਬਿਲਕੁਲ। ਤਾਂ ਜਾ ਕੇ ਉਹ ਲੋਕੀ ਕਹਿੰਦੇ ਨੇ ਕਿ ਜਿੱਦਾਂ ਕਿ ਨਹੀਂ ਜੀ ਇਹ ਤਾਂ ਇਸੀ ਤਰ੍ਹਾਂ ਦੇ ਲੋਕ ਨੇ। ਨਹੀਂ ਭਾਈ ਸਾਹਿਬ, ਤੁਸੀਂ ਉਹ ਚੀਜ਼ ਦੇ ਨੇੜੇ ਵੀ ਨਹੀਂ ਲੱਗ ਸਕਦੇ ਜਿਸ ਚੀਜ਼ਾਂ ਤੋਂ। ਜਿਵੇਂ ਰੂਮੀ ਪੋਇਟ ਕਹਿੰਦਾ ਨਾ ਕਿ ਵੂੰਡ ਇਜ਼ ਦ ਪਲੇਸ ਵੇਅਰ ਲਾਈਟ ਐਂਟਰਸ, ਕਿ ਉਹ ਜ਼ਖਮੀ ਹੈ ਜਿੱਥੇ ਬਿਲਕੁਲ ਜਿੱਥੋਂ ਰੋਸ਼ਨੀ ਆਉਂਦੀ ਹੈ, ਐਂਟਰ ਕਰਦੀ ਹੈ ਤੁਹਾਨੂੰ। ਹੁਣ ਤੁਸੀਂ ਨਾ ਗੱਲ ਕਰ ਰਹੇ ਸੀਗੇ ਕਿ ਦਰਦ ਦੀ, ਕਿ ਹੈ ਨਾ ਕਿ ਇਸ ਤਰ੍ਹਾਂ ਇੱਕ ਵਾਰੀ ਸ਼ਾਹਰੁਖ ਖਾਨ ਕੋਈ ਸ਼ੂਟਿੰਗ ਕਰ ਰਿਹਾ ਸੀ ਅਤੇ ਸਰੋਜ ਖਾਨ ਜੀ ਨਾਲ ਬੈਠੇ ਹੋਏ ਸੀ, ਅਤੇ ਉਹਨੇ ਕਿਹਾ ਕਿ ਸਰੋਜ ਜੀ ਅੱਜ ਕੱਲ੍ਹ ਨਾ ਮੈਂ ਬੜਾ ਥੱਕ ਜਾਤਾ ਹੂੰ। ਅਤੇ ਸਰੋਜ ਜੀ ਨੇ ਨਾ ਥੋੜ੍ਹੇ ਪਿਆਰ ਨਾਲ ਉਹਨੂੰ ਥੱਪੜ ਮਾਰਿਆ ਕਿ ਸ਼ਾਹरुख ਜ਼ਿੰਦਗੀ में कभी मत बोलना कि मैं थक गया हूँ, चाहे बुखार हो, मरने वाले हो जाओ, लेकिन ये दुआ करना कि काम हो। करा जिनके पास काम नहीं होता ना, ये बहुत बड़ी नेमत है। कहते तेरे पास काम है तो कभी मत बोलियो कि मैं थक गया। जैसे वो कलाकारी कर सकता है कि मैं मरने वाला, लेकिन मैंने स्टेज पे पा दो एक बारी मैं खड़ा हो जाऊंगा, है ना। तो फिर जब कलकत्ते पहुंचे, ਟ੍ਰੇਨ 'ਚ ਜਾ ਰਹੇ ਸੀਗੇ, ਹੈ ਨਾ, ਔਰ ਮੈਨੂੰ ਇੱਕ ਪਹਿਲਾ ਸੀਨ ਜੋ ਮੈਨੂੰ ਯਾਦ ਆਇਆ ਨਾ, ਮੈਨੂੰ ਯਾਦ ਆਇਆ ਲਵ ਅੱਜ ਕੱਲ੍ਹ ਦਾ,
ਜਦ ਹਰਲੀਨ ਟ੍ਰੇਨ 'ਚ ਜਾ ਰਹੀ ਹੁੰਦੀ ਹੈ ਤੇ ਸੈਫ ਅਲੀ ਖਾਨ ਦੌੜਦਾ ਆਉਂਦਾ, ਕਿਉਂਕਿ ਉਹ ਵੀ ਕਲਕੱਤੇ ਜਾ ਰਹੀ ਹੁੰਦੀ ਹੈ ਹਾਂ ਨਾ। ਤੇ ਜਦ ਤੁਸੀਂ ਕਲਕੱਤੇ ਪਹੁੰਚੇ ਤਾਂ ਫਿਰ ਕੀ ਜ਼ਿੰਦਗੀ 'ਚ ਬਦਲਾਅ ਆਇਆ? ਕਲਚਰਲ ਕੈਪੀਟਲ ਸੀਗਾ, ਉੱਥੇ ਮੈਂ ਪਰਫਾਰਮ ਕਰਨ ਜਾਂਦੀ ਸੀ ਨਾਟਕ ਅੱਛਾ, ਪਹਿਲੇ ਵੀ ਨੀਲਮ ਗਏ ਜੀ ਹੋਏ ਸੀ? ਨਾਲ, ਹਾਂਜੀ। ਓਕੇ। ਔਰ ਮੇਰੀ ਫੈਮਿਲੀ ਦੇ ਵਿੱਚ ਹੀ ਮੇਰਾ ਵਿਆਹ ਹੋਇਆ ਤੇ ਦੋਨੋਂ ਚਾਚਾ ਜੀ ਦੇ ਘਰ ਵੀ ਕਾਫੀ ਛੁੱਟੀਆਂ ਮਨਾਉਣ ਇਟਸ ਜਾਂਦੇ ਅ ਲਵ ਸੀ। ਮੈਰਿਜ? ਹਾਂਜੀ। ਓਕੇ। ਤੇ ਉਹਨਾਂ ਦਾ ਨਾਮ ਮਨਮੀਤ ਸਿੰਘ ਹੈ। ਓਕੇ। ਸੋ ਉਹਨਾਂ ਨੇ ਮਤਲਬ ਅਸੀਂ ਕਾਫੀ ਪਲੇਸ ਉੱਥੇ ਪਰਫਾਰਮ ਕੀਤੇ, ਅਲੱਗ-ਅਲੱਗ ਫੈਸਟੀਵਲਸ, ਤੇ ਕਲਕੱਤਾ ਦੇਖਿਆ ਹੋਇਆ ਸੀ। ਔਰ ਕਾਫੀ ਲੋਕ ਮੇਰੇ ਕੰਮ ਨਾਲ ਵਾਕਿਫ ਵੀ ਸੀਗੇ ਐਜ਼ ਐਨ ਐਕਟਰ। ਬਟ ਦੈਨ ਯੂ ਆਰ ਅ ਯੰਗ ਬ੍ਰਾਈਡ, ਹੈ ਨਾ, ਤੁਸੀਂ ਇੱਕ ਨਵੀਂ ਨਵੇਲੀ ਬਹੂ ਦੇ ਹਿਸਾਬ ਨਾਲ ਜਾਂਦੇ ਹੋ, ਔਰ ਤੁਸੀਂ ਬਿਜ਼ਨਸ ਫੈਮਿਲੀ 'ਚ ਵਿਆਹ ਕੀਤਾ। ਮੈਂ ਤੁਹਾਨੂੰ ਰੋਕ ਰਿਹਾ, ਕਿਹੜੀ ਉਮਰ ਸੀਗੀ ਜਦ ਵਿਆਹ ਹੋਇਆ? ਮੈਂ 24। ਓਕੇ, 24। ਠੀਕ ਹੈ। ਸੋ ਔਰ ਮੇਰੇ ਵਾਸਤੇ ਕਾਫੀ ਜਲਦੀ ਸੀ, ਕਿਉਂਕਿ ਸਾਰਿਆਂ ਨੇ ਸੋਚਿਆ ਇਹ ਵਿਆਹ ਨਹੀਂ ਕਰਾਏਗੀ, ਕਈਆਂ ਨੇ ਸੋਚਿਆ 30 ਤੱਕ ਨਹੀਂ ਕਰਾਏਗੀ, ਕਈਆਂ ਨੇ ਸੋਚਿਆ ਸੋ ਕਰਾਏਗੀ ਨਹੀਂ, ਮੈਂ ਵੀ ਸੋਚਿਆ ਕਿ ਨਹੀਂ ਕਰਾਏਗੀ, ਪਰ 24 ਦੀ ਸਾਲ 'ਚ ਹੋ ਗਿਆ। ਕਿਉਂਕਿ ਜਦ ਮਨਮੀਤ ਇਸ਼ਕ ਹੁੰਦਾ ਨਾ। ਹਾਂ, ਇਸ਼ਕ ਹੋ ਗਿਆ ਔਰ ਮਨਮੀਤ ਨੇ ਮਨਾ ਲਿਆ। ਉਹਨਾਂ ਨੂੰ ਵੀ ਮੈਂ ਕਿਹਾ ਕਿ ਮੈਂ ਨਹੀਂ ਵਿਆਹ ਕਰਾਂਗੀ, ਤੇ ਮਨਾਇਆ ਤੇ ਕਿੱਦਾਂ? ਬਸ ਉਹ ਉਹ ਵੀ ਹੋਏਗਾ, ਉਹਨਾਂ ਥੀਏਟਰ ਕੋਲ ਸਟਾਈਲ ਕਲਾ ਸੀਗੀ, ਉਹਨਾਂ ਨੇ ਮਨਾ ਥੀਏਟਰ ਲਿਆ। ਕਰਦੇ ਸੀਗੇ ਉਹ ਵੀ? ਨਹੀਂ ਨਹੀਂ ਹੀ ਇਜ਼ ਅ ਨਹੀਂ, ਬਿਜ਼ਨਸ ਹੀ ਇਜ਼ ਅ ਬਿਜ਼ਨਸਮੈਨ। ਠੀਕ ਹੈ। ਤੇ ਮੈਂ ਉਹਨਾਂ ਨੂੰ ਕਹਿਣਾ ਕਿ ਥੀਏਟਰ ਦੀ ਜ਼ਿੰਦਗੀ ਹੈ, ਤੁਸੀਂ ਨਹੀਂ ਇਹਦੇ ਨਾਲ ਚਲਾ ਪਾਓਗੇ। ਸਾਡੀਆਂ ਬੜੀਆਂ ਕ੍ਰੇਜ਼ੀ ਜੀ ਲਾਈਫ ਹੁੰਦੀ ਹੈ ਹਰ ਵੇਲੇ, ਟਰੈਵਲ ਐਂਡ, ਪਰ ਉਹਨਾਂ ਨੂੰ ਵੀ ਇਸ਼ਕ ਸੀ ਉਸ ਵੇਲੇ, ਉਹ ਕਹਿੰਦੇ ਮੈਂ ਕਿਸੇ ਤਰ੍ਹਾਂ ਵੀ ਚਲਾਵਾਂਗਾ। ਤਾਂ ਇੱਕ ਚੀਜ਼ ਮੈਂ ਜੋ ਇਮੇਜਿਨ ਕਰ ਪਾ ਰਿਹਾ ਨਾ ਉਹਨਾਂ ਬਾਰੇ, ਕਿ ਉਹ ਬਹੁਤ ਹੀ ਸ਼ਰੀਫ ਇਨਸਾਨ ਨੇ, ਹੈ ਨਾ। ਬਿਕੋਜ਼ ਥੀਏਟਰ ਵਾਲਾ ਨਾ, ਸਟੇਟ ਥੀਏਟਰ ਵਾਲੇ ਜੋ ਅਸੀਂ ਸਾਰੇ ਲੋਕ ਨੇ ਨਾ, ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਆਪਣੇ ਆਪ ਨੂੰ ਸਟੱਡ ਬਣ ਰਿਹਾ ਹੈ ਨਾ, ਕਿਹੜਾ ਆਪਣੇ ਆਪ ਨੂੰ ਜ਼ਿਆਦਾ ਫੰਨੇ ਖਾ ਸਮਝ ਰਿਹਾ, ਤੇ ਉਸ ਤਰ੍ਹਾਂ ਦੇ ਇਨਸਾਨ ਨਹੀਂ ਹੋਣੇ। ਨਹੀਂ, ਬਿਕੋਜ਼ ਹੀ ਇਜ਼ ਸੋ ਸਿੰਪਲ ਐਂਡ ਸਚ ਅ ਨਾਈਸ ਪਰਸਨ। ਆਈ ਥਿੰਕ ਇਹ ਉਹਨਾਂ ਦੀ ਭੋਲਾਪਨ ਤੇ ਨਹੀਂ ਕਵਾਂਗੀ, ਕਿਉਂਕਿ ਸ਼ਾਤਿਰ ਤੇ ਉਹ ਰਹੇ ਹੋਣਗੇ ਤਾਂ ਹੀ ਉਹਨਾਂ ਨੇ ਮਨਾ ਲਿਆ, ਪਰ ਕੁਛ ਤੇ ਉਹ ਕੁਆਲਿਟੀ ਸੀ ਕਿ ਮਤਲਬ ਪੂਰਾ ਚੰਡੀਗੜ੍ਹ ਛੱਡ ਕੇ, ਔਰ ਮੈਂ ਤਾਂ ਹੀ ਸੋਹਣੀ ਕੁੜੀ ਫਸ ਗਈ, ਹੈ ਨਾ, ਉਹਨਾਂ ਦੇ। ਮੈਂ ਕਹਿ ਨਹੀਂ ਸਕਦੀ। ਤੇ ਉਹ ਕਲਕੱਤੇ ਹੀ ਰਹਿੰਦੇ ਸੀ ਉਸ ਵੇਲੇ? ਹਾਂਜੀ, ਹੀ ਇਜ਼ ਬੋਰਨ ਐਂਡ ਬ੍ਰੌਟ ਅਪ ਇਨ ਕੋਲਕਾਤਾ। ਤੇ ਫਿਰ ਜਦ ਉੱਥੇ ਪਹੁੰਚੇ, ਸੋ one is the adjustment as the newly wedded bride, ਹੈ ਨਾ, ਨਵੀਂ ਨਵੇਲੀ ਨੂੰ ਤੁਸੀਂ ਬਿਜ਼ਨਸ ਫੈਮਿਲੀ 'ਚ ਆਏ ਹੋ। ਮੈਂ ਪੂਰਾ ਲਿਟਰੇਚਰ 'ਚ, ਹਾਲਾਂਕਿ ਚਾਚਾ ਜੀ, ਮਤਲਬ ਮੇਰਾ ਫੈਮਿਲੀ 'ਚ ਹੀ ਰਿਸ਼ਤਾ ਹੋਇਆ, ਤੇ ਚਾਚਾ ਜੀ ਵੀ ਪੋਇਟ ਸੀਗੇ, ਪਰ ਸੀਗੇ ਤੇ ਉਹ ਬਿਜ਼ਨਸਮੈਨ। ਤੇ ਮਨਮੀਤ ਨੂੰ ਵੀ ਬਹੁਤ ਪੋਇਟਰੀ ਔਰ ਮਿਊਜ਼ਿਕ ਨਾਲ ਲਗਾਵ ਹੈ, ਪਰ ਹੈ ਤੇ ਉਹ ਬਿਜ਼ਨਸਮੈਨ। ਸੋ ਪਹਿਲਾਂ ਕੁਝ ਸਾਲ ਤੇ ਉਹ ਮਾਹੌਲ ਸਮਝਣ ਵਿੱਚ ਟਾਈਮ ਨਿਕਲਿਆ, ਔਰ ਫਿਰ ਮੈਂ ਚਾਹੁੰਦੀ ਸੀ ਕਿ ਮੈਂ ਆਪਣਾ ਟ੍ਰੇਨਿੰਗ ਦਾ ਉੱਥੇ ਸ਼ੁਰੂ ਕਰਾਂ, ਟ੍ਰੇਨਿੰਗ ਹੀ ਦੇਣਾ ਸ਼ੁਰੂ ਕਰ ਦਿਆਂ ਬੱਚਿਆਂ ਨੂੰ, ਬਿਕੋਜ਼ ਮੈਂ ਕੰਮ ਹਾਲੇ ਵੀ ਨੀਲਮ ਜੀ ਨਾਲ ਕਰ ਰਹੀ ਸੀ, ਤੇ ਸ਼ੁਰੂ 'ਚ ਤਾਂ ਮੈਨੂੰ ਜਗ੍ਹਾ ਵੀ ਨਹੀਂ ਮਿਲੀ, ਕੁਝ ਸਿਖਾਉਣ ਦੀ ਡਰ ਲੱਗਦਾ ਸੀਗਾ। ਤੇ ਬੜੇ ਹਲਕੇ ਕਦਮਾਂ ਨਾਲ ਕਿਸੇ ਸੀਨੀਅਰ ਨੇ ਕਿਹਾ ਕਿ ਉਹ ਤੁਹਾਨੂੰ ਜਗ੍ਹਾ ਦੇ ਦੇਣਗੇ ਬਿਨਾਂ ਰੈਂਟ ਦੇ, ਤੇ ਇਸ ਤਰ੍ਹਾਂ ਕਰਕੇ ਵੱਡਿਆਂ ਦੀ ਹੱਲਾਸ਼ੇਰੀ ਨਾਲ, ਸਪੋਰਟ ਨਾਲ, ਹੌਲੀ ਹੌਲੀ ਮੈਂ 2002 ਵਿੱਚ ਦ ਕ੍ਰੀਏਟਿਵ ਆਰਟਸ ਅਕੈਡਮੀ, ਦ ਕ੍ਰੀਏਟਿਵ ਆਰਟਸ ਸ਼ੁਰੂ ਕੀਤਾ 96 ਵਿੱਚ। 10 ਸਾਲ ਬਾਅਦ? 5-6 ਸਾਲ ਲੱਗ ਗਏ। ਹਾਂ, 6 ਸਾਲ ਲੱਗ ਗਏ ਮੈਨੂੰ। ਨਹੀਂ, 96 ਔਰ 2002 ਚ? ਅੱਛਾ, ਹਾਂ, ਠੀਕ। ਤੇ 6 ਸਾਲ ਲੱਗ ਗਏ ਕੁਝ ਵੀ ਸ਼ੁਰੂ ਕਰਨ ਨੂੰ। ਤੇ ਕਲਕੱਤਾ ਨਾ ਇੱਕ ਬਹੁਤ ਆਰਟਸ ਦੇ ਮਾਮਲੇ 'ਚ, ਲਿਟਰੇਚਰ ਦੇ ਮਾਮਲੇ 'ਚ ਸਾਡੇ ਤੋਂ ਬਹੁਤ ਅੱਗੇ ਕਹੂੰਗਾ, ਬਿਕੋਜ਼ ਅਸੀਂ ਪੰਜਾਬੀ ਥੋੜ੍ਹਾ ਜਿਹਾ ਭੁੱਲ ਗਏ ਉਸ ਚੀਜ਼ ਨੂੰ। ਅਸੀਂ ਆਪਣੇ ਜਿਹੜੇ ਸਾਡਾ ਕਲਚਰ ਸੀਗਾ, ਜਿਹੜਾ ਭਾਈ ਵੀਰ ਸਿੰਘ, ਸ਼ਿਵ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਇਹ ਸਾਰੇ ਸਾਨੂੰ ਜਿਹੜੀ ਵਿਰਾਸਤ ਦੇ ਕੇ ਗਏ ਸੀ ਨਾ, ਔਰ ਕਿੰਨੇ ਪੇਂਟਰਸ, ਕਿੰਨੇ ਬਹੁਤ ਰਿਚ ਅਸੀਂ ਸੀਗੇ, ਪਰ ਪਾਰਟੀਸ਼ਨ ਨੇ ਸਾਨੂੰ ਪੁੱਟਤਾ। ਫਿਰ ਉਸ ਤੋਂ ਬਾਅਦ ਪੋਲਿਟਿਕਸ ਨੇ ਕਾਫੀ ਉਜਾੜ ਦਿੱਤਾ। ਅਸੀਂ ਵਿਰਾਸਤ ਆਪਣੀ ਸੰਭਾਲ ਨਹੀਂ ਪਾਏ, ਜਿਸ ਤਰ੍ਹਾਂ ਬੰਗਾਲ ਨੇ, ਸਾਊਥ ਇੰਡੀਆ ਨੇ, ਸਾਰਿਆਂ ਨੇ ਸੰਭਾਲ ਕੇ ਰੱਖੀ ਹੈ। ਮਤਲਬ ਕਿ ਉਹ ਅੱਜ ਵੀ ਨਾ, ਮਤਲਬ ਕਿ ਤੁਸੀਂ ਜਾਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਉੱਥੇ ਕਿ ਇਹ ਅਲੱਗ ਹੀ ਦੁਨੀਆ ਹੈ। ਬਿਲਕੁਲ, ਹੈ ਨਾ, ਮਤਲਬ ਕਿ ਤੁਸੀਂ ਉਹ ਪੀਕੂ ਮੂਵੀ ਦੇਖੀ ਹੋਏਗੀ। ਹਾਂਜੀ,
ਹਨਾ, ਤੇ ਉਹ ਜਦੋਂ ਆਪਣੇ ਘਰ ਤੋਂ ਬਾਹਰ ਦੇਖਦੀ ਹੈ ਤੇ ਕੁੜੀਆਂ ਨਾ ਛੋਟੀ ਛੋਟੀਆਂ ਕੱਥਕ ਦੀ ਕਲਾਸ ਤੋਂ ਵਾਪਸ ਆ ਰਹੀਆਂ ਹੁੰਦੀਆਂ, ਉਹ ਕਿੰਨਾ ਸੋਹਣਾ ਦੇਖੀ ਕਲਚਰ ਦਿਖਾਇਆ ਉਹਨੇ ਆਪਣੀ ਉਸ ਫਿਲਮ 'ਚ ਕਿ ਕੁੜੀਆਂ ਹੁਣ ਵੀ ਕੱਥਕ ਸਿੱਖ ਕੇ ਆ ਰਹੀਆਂ। ਬਿਲਕੁਲ ਹੁਣੇ ਤੱਕ ਐਨੀ ਬੰਗਾਲੀ ਫੈਮਿਲੀ ਉਹਨਾਂ ਦੇ ਬੱਚੇ ਸੰਗੀਤ ਸਿੱਖਣਗੇ, ਮਿਊਜ਼ਿਕ ਡਾਂਸ ਸਿੱਖਣਗੇ। ਪਰ ਇਹ ਮੈਂ ਜ਼ਰੂਰ ਕਹਾਂਗੀ ਨਿਖਿਲ ਕਿ ਹਾਲੇ ਵੀ ਸਟਰਗਲ ਚੱਲ ਰਹੀ ਹੈ, ਫੈਮਲੀਜ਼ ਨੂੰ ਵਿਸ਼ਵਾਸ ਨਹੀਂ ਹੈ ਕਿ ਆਰਟਸ ਵਿੱਚ ਸਿਖਾਣਾ ਹੋਰ ਗੱਲ ਹੈ, ਪਰ ਤੁਸੀਂ ਇੰਜੀਨੀਅਰ, ਡਾਕਟਰ, ਬੀਕਾਮ ਕਰ ਲਓ। ਇਹ ਅੱਛਾ ਆਰਟਸ ਤੋਂ ਠੀਕ ਹੈ, ਲਾਈਕ ਮੇਰਾ ਜਿਹੜਾ ਪਲੇ ਹੈ ਹੋਮ ਇਨ ਅ ਸੂਟਕੇਸ, ਜਿਹੜਾ ਮੈਂ ਰੂਹਾਨੀ ਸਿੰਘ ਨਾਲ ਕਰਦੀ ਹਾਂ, ਉਹਦੇ 'ਚ ਇੱਕ ਲਾਈਨ ਹੈ ਕਿ ਬੇਟਾ ਐਕਟਿੰਗ ਸ਼ੈਕਟਿੰਗ तो ठीक है पर फुल टाइम करियर का तूने क्या सोचा है? फुल टाइम क्या तो ये करेगा? ਤੁਹਾਡੇ ਪਾਪਾ ਵਾਲਾ ਸਵਾਲ ਹੋ ਗਿਆ, ਬੇਟੇ ਰੇਡੀਓ ਸ਼ੇਡੀਓ ਤੇ ਠੀਕ ਹੈ, ਤੂੰ ਫੁਲ ਟਾਈਮ ਕਰੀਅਰ ਦਾ ਕੀ ਸੋਚਿਆ? ਸੋ ਇਹ ਸਟਰਗਲ ਹਾਲੇ ਵੀ ਹੈ ਔਰ ਉੱਥੇ ਵੀ ਹੈ। ਇਹ ਤਾਂ ਸਾਰੀ ਉਮਰ ਚੱਲੇਗੀ। ਮੈਨੂੰ ਲੱਗਦਾ ਕਿ ਉਹ ਚਮਕੌਰ ਬਟਾਲਵੀ ਨੇ ਆਪਣੇ ਇੰਟਰਵਿਊ 'ਚ ਨਹੀਂ ਕਿਹਾ, ਜਦੋਂ BBC ਨਾਲ ਇੰਟਰਵਿਊ ਕਰ ਰਹੇ ਕਿ ਉਹ ਪੁੱਛਦਾ ਕਿ शायर किस तरह हो गए, कहते मेरे माँ बाप भी तहसीलदार हैं, तो उनका भी यही ख्याल होगा कि हर माँ हर बाप अपने बच्चे को पढ़ाती है और सोचती है कि इससे रिटर्न आएगी, तो हर कोई रिटर्न सोच रहा है, तो फिर जब रिटर्न ढूंढ रहा है तो फिर वो आर्टिस्ट कहाँ से पैदा कर देगा या बना देगा? बिल्कुल। और हर किसी को तो यही है ना कि मैंने इसको पढ़ाया है तो अब ये नौकरी करे। ये तो कहेगा नहीं कोई बाप या कोई माँ की बेटा मैंने तुम्हें छोड़ो ਪਰ ਨਿਖਿਲ ਤੁਸੀਂ ਮੰਨੋਗੇ ਇਸ ਗੱਲ ਨੂੰ, ਤੁਸੀਂ ਹੁਣ ਰੇਡੀਓ ਕਰ ਰਹੇ ਹੋ ਔਰ ਮੈਂ ਐਕਟਿੰਗ ਔਰ ਡਾਇਰੈਕਸ਼ਨ ਵਿੱਚ ਚਲੀ ਗਈ ਔਰ ਫਿਲਮਾਂ ਨਹੀਂ ਕੀਤੀਆਂ ਜਿੱਥੇ ਪੈਸਾ ਕਾਫੀ ਜ਼ਿਆਦਾ ਹੈ, ਥੀਏਟਰ ਹੀ ਕਰ ਰਹੀ ਹਾਂ। ਪਰ ਤੁਸੀਂ ਇਹ ਮੰਨੋਗੇ ਕਿ ਜੇ ਕੋਈ ਵੀ ਕੰਮ ਜਿਵੇਂ ਬਿਜ਼ਨਸ ਵਾਲੇ ਸਵੇਰ ਤੋਂ ਰਾਤ ਤੱਕ ਕਰਦੇ ਹੈ, ਜੇ ਤੁਸੀਂ ਕੰਮ ਕਰਦੇ ਰਹੇ, ਨਾ ਕਿ ਉਸ ਕੰਮ ਦੀਆਂ ਗੱਲਾਂ ਕਿ ਕਾਫੀ ਦੇ ਮੱਗ ਲਿੱਤੇ ਤੇ ਅਸੀਂ ਗੱਲਾਂ ਕਰ ਰਹੇ ਹਾਂ ਬੈਠ ਕੇ ਕਿ ਇਹ ਕਰ ਦੇਣਾ ਅਸੀਂ ਉਹ ਕਰ ਦੇਣਾ, ਬਟ ਐਕਚੁਅਲੀ ਇਫ ਯੂ ਆਰ ਵਰਕਿੰਗ ਫਰੋਮ ਮਾਰਨਿੰਗ ਟਿਲ ਨਾਈਟ ਤੁਸੀਂ ਜ਼ਰੂਰ ਪੈਸੇ ਕਮਾ ਲਓਗੇ। ਕਲਾ ਵਿੱਚ ਪੈਸਾ ਹੈ, ਪਰ ਤੁਹਾਨੂੰ ਓਨੀ ਐਜੂਕੇਸ਼ਨ, ਓਨਾ ਹੀ ਪੜ੍ਹਨਾ ਜ਼ਰੂਰੀ ਹੈ, ਓਨਾ ਹੀ ਮਿਹਨਤ ਕਰਨੀ ਜ਼ਰੂਰੀ ਹੈ। ਜੇ 10 ਘੰਟੇ ਦਿਨ ਦੇ ਤੁਸੀਂ ਕੰਮ ਕਰੋਗੇ ਕਲਾ ਵਿੱਚ ਤੇ ਪੈਸੇ ਕਿਉਂ ਨਹੀਂ ਕਮਾ ਸਕਦੇ? ਮਤਲਬ ਕਿ ਹੁਣ ਇਹ ਤਾਂ ਨਾ ਸੋਚੋ ਕਿ ਮੈਂ ਜੀ ਅੱਜ ਕਲਾਸ ਜਾਊਂਗਾ, ਕੱਲ ਮੈਨੂੰ ਕੋਈ 300 ਕਰੋੜ ਦੀ ਫਿਲਮ ਬਣ ਜਾਏਗੀ, ਇਦਾਂ ਥੋੜਾ ਨਾ ਹੁੰਦਾ। ਬਿਲਕੁਲ ਇਸ ਤਰ੍ਹਾਂ ਨਹੀਂ ਹੋਏਗਾ। ਇਹ ਬਸ ਸੋਚ ਥੋੜੀ ਜਿਹੀ ਜੇ ਸ਼ਿਫਟ ਹੋ ਜਾਏ ਤੇ ਆਈ ਥਿੰਕ ਇਹ ਹਾਲੇ ਵੀ ਸਾਡੀ ਜਿਹੜੀ ਕ੍ਰੀਏਟਿਵ ਇੰਡਸਟਰੀ ਹੈ ਉਹਦੇ ਵਿੱਚ ਬਹੁਤ ਸਕੋਪ ਹੈ। ਸਾਡੇ ਕੋਲ ਆਰਟਸ ਮੈਨੇਜਰਸ ਨਹੀਂ ਹੈ, ਸਾਡੇ ਕੋਲ ਉਸ ਤਰ੍ਹਾਂ ਦੇ ਪ੍ਰੋਡਿਊਸਰਸ ਨਹੀਂ ਹੈ। ਪ੍ਰੋਡਿਊਸਰਸ, ਮੈਂ ਫਾਈਨੈਂਸਰਸ ਦੀ ਗੱਲ ਨਹੀਂ ਕਰ ਰਹੀ, ਪੈਸਾ ਇੱਕ ਹੋਰ ਗੱਲ ਹੈ। ਜਿਹੜੀ ਪ੍ਰੋਡਕਸ਼ਨ ਕੰਪਨੀਜ਼ ਹੁੰਦੀਆਂ, ਪ੍ਰੋਡਿਊਸਰਸ ਜਿਹੜੇ ਸਾਰਾ ਮਾਮਲਾ ਸੰਭਾਲਦੇ ਹੈ, ਸਾਡੇ ਕੋਲ ਕਾਸਟਿੰਗ ਏਜੰਸੀਜ਼ ਸ਼ੁਰੂ ਹੋ ਗਈਆਂ, ਪਰ ਉਨੀਆਂ ਆਰਟਿਸਟ ਮੈਨੇਜਮੈਂਟ ਏਜੰਸੀਜ਼ ਨਹੀਂ ਹੈ ਜਿੱਥੇ ਕੰਮ, ਮਤਲਬ ਐਜ਼ ਅ ਥੀਏਟਰ ਡਾਇਰੈਕਟਰ ਆਈ ਸ਼ੁੱਡ ਨਾਟ ਬੀ ਬੋਦਰਡ ਅਬਾਊਟ ਪ੍ਰੋਡਿਊਸਿੰਗ ਦ ਥੀਏਟਰ। ਬਿਲਕੁਲ ਫਾਈਨੈਂਸਰ ਵੀ ਹੋਣਾ ਚਾਹੀਦਾ ਹੈ ਤੁਹਾਡਾ, ਫਾਈਨੈਂਸਿੰਗ ਕੰਪਨੀਜ਼, ਤੁਹਾਡਾ ਪ੍ਰੋਡਿਊਸਰ ਜਿਹੜਾ ਹੈ, ਜਿਹੜਾ ਫਿਰ ਕੰਮ ਕੰਪਲੀਟ ਕਰਵਾਏਗਾ, ਉਹਨੂੰ ਅੱਗੇ ਲੈ ਕੇ ਜਾਏਗਾ, ਕਿਹੜੇ ਫੈਸਟੀਵਲਸ 'ਚ ਲੈ ਕੇ ਜਾਣਾ ਹੈ। ਤਾਂ ਉਹ ਪੂਰੀ ਇੰਡਸਟਰੀ ਦਾ ਇੱਕ ਬਹੁਤ ਵੱਡਾ ਚੰਕ ਹਾਲੇ ਖਾਲੀ ਹੈ। ਇਹਦਾ ਮਤਲਬ ਤੁਸੀਂ ਸੋਚੋ ਕਿ ਕਿੰਨਾ ਸਕੋਪ ਹੈ, ਈਵਨ ਫॉर ਮੈਨੇਜਮੈਂਟ ਸਟੂਡੈਂਟਸ, ਫਾਈਨੈਂਸ ਸਟੂਡੈਂਟਸ, ਦੇ ਜਸਟ ਹੈਵ ਟੂ ਥਿੰਕ ਦੈਟ ਵੇ ਕਿ ਇਹ ਜਿਹੜੀ ਇੰਡਸਟਰੀ ਹੈ ਜਿੱਥੋਂ ਇੰਨਾ GDP ਆਉਂਦਾ ਹੈ, ਉੱਥੇ ਸਕੋਪ ਬਹੁਤ ਹੈ। ਐਂਡ ਜ਼ਰੂਰੀ ਨਹੀਂ ਹੈ ਕਿ ਅਸੀਂ ਕਾਰਪੋਰੇਟਸ ਔਰ IT ਵਾਲੀ ਜਾਣਾ ਹੈ, ਆਰਟਸ ਇੰਡਸਟਰੀ ਤੋਂ ਵੀ ਅਸੀਂ ਆਪਣੇ ਕਰੀਅਰ ਬਣਾ ਸਕਦੇ ਹਾਂ। ਈਵਨ ਇਫ ਆਈ ਐਮ ਕਮਿੰਗ ਫਰੋਮ IT ਇੰਡਸਟਰੀ ਔਰ ਡਿਜ਼ਾਈਨ ਇੰਡਸਟਰੀ ਔਰ ਮੈਨੇਜਮੈਂਟ ਇੰਡਸਟਰੀ ਔਰ ਫਾਈਨੈਂਸ ਇੰਡਸਟਰੀ। ਇਹ ਤਾਂ ਹੈ। ਨਹੀਂ, ਇੱਕ ਹੋਰ ਚੀਜ਼ ਹੈ ਨਾ ਕਿ ਜਿੱਦਾਂ ਹੁਣ ਮੈਂ ਨਾ ਇਮਤਿਆਜ਼ ਅਲੀ ਦਾ ਇੰਟਰਵਿਊ ਸੁਣ ਰਿਹਾ ਸੀ ਹੁਣੇ 2-3 ਦਿਨ ਪਹਿਲਾਂ, ਉਹਦੇ ਵਿੱਚ ਉਹਨੇ ਕਿਹਾ ਕਿ ਮੇਰੇ ਨੂੰ ਸਭ ਤੋਂ ਵੱਡੀ ਕਮੀ ਲੱਗਦੀ ਹੈ ਕਿ ਮੈਂ ਆਪਣੀ ਫਿਲਮ 'ਚ ਲਾਈਵ ਲੋਕਾਂ ਨੂੰ ਸਮੈਲ ਨਹੀਂ ਕਰਵਾ ਸਕਦਾ, ਖੁਸ਼ਬੂ ਨਹੀਂ ਦੇ ਸਕਦਾ ਕਿ ਉਹ ਥੀਏਟਰ ਦੀ ਸਭ ਤੋਂ ਵੱਡੀ ਤਾਕਤ ਹੈ। ਹਾਂ, ਮੈਂ ਨਾਟਸ਼ਾਲਾ 'ਚ ਦੇਖਿਆ ਪਹਿਲੀ ਵਾਰ ਨਾ, ਮੈਂ ਅੰਮ੍ਰਿਤਸਰ ਹੁੰਦਾ ਸੀ ਤੇ ਮੈਂ ਨਾਟਸ਼ਾਲਾ ਗਿਆ ਦੇਖਣ, ਤੇ ਉੱਥੇ ਉਹਨਾਂ ਨੇ ਤੜਕਾ ਲਗਾਇਆ ਪਿੱਛੇ, ਤੇ ਉਹ ਤੜਕੇ ਦੀ ਨਾ ਖੁਸ਼ਬੂ ਆਈ। ਮੈਂ ਕਿਹਾ ਕਿਆ ਬਾਤ ਹੈ, ਮਤਲਬ ਕਿ ਇਹ ਲਾਈਵ ਜੋ ਐਕਸਪੀਰੀਅੰਸ ਹੈ ਨਾ, ਇਹ ਥੀਏਟਰ ਹੀ ਦੇ ਸਕਦਾ। the 5 senses that you feel, ਇਹ ਥੀਏਟਰ ਹੀ ਦੇ ਸਕਦਾ। ਉਹ ਕੋਸ਼ਿਸ਼ ਕਰ ਰਹੇ ਹੈ ਕਿ ਫਿਲਮਾਂ 'ਚ ਦੇ ਦਈਏ, ਲੇਕਿਨ ਉਹ ਥੋੜਾ, ਕਿਉਂਕਿ ਉਹ ਫਿਰ ਉਹ ਹਰ ਜਗ੍ਹਾ ਐਲੀਮੈਂਟ ਦੇਣੇ, ਉਹ ਸਮੈਲਸ ਦੇਣੀਆਂ, ਸੀਟਾਂ ਦੇ ਵਾਈਬ੍ਰੇਸ਼ਨ ਦੇਣੀ, ਉਹ ਬਾਰਿਸ਼ ਦੇਣੀ, ਉਹ ਥੋੜਾ ਮੁਸ਼ਕਿਲ ਹੈ ਇਹ ਚੀਜ਼। ਔਰ ਉਹ ਦਿਖਦਾ ਹੈ ਕਿ ਉਹ ਆਰਟੀਫਿਸ਼ੀਅਲ ਹੈ, ਬਿਕਾਜ਼ ਦ ਲਾਈਵ ਪਰਸਨ ਇਜ਼ ਨਾਟ ਇਨ ਫਰੰਟ ਆਫ ਯੂ। ਉਹ ਜਿਹੜਾ ਤਾਗਾ ਬਣਦਾ ਹੈ ਨਾ ਬਿਟਵੀਨ ਦ ਆਡੀਅੰਸ ਐਂਡ ਦ ਪਰਫਾਰਮਰ,
ਹਨਾ, ਇੱਕ ਦਰਸ਼ਕ ਔਰ ਕਲਾਕਾਰ ਦੇ ਵਿੱਚ ਉਸ ਧਾਗੇ ਵਾਸਤੇ ਆਈ ਥਿੰਕ ਮੇਰੀ ਪੂਰੀ ਜ਼ਿੰਦਗੀ ਨਿਛਾਵਰ ਹੈ। ਤੇ ਫਿਰ ਜਦ ਜਗ੍ਹਾ ਮਿਲੀ ਕਲਕੱਤੇ 'ਚ ਹਨਾ, ਔਰ ਤੁਸੀਂ 2002 'ਚ ਫਸਟ ਦ ਕ੍ਰੀਏਟਿਵ ਆਰਟਸ ਦ ਕ੍ਰੀਏਟਿਵ ਆਰਟਸ ਬਣਾਇਆ, ਜਿਹਦੇ ਵਿੱਚ ਤੁਸੀਂ ਸਪੈਸ਼ਲੀ ਵੂਮਨਸ ਨੂੰ ਹਾਂ ਨਹੀਂ ਉਦੋਂ ਬੱਚਿਆਂ ਨੂੰ ਔਰ ਐਡਲਟਸ ਨੂੰ ਓਕੇ there was no separate women Okay. thing ਤੇ ਸਾਡੇ ਕੋਲ ਸਟੂਡੈਂਟਸ ਹੈਗੇ ਆ from age 5 to 75 ਵਾਓ ਪੂਰੀ ਰੇਂਜ ਨੂੰ ਅਸੀਂ ਸਿਖਾਉਂਦੇ ਹਾਂ। ਵਾਓ ਸੋ ਨਿਖਿਲ ਫਿਰ ਮੈਂ ਦੇਖਿਆ ਕਿ ਥੀਏਟਰ ਕਿਸ ਤਰ੍ਹਾਂ ਸਿਰਫ ਥੀਏਟਰ ਨਹੀਂ ਹੈ, ਇਹ ਪੂਰੀ ਜ਼ਿੰਦਗੀ ਹੈ। ਸੋ ਬਹੁਤ ਜਲਦੀ ਮੇਰਾ ਜਿਹੜਾ ਥੀਏਟਰ ਟ੍ਰੇਨਿੰਗ ਸੀਗੀ ਨਾ, ਉਹ ਲਾਈਫ ਸਕਿੱਲ ਟ੍ਰੇਨਿੰਗ ਵੀ ਬਣਦੀ ਗਈ। ਓਕੇ ਸੋ ਥੀਏਟਰ ਐਜ਼ ਅ ਲਾਈਫ ਸਕਿੱਲ, ਥੀਏਟਰ ਫॉर ਲਾਈਫ ਮੈਂ ਕਰਵਾਉਣਾ ਸ਼ੁਰੂ ਕੀਤਾ ਕਿ ਥੀਏਟਰ ਸਕਿੱਲਸ ਦੇ ਅੰਡਰ ਐਕਟਿੰਗ, ਵੌਇਸ, ਐਕਸਪ੍ਰੈਸ਼ਨ, ਬਾਡੀ, ਰਿਦਮ, ਮਿਊਜ਼ਿਕ, ਡਾਂਸ, ਇਹ ਸਾਰੀ ਟ੍ਰੇਨਿੰਗ ਉਹਨਾਂ ਨੂੰ ਮਿਲ ਰਹੀ ਸੀ। ਬਿਲਕੁਲ ਔਰ ਜਿਹੜਾ ਦੂਜਾ ਐਸਪੈਕਟ ਸੀਗਾ ਉਸ ਸਿਲੇਬਸ ਦਾ, ਉਹ ਲਾਈਫ ਸਕਿੱਲਸ ਦਾ ਸੀਗਾ ਕਿ ਡਿਸਕਵਰ ਯੋਰਸੈਲਫ, confidence building, leadership qualities, presentation skills, communication skills between public, personal and social life, ਤੇ ਜਿੰਨੀਆਂ ਵੀ ਸਕਿੱਲਸ ਤੁਹਾਨੂੰ ਚਾਹੀਦੀਆਂ, ਰਿਲੇਸ਼ਨਸ਼ਿਪ ਬਿਲਡਿੰਗ, ਉਹ ਕਹਿੰਦੇ ਨੇ ਕਿ ਨਾਟਕ ਵਹੀ ਕਰ ਸਕਤਾ ਹੈ ਜਿਸਕਾ ਕੁਟੁੰਬ ਹੋ। ਕੁਟੁੰਬ ਮਾਨੇ ਫੈਮਿਲੀ। ਤੇ ਕਿਉਂ ਇਹ ਗੱਲ ਕਹਿੰਦੇ ਨੇ? ਕਿਉਂਕਿ ਨਾਟਕ ਇੱਕ ਬੜਾ ਸਿਲਸਿਲਾ ਹੈ, ਉਹਦੇ 'ਚ ਤੁਸੀਂ ਪਰਿਵਾਰ ਦੇ ਵਾਂਗ ਰਹੋਗੇ ਨਹੀਂ, ਪਰਿਵਾਰ ਦਾ ਕਿਸ ਤਰ੍ਹਾਂ ਆਦਾਨ ਪ੍ਰਦਾਨ ਹੈ, ਰਿਸ਼ਤੇ ਉਸ ਤਰ੍ਹਾਂ ਦੇ ਬਣਾਓਗੇ ਨਹੀਂ, ਤੇ ਤੁਸੀਂ ਨਾਟਕ ਨਹੀਂ ਕਰ ਸਕਦੇ। ਤੇ ਜੇ ਇਹ ਸੱਚ ਹੈ, ਇਹਦਾ ਮਤਲਬ ਨਾਟਕ ਤੁਹਾਨੂੰ ਸਿਖਾਉਂਦਾ ਹੈ ਕਿ ਰਿਸ਼ਤੇ ਕਿਸ ਤਰ੍ਹਾਂ ਬਣਾਉਣੇ ਨੇ, ਨਿਭਾਣੇ ਨੇ। ਸੋ ਇਟ ਟੀਚਿਸ ਯੂ ਸੋ ਮੈਨੀ ਸਕਿੱਲਸ ਅਬਾਊਟ ਲਾਈਫ। ਸੋ ਦੈਟ ਸਟਾਰਟਡ। ਫਿਰ 2011-12 ਵਿੱਚ ਮੈਂ ਆਲ ਵਿਮਨ ਥੀਏਟਰ ਗਰੁੱਪ ਬਣਾਇਆ। ਇੱਕ ਆਰਗੇਨਾਈਜੇਸ਼ਨ ਸੀ, ਉਹਦੇ ਮੈਂਬਰ ਮੇਰੇ ਕੋਲ ਆਏ, ਉਹਨਾਂ ਦੇ ਬੱਚੇ ਆਲਰੇਡੀ ਸਾਡੇ ਕੋਲ ਪੜ੍ਹਦੇ ਸੀ। ਸੋ ਕਹਿੰਦੇ ਕਿ ਮੈਮ ਵੀ ਵਾਂਟ ਟੂ ਮੇਕ ਆਲ ਵਿਮਨ ਥੀਏਟਰ ਗਰੁੱਪ। ਔਰ ਇਹ ਨਾਟਕ ਦੇ ਬੈਕਗਰਾਊਂਡ ਤੋਂ ਜਾਂ ਕਲਾ ਦੀ ਬੈਕਗਰਾਊਂਡ ਤੋਂ ਨਹੀਂ ਸੀਗੀਆਂ ਇਹ। ਸੋ ਉਹ ਸੀਗੀਆਂ ਹੋਮ ਮੇਕਰਸ, ਇੰਟੀਰੀਅਰ ਡਿਜ਼ਾਈਨਰ, ਟੀਚਰਸ, ਗ੍ਰਾਫਿਕ ਡਿਜ਼ਾਈਨਰਸ, ਆਰਕੀਟੈਕਟਸ, ਇਸ ਤਰ੍ਹਾਂ ਦੇ ਲੋਕ, ਡਾਕਟਰ, ਕਾਉਂਸਲਰਸ, ਇਹ ਸਾਰੇ ਅਲੱਗ-ਅਲੱਗ ਬੈਕਗਰਾਊਂਡ ਦੇ ਸੀਗੇ। ਔਰ ਮਿਡਲ ਕਲਾਸ, ਅਪਰ ਮਿਡਲ ਕਲਾਸ ਔਰ ਅਪਰ ਕਲਾਸ ਤੋਂ ਸੀਗੇ। ਸੋ ਮੈਂ 6 ਮਹੀਨੇ ਉਹਨਾਂ ਨੂੰ ਨਾ ਕਰਦੀ ਰਹੀ। ਹੁਣ ਕਲਾਕਾਰ ਹੁੰਦੇ ਹੋਏ ਮੈਂ ਉਹਨਾਂ ਨੂੰ ਜੱਜ ਕਰ ਰਹੀ ਸੀ। ਮੈਂ ਆਲਰੇਡੀ ਅੰਡਰ ਪ੍ਰਿਵਿਲੇਜਡ ਬੱਚਿਆਂ ਨਾਲ, ਟ੍ਰੈਫਿਕਡ ਵੂਮਨ ਨਾਲ, ਇਹਨਾਂ ਨਾਲ ਮੇਰਾ ਕੰਮ ਚੱਲ ਰਿਹਾ ਸੀ, ਪਰ ਇੱਕ ਉੱਚੇ ਤਬਕੇ ਦੀਆਂ ਔਰਤਾਂ ਨਾਲ ਨਹੀਂ ਸੀਗਾ। ਔਰ ਮੈਂ 6 ਮਹੀਨੇ ਬਾਅਦ, ਜਿਵੇਂ ਉਹ ਬੰਦਾ ਜਾਗਦਾ ਹੈ ਨਾ, ਮੈਂ ਸੋਚਿਆ ਕਿ ਮੈਂ ਇੱਕ ਕਲਾਕਾਰ ਹੋ ਕੇ ਮੈਂ ਕਿਸੇ ਨੂੰ ਜੱਜ ਕਰ ਰਹੀ ਹਾਂ ਕਿ ਬਈ ਨਹੀਂ, ਤੁਸੀਂ ਨਾਟਕ ਨਹੀਂ ਕਰ ਸਕਦੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਤੇ ਗੁੱਚੀ, ਪ੍ਰਾਡਾ ਪਾਉਂਦੇ ਹੋ, ਮੇਰਾ ਨਾਟਕ ਤੇ ਇੱਕਦਮ ਜ਼ਮੀਨ ਨਾਲ ਜੁੜਿਆ ਹੋਇਆ ਹੈ ਔਰ ਬਹੁਤ ਮਿਹਨਤ ਦਾ ਕੰਮ ਹੈ, ਤੁਸੀਂ ਨਹੀਂ ਕਰ ਸਕਦੇ। ਤੁਸੀਂ ਤੇ ਮੇਰੇ ਨਾਟਕ ਦੇਖੇ ਹੈ, ਤੁਸੀਂ ਨਹੀਂ ਕਰ ਸਕਦੇ। ਪਰ ਉਹ ਇੰਨਾ, ਉਹਨਾਂ ਦੇ ਅੰਦਰ ਕੋਈ ਦਰਦ, ਕੋਈ ਖੁਆਇਸ਼ ਛੁਪੀ ਹੋਈ ਸੀ ਕਿ ਉਹਨਾਂ ਨੇ ਗਿਵ ਅਪ ਨਹੀਂ ਕੀਤਾ। ਉਹ ਮੇਰੇ ਪਿੱਛੇ ਪੜੇ ਔਰ ਕਹਿੰਦੇ ਮੈਮ 6 ਮਹੀਨੇ ਅਸੀਂ ਟਰਾਈ ਕਰਾਂਗੇ, ਜੇ ਤੁਸੀਂ ਸਾਨੂੰ ਟੋਲਰੇਟ ਕਰ ਲਿਆ ਜਾਂ ਅਸੀਂ ਥੀਏਟਰ ਕਰ ਸਕੇ ਤੇ ਅਸੀਂ ਕੰਟੀਨਿਊ ਕਰਾਂਗੇ। ਨਿਖਿਲ, ਇਹ ਮੇਰੀ ਲਾਈਫ ਦੀ ਸਭ ਤੋਂ ਇੰਪੋਰਟੈਂਟ, ਮੇਰੀ ਜਰਨੀ ਦਾ ਇੱਕ ਪੜਾਅ ਹੈਗਾ, ਜਿਹਨੇ ਇਹ ਦੱਸਿਆ ਕਿ 21ਵੀਂ ਸ਼ਤਾਬਦੀ ਵਿੱਚ ਵੀ ਔਰਤ ਆਜ਼ਾਦ ਨਹੀਂ ਹੈ। ਔਰ ਜਿੰਨੇ ਤੁਸੀਂ ਉੱਪਰਲੇ ਤਬਕੇ ਜਾ ਰਹੇ ਹੋ, ਉਹਦੀ ਆਜ਼ਾਦੀ ਘਟਦੀ ਜਾਂਦੀ ਹੈ। ਕਿਉਂਕਿ ਇੱਕ ਉੱਚੇ ਘਰ ਦੀ ਨੂੰ ਲਿਪਸਟਿਕ ਲਗਾ ਕੇ ਪਾਰਟੀ ਵਿੱਚ ਜਾਏਗੀ ਔਰ ਕਹੇਗੀ ਸਭ ਕੁਝ ਠੀਕ ਹੈ, ਮੇਰਾ ਹਸਬੈਂਡ ਪਰਫੈਕਟ ਹੈ, ਮੈਂ ਪਰਫੈਕਟ ਹਾਂ, ਮੇਰੇ ਬੱਚੇ ਇਸ ਦੁਨੀਆ ਦੇ ਸਭ ਤੋਂ ਪਰਫੈਕਟ ਬੱਚੇ ਹੈ, ਮੇਰੀ ਫੈਮਿਲੀ ਪੂਰੀ ਪਰਫੈਕਟ ਹੈ। ਉਹ ਕਦੀ ਆਪਣਾ ਦਰਦ ਆਪਣੀ ਬੈਸਟ ਫਰੈਂਡ ਨੂੰ ਵੀ ਨਹੀਂ ਦੱਸੇਗੀ। ਇਹ ਚੀਜ਼ਾਂ ਮੇਰੇ ਸਾਹਮਣੇ ਆਈਆਂ ਔਰ ਸਾਰੇ ਹੈਰਾਨ ਹੋਣਗੇ ਔਰ ਸ਼ਾਇਦ ਮੰਨਣ ਵੀ ਨਾ ਕਿ ਇੰਨੇ ਉੱਚੇ ਤਬਕੇ ਵਿੱਚ ਡਾਊਰੀ, ਡੋਮੈਸਟਿਕ ਵਾਇਲੈਂਸ, ਫਿਜ਼ੀਕਲ, ਇਮੋਸ਼ਨਲ ਵਾਇਲੈਂਸ, ਜਿਹਦਾ ਕੋਈ ਸਾਰੋਕਾਰ ਹੀ ਨਹੀਂ ਹੈ, ਪਤਾ ਹੀ ਨਹੀਂ ਹੈ ਇਮੋਸ਼ਨਲ ਵਾਇਲੈਂਸ ਹੁੰਦੀ ਕੀ ਹੈ, ਹਰ ਵੇਲੇ ਦੇ ਤਾਨੇ ਮੇਨੇ, ਔਰ ਉਹ ਕਿਸ ਤਰ੍ਹਾਂ ਇਨਸਾਨ ਨੂੰ ਛੋਟਾ ਬਣਾਉਂਦੇ ਦਿੰਦੇ ਨੇ, ਬਣਾਉਂਦੇ ਜਾਂਦੇ ਨੇ। ਬਿਕੋਜ਼ ਤੁਸੀਂ ਐਡਜਸਟ ਕਰਨਾ ਹੈ, ਤੁਸੀਂ ਸ਼ਾਂਤੀ ਚਾਹੁੰਦੇ ਹੋ ਘਰ ਵਿੱਚ, ਕੋਰਾਮ ਨਹੀਂ ਚਾਹੁੰਦੇ ਹਰ ਵੇਲੇ, ਤੇ ਤੁਸੀਂ ਆਪਣੇ ਆਪ ਨੂੰ ਛੋਟਾ ਕਰਦੇ ਜਾਂਦੇ ਹੋ। ਇੱਕ ਕੁੜੀ ਜਿਹੜੀ ਪੜ੍ਹੀ ਲਿਖੀ, ਇੰਨੇ ਉਹਦੇ ਕੋਲ ਵਿਚਾਰ ਔਰ ਆਈਡੀਆਜ਼, ਉਹ ਆਪਣੇ ਆਪ ਨੂੰ
ਸੀਮਿਤ ਕਰਦੀ ਔਰ ਜਾਂਦੀ ਹੈ। ਹੁੰਦਾ ਕੀ ਹੈ ਨਾ ਕਿ ਜਦੋਂ ਪੇਰੈਂਟਸ ਦੇ ਘਰ ਜਾ ਕੇ ਵੀ ਗੱਲ ਕਰੀਦੀ, ਪੇਰੈਂਟਸ ਵੀ ਕਹਿੰਦੇ ਕਿ ਨਹੀਂ ਯਾਰ ਅਸੀਂ ਸੋਸਾਇਟੀ 'ਚ ਰਹਿਣਾ ਹੈ ਬਿਲਕੁਲ ਹਨਾ, ਬਿਲਕੁਲ ਤੂੰ ਸਾਰੇ ਨਹੀਂ ਕੁੜੀ ਨੂੰ ਕਹਿੰਦੇ ਨੇ ਐਡਜਸਟ ਕਰੋ ਬੇਟਾ, ਐਡਜਸਟ ਕਰੋ। ਉਹ ਐਡਜਸਟ ਵਾਲੀ ਜਿਹੜੀ ਹੈ। ਹੂੰ, ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਦੇਖਣ ਨੂੰ ਮਿਲੀਆਂ ਔਰ ਮੈਂ ਸ਼ੌਕਡ ਹੋ ਗਈ। ਹੂੰ, ਮੈਂ ਕਿਹਾ ਮੈਂ ਹਨੇਰੇ 'ਚ ਜੀ ਰਹੀ ਹਾਂ ਆਪਣੀ ਜ਼ਿੰਦਗੀ, ਕਿਉਂਕਿ ਮੇਰੇ ਮਾਪਿਆਂ ਨੇ ਸਾਨੂੰ ਆਜ਼ਾਦੀ ਦਿੱਤੀ ਤੇ ਮੈਨੂੰ ਬਿਲਕੁਲ। ਲੱਗਦਾ ਪੂਰੀ ਦੁਨੀਆ ਆਜ਼ਾਦ ਹੈ। ਹਾਂ ਮੈਨੂੰ ਪਤਾ ਹੀ ਨਹੀਂ ਕਿ ਮਾਏ ਨੇਬਰ ਔਰ ਉਹਦੀ ਨੇਬਰ ਕਿਹੜੇ ਦੁੱਖ ਚੋਂ ਨਿਕਲ ਸਹੀ ਰਹੇ ਗੱਲ ਨੇ। ਹੈ। ਸੋ ਅਸੀਂ ਪਹਿਲਾ ਪਲੇ ਕੀਤਾ ਬਾਵਰੇ ਮਨ ਕੇ ਸੁਪਨੇ। ਇਹ ਸੀਗਾ ਇੰਡੀਅਨ ਵਿਮਨ ਰਾਈਟਰਸ ਦੀਆਂ ਸ਼ਾਰਟ ਸਟੋਰੀਜ਼ ਤੋਂ ਲੈ ਕੇ ਕਹਾਣੀਆਂ ਜੋੜ ਕੇ ਉਹ ਪਲੇ ਸੀਗਾ। ਤੇ ਕੁਝ ਹਸਬੈਂਡਸ ਮੇਰੇ ਕੋਲ ਆਏ, ਉਹ ਕਹਿੰਦੇ ਤੁਸੀਂ ਹੁਣ ਸਾਡੀਆਂ ਵਾਈਫਸ ਨੂੰ ਇਹ ਸਭ ਸਿਖਾਓਗੇ, ਤੁਹਾਨੂੰ ਉਹਨਾਂ ਤੋਂ ਰੈਵੋਲੂਸ਼ਨ ਚਾਹੀਦੀ ਹੈ। ਹੂੰ, ਤੇ ਮੈਂ ਕਿਹਾ ਕੀ ਹੋਇਆ? ਕਹਿੰਦੇ ਇੰਨੇ ਨੈਗੇਟਿਵ ਸੀਗਾ। ਮੈਂ ਕਿਹਾ 12 ਸਟੋਰੀਜ਼ ਸੀਗੀਆਂ, ਉਹਦੇ 'ਚ 7 ਸਟੋਰੀਜ਼ ਬਹੁਤ ਹੀ ਪੋਜ਼ਿਟਿਵ ਔਰ ਪਿਆਰ ਵਾਲੀਆਂ ਸਟੋਰੀਜ਼ ਸੀਗੀਆਂ, 5 ਸਟੋਰੀਜ਼ ਨੈਗੇਟਿਵ ਸੀਗੀਆਂ। ਤੇ ਮੈਂ ਕਿਹਾ ਐਸਾ ਕੀ ਹੋਇਆ ਕਿ ਤੁਹਾਡਾ ਜ਼ਿਆਦਾ ਧਿਆਨ ਨੈਗੇਟਿਵ ਵੱਲ ਗਿਆ ਕਿ ਤੁਸੀਂ ਆਈਨਾ ਦੇਖ ਰਹੇ ਸੀ? ਇਹ ਗੱਲ ਇੱਕਦਮ ਸ਼ੋਅ ਤੋਂ ਬਾਅਦ ਹੋਈ। ਔਰ ਇਹ ਆਦਮੀ ਕੌਣ ਸਨ? ਸੋਸਾਇਟੀ ਦੇ ਜਾਣੇ ਪਹਿਚਾਨੇ ਮਾਨੇ ਹੋਏ ਲੋਕ, ਜਿਨ੍ਹਾਂ ਨੂੰ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ ਕਿ ਇੰਨੇ ਪੜ੍ਹੇ ਲਿਖੇ ਹੁੰਦਿਆਂ ਵੀ ਜਦੋਂ ਰਿਲੇਸ਼ਨਸ਼ਿਪ ਦੀ ਗੱਲ ਆਉਂਦੀ ਹੈ ਸੋਚ ਇੱਕਦਮ ਸੰਕੁਚਿਤ ਹੋ ਜਾਂਦੀ ਹੈ। ਸੋ ਮੈਨੂੰ ਇਹ ਲੱਗਦਾ ਨਿਖਿਲ ਕਿ ਇਹ ਜਿਹੜੀ ਜਰਨੀ ਹੈ, ਯਾਤਰਾ ਹੈ ਇੱਕ ਔਰਤ ਦੀ ਪੂਰਨ ਆਜ਼ਾਦੀ ਦਾ, ਇਹਨੂੰ ਹਾਲੇ 100 ਸਾਲ ਹੋਰ ਬਾਕੀ ਹੈ। ਮੈਂ ਵਿੱਚ ਚੀਜ਼ ਐਡ ਕਰਨਾ ਚਾਹੂੰਗਾ ਇਹਦੇ ਵਿੱਚ ਕਿ ਮੈਨੂੰ ਨਹੀਂ ਲੱਗਦਾ ਕਿ ਸੋਸਾਇਟੀ ਕਦੀ ਜਾਂ ਸੋ ਕੋਲਡ ਜੋ ਮੈਨ ਸੋਸਾਇਟੀ ਹੈ ਉਹ ਇਸ ਚੀਜ਼ ਨੂੰ ਹੋਣ ਦੇ, ਬਿਕੋਜ਼ ਉਹਨਾਂ ਨੂੰ ਅੰਦਰੋਂ ਬਹੁਤ ਡਰ ਹੋ ਗਿਆ ਹੁਣ। ਜਿਸ ਤਰ੍ਹਾਂ ਹੁਣ ਕੁੜੀਆਂ ਹਰ ਤਰਫ ਛਾ ਰਹੀਆਂ ਨੇ, ਹਰ ਤਰਫ ਕੰਮ ਬਿਲਕੁਲ। ਕਰ ਰਹੀਆਂ ਨੇ, ਘਰੋਂ ਬਾਹਰ ਜਾ ਰਹੀਆਂ ਨੇ, ਤੇ ਕਿਤੇ ਨਾ ਕਿਤੇ ਜਦ ਜਿਹੜੇ ਉਹ ਮਰਦ ਜਾਂ ਉਹ ਮੁੰਡੇ ਹਾਂ। ਜਿਨ੍ਹਾਂ ਨੂੰ ਇਹ ਲੱਗਦਾ ਕਿ ਕੁੜੀਆਂ ਤਾਂ ਸਿਰਫ ਘਰ ਲਈ ਬਣੀਆਂ ਨੇ, ਉਹ ਇਸ ਚੀਜ਼ ਨੂੰ ਨਾ ਬਹੁਤ ਦਬਾਉਣ ਦੀ ਕੋਸ਼ਿਸ਼ ਕਰਨਗੇ। ਬਹੁਤ ਬਹੁਤ ਕਰਦੇ ਹੈ। ਔਰਤਾਂ ਦੀ ਗੱਲ ਕਰ ਰਹੇ ਸੀ, ਹਾਂ, ਆਜ਼ਾਦੀ ਦੀ। ਤੁਸੀਂ yes, ਕਿਹਾ ਕਿ ਉਹ ਆਜ਼ਾਦੀ ਨਹੀਂ ਮਿਲੇਗੀ ਹਾਂ, ਕਿਉਂਕਿ ਮਰਦ ਜਾਤ ਨੂੰ ਬਹੁਤ ਡਰ ਹੈ ਕਿ ਹੋਰ ਕਿੰਨਾ ਸਾਡੇ ਤੋਂ ਛਿਨੋਗੇ। ਹਾਂ ਹੈਨਾ ਨਿਖਿਲ, ਆਈ ਫੀਲ ਕਿ ਕੀ ਹੋਇਆ ਕਿ 60s ਦੇ ਆਸ-ਪਾਸ ਜਦੋਂ ਇਹ ਵਿਮਨ ਰੈਵੋਲੂਸ਼ਨ ਜ਼ਿਆਦਾ ਸ਼ੁਰੂ ਹੋਈ ਪੂਰੀ ਦੁਨੀਆ ਵਿੱਚ, ਕਿ ਔਰਤਾਂ ਨੂੰ ਅਹਿਸਾਸ ਹੋਇਆ ਕਿ ਸਾਨੂੰ ਕੁਝ ਜ਼ਿਆਦਾ ਹੀ ਦਬਾਇਆ ਜਾ ਰਿਹਾ ਹੈ। ਇਨਫੈਕਟ ਐਜੂਕੇਸ਼ਨ ਨਹੀਂ ਸੀ, ਵੋਟਿੰਗ ਰਾਈਟਸ ਨਹੀਂ ਸੀਗੇ। ਈਵਨ ਯੂਰਪ ਵਰਗੀਆਂ ਕੰਟਰੀਜ਼ ਵਿੱਚ ਲਾਅ ਵਿੱਚ ਉਹਨਾਂ ਦੀ ਐਂਟਰੀ ਅਲਾਉਡ ਨਹੀਂ ਸੀ, ਔਰ ਇਸ ਤਰ੍ਹਾਂ ਦੇ ਕਿੰਨੇ ਕਾਰੋਬਾਰ ਹੈ ਜਿਹਦੇ 'ਚ ਐਂਟਰੀ ਅਲਾਉਡ ਨਹੀਂ ਸੀ। ਦ ਲਾਇਸੈਂਸ ਜਿਹੜਾ ਸਾਦਤ ਹਸਨ ਮੰਟੋ ਦਾ, ਮੇਰਾ ਔਰ ਨੀਲਮ ਮੈਮ ਦਾ ਲਾਸਟ ਪਲੇ, ਉਹਦੇ 'ਚੋਂ ਕਹਿੰਦੀ ਹੈ ਕਿ ਮੈਨੂੰ ਤਾਂਗਾ ਚਲਾਉਣ ਦਾ ਲਾਇਸੈਂਸ ਚਾਹੀਦਾ। ਉਹ ਕਹਿੰਦੇ ਤੂੰ ਤੇ ਕੁੜੀ ਹੈ, ਤੈਨੂੰ ਨਹੀਂ ਮਿਲ ਸਕਦਾ, ਤੂੰ ਜਾ ਕੇ ਬਾਜ਼ਾਰ ਵਿੱਚ ਪੈ ਜਾ, ਇੰਨੀ ਸੋਹਣੀ ਹੈ, ਬਹੁਤ ਪੈਸਾ ਕਮਾਏਂਗੀ। ਸੋ ਉਹਨੂੰ ਉਹ ਮਨਜ਼ੂਰ ਨਹੀਂ ਸੀ। ਸੋ ਮੌਂਟੋ ਦੀ ਸਟੋਰੀ ਉਹਦੇ ਉੱਪਰ ਹੈਗੀ ਹੈ। ਤੇ ਜਦੋਂ ਇਹ ਵਿਮਨ ਦਾ ਅਹਿਸਾਸ ਸ਼ੁਰੂ ਹੋਇਆ ਕਿ ਸਾਨੂੰ ਆਪਣੇ ਵਾਸਤੇ ਇੰਡੀਪੈਂਡੈਂਸ ਔਰ ਫਰੀडम ਚਾਹੀਦਾ ਹੈ, ਔਰ ਉਹਨਾਂ ਨੇ ਕਮਾਉਣਾ ਸ਼ੁਰੂ ਕੀਤਾ। ਸੋ ਆਈ ਫੀਲ ਕਿ ਵਿਮਨ ਇੱਥੋਂ ਲੈ ਕੇ ਇੱਥੇ ਤੱਕ ਗਈਆਂ, ਤੇ ਜਿਹੜੇ ਮੁੰਡੇ ਸੀ ਉਹ ਬਸ ਇੱਥੇ ਤੱਕ ਪਹੁੰਚੇ, ਔਰ ਫਿਰ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਸਾਡੇ ਤੋਂ ਵੀ ਅੱਗੇ ਜਾ ਰਹੀ ਹੈ। ਜੇ ਤੁਸੀਂ ਦੇਖੋ ਅੱਜ ਕੱਲ੍ਹ ਪੜ੍ਹਾਈ 'ਚ ਵੀ ਕੁੜੀਆਂ ਅੱਗੇ ਨੇ, ਜਿਹੜੀਆਂ ਪੈਸਾ ਕਮਾਉਣ ਨਿਕਲ ਜਾਂਦੇ ਆ ਉਹ ਉੱਥੇ ਵੀ ਬਹੁਤ ਅੱਛਾ ਕਰ ਰਹੇ ਹੈ। ਸੋ ਉਹ ਮੁੰਡੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਨ ਲੱਗ ਪਏ। ਔਰ ਮੇਰਾ ਇਹੀ ਕਹਿਣਾ ਹੋਏਗਾ, ਜੇ ਕੋਈ ਵੀ ਇਸ ਗੱਲ ਨੂੰ ਸੁਣ ਰਿਹਾ ਹੋਏਗਾ ਜਾਂ ਦੇਖ ਰਿਹਾ ਹੋਏਗਾ, ਕਿ ਹਰੇਕ ਵਿੱਚ ਆਪਣੀ ਕੁਆਲਿਟੀ ਹੈ। ਕਿਸੇ ਨੂੰ ਵੀ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਇਟਸ ਜਸਟ ਦੈਟ ਅਗਲੇ ਸਾਹਮਣੇ ਵਾਲੇ ਨੂੰ ਵੀ ਆਪਣੇ ਬਰਾਬਰ ਦਾ ਸਮਝੋ, ਫਿਰ ਦੇਖੋ ਜ਼ਿੰਦਗੀ ਕਿੰਨੀ ਖੂਬਸੂਰਤ ਹੁੰਦੀ ਹੈ। ਤੁਸੀਂ ਸਾਥੀ ਬਣੋ। ਤੁਸੀਂ ਕੰਪੇਅਰ ਕਰਨਾ ਹੀ ਕਿਉਂ ਹੈ? ਬਿਲਕੁਲ, ਕਿ ਮੇਰੇ ਤੋਂ ਸੁਪੀਰੀਅਰ ਹੈ ਜਾਂ ਮੇਰੇ ਤੋਂ ਘੱਟ ਹੈ ਜਾਂ ਮੇਰੇ ਤੋਂ ਇਹ ਹੈ। ਔਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਪੇਰੈਂਟਸ ਦਾ ਬਹੁਤ ਵੱਡਾ ਹੱਥ ਹੈ, ਜੋ ਬੱਚੇ ਇਸ ਤਰ੍ਹਾਂ ਦੀ ਚੀਜ਼ਾਂ ਸੋਚ ਰਹੇ ਨੇ। ਕਿ ਮੈਂ ਜੇ ਆਪਣੀ ਘਰ ਦੀ ਗੱਲ ਕਰਾਂ ਤੇ ਮੇਰੀ ਮੰਮੀ ਜੌਬ ਕਰਦੀ ਸੀ ਔਰ ਮੇਰੇ ਫਾਦਰ ਵੀ ਜੌਬ ਕਰਦੇ ਸੀਗੇ, ਹੈ ਨਾ। ਤੇ ਕਿਉਂਕਿ ਉਹਨਾਂ ਦੇ ਮੇਰੇ ਮੰਮੀ ਦੇ ਪੇਰੈਂਟਸ, ਮਤਲਬ ਕਿ ਮੇਰੇ ਨਾਨਾ ਨਾਨੀ, ਉਹਨੇ ਪੜ੍ਹੇ ਲਿਖੇ ਸੀਗੇ ਕਿ ਉਹਨਾਂ ਨੇ ਆਪਣੀ ਕੁੜੀ ਨੂੰ ਬਾਹਰ ਜਾਣ ਦਿੱਤਾ, ਉਹਨਾਂ ਨੇ ਨੌਕਰੀ ਕਰਨ ਦਿੱਤੀ।
ਹਨਾ, ਤਾਂ ਹੀ ਉਹ ਚੀਜ਼ਾਂ ਸਾਡੇ ਅੰਦਰ ਵੀ ਆਈਆਂ, ਬਿਲਕੁਲ। ਕਿਉਂਕਿ ਉਹ ਅੱਗੇ ਟਰੈਵਲ ਕਰਦੀਆਂ ਹੈ। ਜੇ ਇੱਕ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਸਮਾਜ ਨੂੰ ਬਦਲਣ ਦੀ, ਤਾਂ ਹੀ ਸਮਾਜ ਬਦਲਿਆ ਜਾਏਗਾ। ਬਿਲਕੁਲ। ਜੇ ਉਹੀ ਆਪਾਂ ਘੁੰਮ ਫਿਰ ਕੇ ਉਸੇ ਚੀਜ਼ 'ਤੇ ਆ ਜਾਵਾਂਗੇ, ਨਹੀਂ ਤੂੰ ਬਾਹਰ ਨਹੀਂ ਜਾਏਗੀ, ਤੂੰ ਅੰਦਰ ਰਹੇਗੀ, ਫਿਰ ਨਹੀਂ ਹੋਏਗਾ ਫਿਰ। ਬਿਲਕੁਲ। ਔਰ ਜੇ ਇੰਸੀਡੈਂਟ ਇਸ ਤਰ੍ਹਾਂ ਦੇ ਹੁੰਦੇ ਨੇ, ਜਿੱਦਾਂ ਕੋਈ ਲੋਕ ਕਹਿੰਦੇ ਜੀ ਕੁੜੀਆਂ ਸੇਫ ਨਹੀਂ ਹੈ, ਇਹ ਚੀਜ਼ ਨਹੀਂ ਹੈ, ਮੈਨੂੰ ਲੱਗਦਾ ਕਿ ਦੇਖੋ ਜਦ ਤੁਸੀਂ ਰੈਵੋਲੂਸ਼ਨ ਕਰਨ ਨਿਕਲਦੇ ਹੋ ਨਾ, ਇਹ ਪ੍ਰੋਬਲਮਸ ਤਾਂ ਆਉਂਦੀਆਂ, ਇਹ ਆਉਣਗੀਆਂ ਹੀ ਆਪਣੇ ਆਉਣਗੀਆਂ। ਵਾਸਤੇ ਖੜਾ ਹੋਣਾ ਆਉਣਾ ਚਾਹੀਦਾ ਹੈ। ਹੁਣ ਜਿਵੇਂ ਬਾਲੀਵੁੱਡ ਹੁਣ ਤਾਂ ਕਾਫੀ ਸਮਾਂ ਬਦਲ ਗਿਆ ਹੈ, ਮਤਲਬ ਕੋਈ ਵੀ ਵਾਰੀ ਸੋਚਦਾ ਹੈ ਕਿਸੇ ਕੁੜੀ ਨੂੰ ਯੈਸ, ਕੁਝ ਵੀ ਖਰਾਬ ਪ੍ਰਪੋਜ਼ਲ ਦੇਣ ਯੈਸ, ਬਾਰੇ, ਪਰ ਮੈਂ ਸ਼ੁਰੂ ਤੋਂ ਹੀ ਕਹਾਂਗੀ ਜੇ ਤੁਸੀਂ ਆਪਣੇ ਆਪ ਨੂੰ ਇੱਕ ਸਰਟਨ ਤਰੀਕੇ ਨਾਲ ਹੈਂਡਲ ਕਰਦੇ ਹੋ, ਕੋਈ ਤੁਹਾਡੇ ਨਾਲ ਕਦੀ, ਬਹੁਤ ਰੇਅਰ ਲੋਕੀ ਟਰਾਈ ਜ਼ਰੂਰ ਕਰਦੇ ਆ ਤੁਹਾਨੂੰ ਇੱਧਰ ਉੱਧਰ ਰਿਮਾਰਕ ਦੇਣਗੇ, ਯੈਸ, ਉਹਨਾਂ ਨੂੰ ਕੁਝ ਮਿੰਟਾਂ ਸਮਝ ਆ ਜਾਂਦਾ ਹੈ ਯੈਸ, ਕਿ ਤੁਸੀਂ ਉਸ ਜ਼ੋਨ ਵਿੱਚ ਹੋ ਕਿ ਨਹੀਂ, ਐਂਡ ਦੈਨ ਦੇ ਵਿਲ ਡੀਲ ਵਿਦ ਯੂ ਅਕੋਰਡਿੰਗਲੀ, ਦੇ ਵਿਲ ਨਾਟ ਯੈਸ, ਉਹ ਮਤਲਬ ਗਲਤ ਰਿਸਕ ਨਹੀਂ ਲੈਣਗੇ, ਨਹੀਂ ਲੈਣਗੇ, ਨਹੀਂ ਤੇ ਉਹਨਾਂ ਨੂੰ ਪਤਾ ਹੈ ਕਿ ਉਹ ਮਾਰੇ ਜਾਣਗੇ, ਕਿਉਂਕਿ ਉਹਨੂੰ ਪਤਾ ਕਿ ਅੱਗੇ ਵਾਲੀ ਕਿਹੜੀ ਚੀਜ਼ ਹੈ ਇਹ, ਬਿਲਕੁਲ ਹੈ ਨਾ, ਬਿਲਕੁਲ। ਇਹ ਚੀਜ਼। ਸੋ ਔਰ ਕੁੜੀਆਂ ਕੋਲ ਇੱਕ ਹੋਰ ਸੈਂਸ ਜ਼ਿਆਦਾ ਹੁੰਦੀਆਂ ਮੁੰਡਿਆਂ ਤੋਂ, ਕੁੜੀ ਨੂੰ ਬਹੁਤ ਜਲਦੀ ਸਮਝ ਆ ਜਾਂਦਾ ਹੈ ਕਿ ਬਿਲਕੁਲ ਮੁੰਡਾ ਕਿਹੜੇ ਟਰੈਕ ਤੇ ਜਾ ਰਿਹਾ ਹੈ। ਬਿਲਕੁਲ, ਇਹ ਮੁੰਡਿਆਂ ਨੂੰ ਨਹੀਂ ਸਮਝ ਆਉਂਦੀ, ਹਾਂ ਇਹ ਮੁੰਡੇ ਨੂੰ ਬਿਲਕੁਲ ਸਮਝ ਨਹੀਂ ਆ ਸਕਦੀ ਜ਼ਿੰਦਗੀ 'ਚ ਕਿ ਕੁੜੀ ਨੂੰ ਪਹਿਲੇ ਹੀ ਪਤਾ ਮੁੰਡਾ ਤੂੰ ਕਿੱਥੇ ਚੱਲਿਆ, ਬਿਲਕੁਲ, ਹੈ ਨਾ, ਕਿ ਕਿਹੜੀ ਤੂੰ ਕਹਾਣੀ ਕਿੱਥੋਂ ਘੁਮਾ ਰਿਹਾ ਹੈ, ਉਹ ਬਿਲਕੁਲ। ਸਭ ਪਤਾ ਮੈਨੂੰ। ਤੇ ਕੁੜੀਆਂ ਨੂੰ ਬੇਵਕੂਫ ਨਾ ਸਮਝੋ, ਮੈਂ ਸਾਰਿਆਂ ਨੂੰ ਇਹ ਕਹੂੰਗਾ, ਕੁੜੀਆਂ ਬਹੁਤ ਸਮਝਦਾਰ ਨੇ, ਲੇਕਿਨ ਕੁੜੀਆਂ ਵੀ ਥੋੜੀ ਜੀ ਐਂਡ ਥੋੜਾ ਆਈ ਫੀਲ ਕਿ ਸੈਲਫ ਡਿਫੈਂਸ ਸਿੱਖਣਾ ਚਾਹੀਦਾ ਹੈ। ਇੱਕ ਗੱਲ ਜਿਹੜੀ ਸਿਰਫ ਮੇਰੇ ਸਾਥੀਆਂ ਨੂੰ, ਮੇਰੇ ਸਕੂਲ ਦੇ ਕੋ ਐਜੂਕੇਸ਼ਨ ਸਕੂਲ ਸੀਗਾ, ਜਾਂ ਮੇਰੇ ਕਜ਼ਨ ਬ੍ਰਦਰਸ ਨੂੰ, ਜਾਂ ਜਿਨ੍ਹਾਂ ਨੂੰ ਮੇਰੇ ਤੋਂ ਮਾਰ ਪਈ ਉਹਨਾਂ ਨੂੰ ਪਤਾ ਕੀ ਹੈ ਤੁਸੀਂ ਕਰਾਟੇ ਵੀ ਸਿੱਖੇ? ਕਿ ਮੈਂ ਉਦੋਂ ਤਾਂ ਨਹੀਂ ਸਿੱਖੇ ਹੋਏ ਸੀ। ਹਾਂ, ਮੈਂ ਜਿਵੇਂ ਕਿਸੇ ਨੇ ਕਿਸੇ ਨੂੰ ਛੇੜਤਾ ਤੇ ਮੈਂ ਮੁੰਡਿਆਂ ਨੂੰ ਬਹੁਤ ਕੁੱਟਦੀ ਸੀ ਅੱਛਾ, ਪੂਰੀ ਲੇਕਿਨ ਉਮਰ। ਮੈਨੂੰ ਲੱਗਦਾ ਨਹੀਂ ਕਿ ਤੁਸੀਂ ਕੁੱਟ ਸਕਦੇ ਹੋ, ਮਤਲਬ ਕਿ ਤੁਹਾਨੂੰ ਦੇਖ ਕੇ ਲੱਗਦਾ ਨਹੀਂ ਕਿ ਤੁਸੀਂ ਹਾਂ ਕੁੱਟ ਹਾਂ, ਤੇ ਉਹ ਇੱਕ ਹੋਰ ਫਾਇਦੇ ਦੀ ਗੱਲ ਹੈ ਨਾ। ਹਾਂ, ਤੋ ਆਪਣੀ ਇੱਕ ਦੋਸਤ ਦੇ ਨਾਲ ਮਿਲ ਕੇ ਜੇ ਕਿਸੇ ਨੇ ਕਹਿਤਾ ਤੇ ਅਸੀਂ ਉਹਨੂੰ ਲੱਭਦੇ ਸੀ, ਜਦੋਂ ਇਕੱਲਾ ਹੁੰਦਾ ਸੀ ਫਿਰ ਅਸੀਂ ਉਹਨੂੰ ਇੰਨਾ ਕੁੱਟਦੇ ਸੀ ਕਿ ਉਹ ਦੁਬਾਰਾ ਕਦੀ ਕਿਸੇ ਨੂੰ ਛੇੜੇਗਾ ਨਹੀਂ। ਸੋ ਉਹ ਮੈਂ ਕਾਇਮ ਰੱਖਿਆ ਵਿਆਹ ਤੋਂ ਬਾਅਦ ਵੀ, ਅੱਛਾ, ਹੁਣੇ ਤੱਕ ਵੀ। ਜੇ ਮਤਲਬ ਸੜਕ ਤੇ ਜਾਂਦਾ ਕੋਈ ਮੋਢਾ ਮਾਰ ਗਿਆ ਤੇ ਮੇਰੇ ਹਸਬੈਂਡ ਮੇਰੇ ਨਾਲ ਜੋਕ ਕਰਦੇ ਆ, ਤੂੰ ਰਮਨ अपनी उम्र तो देखो। मैंने कहा उसने तो देखी नहीं मेरी उम्र, मतलब उसने तो लिहाज किया नहीं मेरी उम्र का, तो मैं कैसे कर लूं? ਉਹਨੂੰ ਕੀ ਪਤਾ ਵਿਚਾਰੇ ਨੂੰ ਤੁਸੀਂ हाँ, मैं तो पूरा निखिल इस तरह फड़ के टर्न करके, मतलब, और मैं अपने विमेन स्टूडेंट्स ਨੂੰ ਵੀ ਜਿਹੜੇ 20 30 40 50 60 70s ਵਿੱਚ ਹੈ, ਉਹਨਾਂ ਨੂੰ ਮੈਂ ਕਲਰੀ ਪਈਆ ਤੋਂ ਸਿਖਾਉਂਦੀ ਹਾਂ ਕਿ ਸੈਲਫ ਡਿਫੈਂਸ ਸਿੱਖਣਾ ਹੀ ਹੈ। ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਕਿ ਕੋਈ ਤੁਹਾਡਾ ਇਸ ਤਰ੍ਹਾਂ ਹੱਥ ਮਰੋੜ ਰਿਹਾ ਤਾਂ ਤੁਸੀਂ ਇਸ ਤਰ੍ਹਾਂ ਨਹੀਂ ਖਿੱਚਣਾ, ਤੁਸੀਂ ਇੱਥੋਂ ਉਹਦੀ ਐਲਬੋ ਇਸ ਤਰ੍ਹਾਂ ਘੁਮਾਓਗੇ। ਇਹ ਛੋਟੇ ਛੋਟੇ ਹੈ ਪੈਂਤਰੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਔਰ ਆਪਣੇ ਆਪ ਨੂੰ ਹੋਰ ਪ੍ਰੋਟੈਕਟਿਡ ਫੀਲ ਕਰ ਸਕਦੇ ਔਰ ਹੋ। ਮੈਨੂੰ ਨਾ ਉਹ ਮੁੰਡਿਆਂ ਤੇ ਬੜੀ ਹੱਸੀ ਆਉਂਦੀ ਹੈ ਕਿ ਜਿਹੜੇ ਜਾਂਦੂਈ ਕੁੜੀ ਨੂੰ ਮੋਢਾ ਮਾਰਤਾ ਜਾਂ ਇਦਾਂ ਹੱਥ, ਇਹਦੇ ਨਾਲ ਕੀ ਹੋ ਜਾਊਗਾ? ਮਤਲਬ ਕਿ ਤੂੰ ਕੀ ਅਚੀਵ ਕਰ ਲਿਆ ਜ਼ਿੰਦਗੀ 'ਚ? ਬਿਲਕੁਲ ਬਿਲਕੁਲ, ਹੈ ਨਾ, ਕਿ ਉਹ ਤੇਰੇ ਨਾਲ ਗੱਲ ਕਰ ਲੇਗੀ ਜਾਂ ਉਹਨੂੰ ਬਹੁਤ ਮਜ਼ਾ ਆਇਆ ਬਿਲਕੁਲ। ਕਿ ਉਹ ਬੋਲੇਗੀ ਅਰੇ ਵਾਹ आओ बैठ के चाय पीते हैं इस बात पे, तो लेकिन ਨਹੀਂ, ਇਹ ਨਾ ਬਹੁਤ ਵੱਡੀ ਚੀਜ਼ ਮੁੰਡਿਆਂ ਦੀ ਐਜੂਕੇਸ਼ਨ ਠੀਕ ਕਰਨ ਬਾਰੇ ਵੀ ਹੈ, ਔਰ ਹਰ ਘਰ ਨੂੰ ਇਹ ਐਜੂਕੇਸ਼ਨ ਸਹੀ ਦੇਣੀ ਪਏਗੀ ਤਾਂ ਅਸੀਂ ਕਿਤੇ ਅੱਛੀ ਸੁਸਾਇਟੀ ਵੱਲ ਜਾ ਸਕਾਂਗੇ। ਕਈ ਸੁਸਾਇਟੀਜ਼ ਤੁਸੀਂ ਦੇਖੋ ਪੂਰੀ ਦੁਨੀਆ ਵਿੱਚ ਬਹੁਤ ਸੇਫ ਹੈ, ਉੱਥੇ ਕੋਈ ਡੇਂਜਰ ਹੀ ਨਹੀਂ ਹੈ ਕੁੜੀਆਂ ਨੂੰ, ਕਿਉਂਕਿ ਮੁੰਡੇ ਕਦੀ ਵੀ ਤੁਹਾਨੂੰ ਇਸ ਤਰ੍ਹਾਂ ਗਲਤ ਨਜ਼ਰ ਨਾਲ ਨਹੀਂ ਦੇਖਣਗੇ ਜਦੋਂ ਤੱਕ ਕੋਈ ਤੁਹਾਡੀ ਸਹਿਮਤੀ ਨਹੀਂ ਹੋਏਗੀ। ਬਿਲਕੁਲ। ਹੁਣ ਮੈਂ ਇੱਕ ਵਾਰੀ ਮੈਂ ਗੁਹਾਟੀ ਸੀਗਾ ਜਾਂ ਦਾਰਜਲਿੰਗ ਦੀ ਗੱਲ ਹੈ, ਉੱਥੇ ਕੁੜੀਆਂ ਖੜੀਆਂ ਹੈ ਨਾ, ਤੇ ਸ਼ਾਰਟਸ ਦੇ ਵਿੱਚ ਸੀਗੀਆਂ ਉਹ ਕੁੜੀਆਂ, ਆਪਣਾ ਕੱਪੜੇ ਪਾਏ ਹੋਏ ਸੀਗੇ, ਤੇ ਉੱਥੇ ਦੇ ਮੁੰਡੇ ਉਹਨਾਂ ਨੂੰ ਨਹੀਂ ਦੇਖ ਰਹੇ ਸੀਗੇ। ਠੀਕ ਹੈ, ਮੈਂ ਇਕੱਲਾ ਹੀ ਪੰਜਾਬੀ ਸੀਗਾ ਉੱਥੇ, ਤੇ ਮੇਰੀ 2 ਵਾਰ ਗਰਦਨ ਗਈ ਉੱਥੇ। ਮੈਂ ਕਿਹਾ ਨਹੀਂ ਨਿਖਿਲ, ਉਹ ਦੇਖ ਨਹੀਂ ਦੇਖ ਰਹੇ ਨਾ, ਤੇ ਤੂੰ, ਕਿਉਂਕਿ ਉਹਨਾਂ ਵਾਸਤੇ ਉਹ ਬਹੁਤ ਨੈਚੁਰਲ ਜਿਹੀ ਗੱਲ ਹੈ ਨਾ। ਪਹਿਰਾਵਾ ਵੀ ਹਰ ਜਗ੍ਹਾ ਦਾ ਡਿਫਰੈਂਟ ਹੁੰਦਾ ਹੈ, ਵਾਟ ਯੂ ਯੂਜ਼ਡ ਟੂ, ਇਟਸ ਐਬਸੋਲੂਟਲੀ ਫਾਈਨ। ਤੋ ਹੁਣ ਕਈ ਲੋਕੀ ਨਾ ਕੁੜੀਆਂ ਨੂੰ ਇਸ ਤਰ੍ਹਾਂ ਦੇਖਦੇ ਜਿੱਦਾਂ ਸਿਗਰਟ ਪੀ ਰਹੀਆਂ ਹੁੰਦੀਆਂ ਕਈ ਵਾਰ ਰੋਡ ਤੇ ਖੜੀਆਂ, ਹੈ ਨਾ, ਜਾਂ ਕਿਤੇ ਵੀ ਖੜੀ ਪੀ ਰਹੀ ਹੈ, ਤੇ ਉਹ ਦੇਖਣਗੇ ਹੈ ਨਾ, ਅਰੇ ਲੜਕੀ ਸਿਗਰਟ पी रही है। मैं कहा क्या उस डब्बी पर लिखा है कि ये इस पे सिर्फ लड़के पी सकते हैं?
कहीं पे लिखा है कि लड़का ही पिएगा सिर्फ। मैं कहा Yeah. वो पी रही है भाई, उसकी अपनी जिंदगी है, Yeah. तुम उसको ऐसे क्यों देख रहे हो कि जैसे कोई पता नहीं क्या ही, हम्म, अरे वाह वो, लेकिन ये चीज जब तक नहीं जाएगी ना कि दोनों चीजें सबके लिए बराबर है। इन सब चीज़ों से लेके ਜਿਹੜੀਆਂ ਹੁਣ women ਮੇਰੇ ਕੋਲ ਆ ਥੀਏਟਰ ਕਰਦੇ ਆ, ਉਹਨਾਂ ਦੀ ਜਿਹੜੀ ਨੈਕਸਟ ਜਨਰੇਸ਼ਨ 20s ਵਿੱਚ ਵੀ ਗਈ ਹੈ, ਜਾਂ ਹੁਣੇ ਮੈਂ ਕਿਹਾ ਕਿ ਆਈ ਮੈਟ ਅ ਕਪਲ ਆਫ ਯੰਗ ਗਰਲਸ ਜਿਨ੍ਹਾਂ ਨੂੰ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਹੈ, ਯੂ نو ਕਿ ਨੌਕਰੀ ਕਰ ਰਹੀ ਹੈ, ਪਰ ਯੂ نو ਇਨ-ਲॉज ਵੀ ਨਾਖੁਸ਼ ਹੈ, ਹਸਬੈਂਡ ਤੇ ਬਹੁਤ ਹੀ ਨਾਖੁਸ਼ ਹੈ, ਕਿਉਂਕਿ ਨੌਕਰੀ ਕਰੇਗੀ ਤੇ ਉਹਦੇ ਹੱਥ 'ਚ ਕੁਝ ਪੈਸੇ ਆਣਗੇ, ਉਹਦੀ ਇੰਡੀਪੈਂਡੈਂਸ ਹੋਏਗੀ, ਉਹ ਹੁਣ ਹਰ ਵੇਲੇ ਤੁਹਾਡੇ ਤੋਂ ਪੈਸੇ ਨਹੀਂ ਮੰਗੇਗੀ ਬਿਲकुल। ਤੇ ਆਜ਼ਾਦ ਹੋ ਜਾਏਗੀ। ਸੋ ਬਹੁਤ ਹੀ ਨਾਖੁਸ਼ ਹੈ। ਤਾਂ ਮੈਨੂੰ ਲੱਗਦਾ ਸੀ ਕਿ ਸਾਡੇ ਤੋਂ ਨੈਕਸਟ ਜਨਰੇਸ਼ਨ ਤੱਕ ਇਹ ਚੇਂਜ ਹੋ ਜਾਏਗਾ, ਪਰ ਉਹ ਨਹੀਂ ਹੋਇਆ। ਸੋ ਮੈਂ ਯੂ نو ਕੁੜੀਆਂ ਨੂੰ, ਇੱਕ ਤਾਂ ਮੁੰਡਿਆਂ ਦੀ ਐਜੂਕੇਸ਼ਨ ਉਹਨਾਂ ਦੀ ਮਦਰਸ ਨੇ ਔਰ ਘਰਾਂ ਨੇ ਕਰਨੀ ਹੈ, ਔਰ ਉਹਨਾਂ ਨੂੰ ਮੈਂ ਕਹਾਂਗੀ ਮੁੰਡਿਆਂ ਨੂੰ ਕਿ ਆਪਣੇ ਆਪ ਨੂੰ ਛੋਟਾ ਨਾ ਮਹਿਸੂਸ ਕਰੋ, ਆਪਣੇ ਸਾਥੀ ਚੁਣੋ। ਤੁਸੀਂ ਸਾਥੀ ਉਹਨਾਂ ਨਾਲ ਹੱਥ ਮਿਲਾ ਕੇ ਅੱਗੇ ਜਾਓਗੇ, ਦੇਖੋ ਲਾਈਫ ਕਿੰਨੀ ਸੋਹਣੀ ਬਿਲਕੁਲ। ਔਰ ਕਿੰਨੀ ਅੱਗੇ ਜਾਏਗੀ Yes। ਜੇ ਤੁਸੀਂ ਆਪਣੀ ਵਾਈਫ ਨੂੰ, ਆਪਣੇ ਪਾਰਟਨਰ ਨੂੰ ਸਾਥੀ ਬਣਾਓਗੇ। ਔਰ ਕੁੜੀਆਂ ਨੂੰ ਮੈਂ ਇਹ ਕਹਾਂਗੀ ਕਿ ਕਦੀ ਵੀ ਆਪਣੀ ਲੜਾਈ ਰੋਕਣਾ ਨਾ, ਕਦੀ ਕਿਸੇ ਦੀ ਬੇਇੱਜ਼ਤੀ ਨਾ ਕਰਨਾ, ਉੱਚੀ ਆਵਾਜ਼ 'ਚ ਗੱਲ ਨਾ ਕਰੋ। ਇਹਨੂੰ ਮੈਂ ਕਹਿੰਦੀ ਹਾਂ ਪੋਲਾਈਟ ਐਂਡ ਫਰਮ, ਕਿ ਮੈਂ ਸਾਰਾ ਕੁਝ ਕਰਾਂਗੀ ਪਰ ਮੈਂ ਆਪਣਾ ਕੰਮ ਨਹੀਂ ਛੱਡਾਂਗੀ, ਮੈਂ ਤੁਹਾਡੀ ਪੂਰੀ ਸੇਵਾ ਕਰਾਂਗੀ ਪਰ ਮੈਂ ਕੰਮ ਤੇ ਜਾਵਾਂਗੀ। ਔਰ ਇਹ ਜੇ ਤੁਸੀਂ ਆਪਣੇ ਲਈ ਇਹ ਲੜਾਈ ਲੜ ਲਈ ਤੇ ਫਿਰ ਤੁਸੀਂ ਆਪਣੀਆਂ ਨੈਕਸਟ ਜਨਰੇਸ਼ਨਸ ਵਾਸਤੇ ਰਸਤਾ ਖੋਲ ਰਹੇ ਹੋ। ਔਰ ਮੈਂ ਉਹਨਾਂ ਨੂੰ ਇਹ ਵੀ ਕਹਿੰਦੀ ਹਾਂ, ਮੈਂ ਕਿਹਾ ਹੁਣ ਥੀਏਟਰ ਕਰਨ ਨੂੰ ਉਹਨਾਂ ਨੇ ਮਨਾ ਕਰਤਾ ਕਿ ਤੁਸੀਂ ਕਲੱਬ ਜਾਓ, ਸਕੁਐਸ਼ ਖੇਲੋ, ਗੋਲਫ ਖੇਲੋ, किट्टी पार्टी जाओ, लेकिन थिएटर नहीं कर सकते। क्यों? क्योंकि थिएटर एक आवाज़ है। अच्छे घर की बहू थिएटर कैसे कर सकती है? रेवोल्यूशनरी बना दोगे आप उनको। हाँ, तो उसी से वो डर रहे हैं। तो मैं क्या, ਤੁਸੀਂ ਉਹਨਾਂ ਨੂੰ ਇਹ ਕਹੋ ਕਿ ਮੈਂ ਸਾਰੇ ਕੁਝ ਨਿਭਾ ਰਹੀ ਹਾਂ, ਔਰ ਜੇ ਇੱਕ ਮੈਂ ਛੋਟੀ ਜੀ ਚੀਜ਼ ਆਪਣੇ ਵਾਸਤੇ ਕਰ ਰਹੀ ਹਾਂ, ਤੁਸੀਂ ਮੈਨੂੰ ਇਸ ਤੋਂ ਨਹੀਂ ਰੋਕ ਸਕਦੇ। ਐਂਡ ਆਈ ਸੈਡ ਇਫ ਯੂ ਲੀਵ ਯੋਰ ਜੌਬ, ਜੇ ਤੁਸੀਂ ਆਪਣੀ ਨੌਕਰੀ ਛੱਡਤੀ ਜਾਂ ਥੀਏਟਰ ਜਿਹੜਾ ਤੁਹਾਨੂੰ ਪਸੰਦ ਹੈ, ਕੋਈ ਕੰਮ ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਛੱਡਤਾ ਦੂਜਿਆਂ ਵਾਸਤੇ, ਤੁਸੀਂ ਉਹੀ ਚੀਜ਼ ਆਪਣੇ ਬੱਚਿਆਂ ਨੂੰ ਅੱਗੇ ਸਿਖਾ ਰਹੇ ਹੋ। ਤੁਹਾਡੇ ਜੇ ਮੁੰਡੇ ਹੈ ਉਹ ਸਿੱਖਣਗੇ ਕਿ ਹਾਂ ਕੁੜੀਆਂ ਨੂੰ ਤੇ ਛੱਡਣਾ ਹੀ ਚਾਹੀਦਾ ਹੈ, ਔਰ ਜੇ ਤੁਹਾਡੀਆਂ ਕੁੜੀਆਂ ਉਹ ਸਿੱਖਣਗੀਆਂ ਕਿ ਨਹੀਂ ਕੁੜੀ ਨੂੰ ਤੇ ਚੁੱਕਣਾ ਹੀ ਚਾਹੀਦਾ ਹੈ, ਤਾਂ ਹੀ ਪਰਿਵਾਰ ਵਿੱਚ ਸ਼ਾਂਤੀ ਆਏਗੀ। ਤੁਸੀਂ ਇਹ ਨਹੀਂ ਸਿਖਾ ਰਹੇ ਕਿ ਨਾਲ ਦੇ ਨਾਲ ਤੁਸੀਂ ਮਿਲ ਕੇ ਚੱਲ ਸਕਦੇ ਹੋ ਔਰ ਸ਼ਾਂਤੀ ਹੋ ਸਕਦੀ ਹੈ, ਦੋਨਾਂ ਦੀ ਬਰਾਬਰ ਇੱਜ਼ਤ ਹੋ ਸਕਦੀ ਹੈ ਘਰ ਵਿੱਚ। ਮੈਂ ਤਾਂ ਪੈਟਰਿਆਰਕੀ ਨੂੰ, ਨਿਖਿਲ ਇੱਥੇ ਤੱਕ ਮੈਂ ਇੱਕ ਕਵਿਤਾ ਵੀ ਲਿਖੀ ਸੀ, ਮੈਂ ਇੱਥੇ ਤੱਕ ਕੁਐਸਚਨ ਕਰਦੀ ਹਾਂ। ਬਹੁਤ ਸਾਰੇ ਦਰਸ਼ਕ ਇਹਨੂੰ ਪਾਗਲਪਨ ਵੀ ਕਹਿਣਗੇ, ਪਰ ਉਹ ਇਹ ਹੈ ਕਿ ਕਿਸ ਨੇ ਡਿਸਾਈਡ ਕੀਤਾ ਕਿ ਕੁੜੀ ਆਪਣਾ ਘਰ ਛੱਡ ਕੇ ਮਾਪਿਆਂ ਦਾ ਦੂਜੇ ਘਰ ਜਾਏਗੀ? ਇਹ ਕਿਹੜਾ ਉਹ ਪੈਟਰਿਆਰਕਲ ਬੰਦਾ ਸੀ ਜਾਂ ਸੋਸਾਇਟੀ ਸੀ ਜਿਹਨੇ ਡਿਸਾਈਡ ਕੀਤਾ ਕਿ ਕੁੜੀ ਆਪਣਾ ਘਰ ਛੱਡ ਕੇ ਮੁੰਡੇ ਦੇ ਘਰ ਜਾਏਗੀ? ਜੇ ਘਰ ਛੱਡਣਾ ਤਾਂ ਦੋਨੋਂ ਘਰ ਛੱਡੋ, ਆਪਣਾ ਨਵੀਂ ਜ਼ਿੰਦਗੀ ਬਿਤਾਓ। ਵੈਸੇ ਇਹ ਹੋਣਾ ਚਾਹੀਦਾ ਸੀਗਾ ਕਿ ਉਹ ਆਪਣਾ ਘਰ ਛੱਡੇ, ਉਹ ਆਪਣਾ ਘਰ ਛੱਡੇ ਐਂਡ ਯੂ ਗੋ ਟੂ ਅ ਨਿਊ ਹਾਊਸ। ਬਿਲਕੁਲ। ਹਾਂ, ਸੋ ਵਾਈ ਸ਼ੁੱਡ all the sacrifices be on a woman? ਕਿ ਤੂੰ ਕੱਲ ਤੋਂ ਤੇਰੇ ਜਿਹੜੇ ਬਚਪਨ ਦੇ ਦੋਸਤ ਹੈ, ਤੇਰੀ ਜਿਹੜੀ ਜ਼ਿੰਦਗੀ ਸੀ, ਤੇਰੇ ਜਿਹੜੇ ਮਾਪੇ ਹੈ, ਜੇ ਤੂੰ ਉਹਨਾਂ ਨੂੰ ਹੁਣ ਯਾਦ ਕਰ ਲਿਆ ਤਾਂ ਤੂੰ ਤਾਂ ਬਹੁਤ ਬੁਰੀ ਨੂੰ ਹੈ। ਤੈਨੂੰ ਜਿਸ ਚੀਜ਼ ਨੇ ਬਣਾਇਆ ਔਰ ਜਿਹਦੇ ਕਰਕੇ ਅਸੀਂ ਤੈਨੂੰ ਪਸੰਦ ਕੀਤਾ, ਜੇ ਉਹਦੀ ਥੋੜੀ ਜਿਹੀ ਵੀ ਮਹਿਕ ਆਈ ਤਾਂ ਤੂੰ ਬਹੁਤ ਬੁਰੀ ਹੈ। ਸੋ ਮੇਰਾ ਜਿਹੜਾ ਥੀਏਟਰ ਦੀ ਜਰਨੀ ਰਹੀ ਹੈ, ਨਹੀਂ ਲੇਕਿਨ ਇੱਕ ਪਿੰਡ ਹੈਗਾ ਆਈ ਥਿੰਕ ਕੋਈ ਹਿਮਾਚਲ ਪਤਾ ਨਹੀਂ ਕਿੱਥੇ ਹੈਗਾ, ਉੱਥੇ ਮੁੰਡਾ ਜਾਂਦਾ ਹੈ। ਹਾਂ, ਈਵਨ ਤੁਹਾਡੇ ਨਾਰਥ ਈਸਟ 'ਚ ਮਿਲਣਗੇ ਜਿੱਥੇ ਮੈਟਰੀਆਰਕਲ ਸੁਸਾਇਟੀਜ਼, ਜਿੱਥੇ ਵੀ ਮੈਟਰੀਆਰਕਲ ਸੁਸਾਇਟੀ ਹੈ, ਜਿੱਥੇ ਪ੍ਰਾਪਰਟੀ ਔਰ ਸਭ ਕੁਝ ਕੁੜੀਆਂ ਦੇ ਨਾਮ ਹੈ, ਔਰ ਜਿੱਥੇ ਕੁੜੀਆਂ ਜ਼ਿਆਦਾ ਕੰਮ ਕਰਦੀਆਂ ਉੱਥੇ ਮੁੰਡੇ ਜਾਂਦੇ ਹੈ। ਮੁੰਡੇ ਜਾਂਦੇ ਉਹ ਕਿੰਨਾ ਮੁਸ਼ਕਿਲ ਹੁੰਦਾ ਹੈਗਾ ਮੁੰਡੇ ਵਾਸਤੇ ਨਾ, ਕਿ ਕੁੜੀਆਂ ਵਾਸਤੇ ਤੇ ਨਹੀਂ ਹੁੰਦਾ। ਨਹੀਂ ਉਹਦੇ ਜੀਨਸ ਤਾਂ ਤਿਆਰ ਹੀ ਨਹੀਂ ਉਸ ਚੀਜ਼ ਲਈ। ਹੁਣ ਜੇ ਤੁਸੀਂ ਅੱਜ ਸਾਡੇ ਜੀਨਸ ਨਹੀਂ, ਜਿੱਥੇ ਮੈਟਰੀਆਰਕਲ ਸੁਸਾਇਟੀ ਹੈ ਨਾ ਉੱਥੇ ਮੈਂ ਨਾ ਉਹ ਡਿਜ਼ਾਈਨ ਨਹੀਂ ਉਸ ਤਰ੍ਹਾਂ ਹੀ, ਹਾਂ ਦੇ ਆਰ ਯੂਜ਼ਡ। ਲੇਕਿਨ ਸਾਡੇ ਇੱਥੇ ਕਰਕੇ ਦੇਖੋ ਤੁਸੀਂ, ਅੱਧਿਆਂ ਨੂੰ ਤਾਂ ਮੌਤ ਪੈ ਜਾਣੀ ਕਿ ਹਮ ਕਿਉਂ ਜਾਏ। ਬਿਲਕੁਲ ਇਹ ਚੀਜ਼।
ਹੁਣ ਥੋੜੀ So, ਜੀ ਆਪਾਂ ਗੱਲ ਕਰ ਲਈਏ ਦੀਪਾ ਮੈਮ ਬਾਰੇ, ਹਾਂ ਮਤਲਬ ਕਿ ਬਿਕੋਜ਼ ਮੈਨੂੰ ਇਹ ਲੱਗਦਾ ਕਿ ਬਹੁਤ ਘੱਟ ਲੋਕੀ ਮਿਲਦੇ ਨੇ ਜਿਨ੍ਹਾਂ ਨੇ ਦੀਪਾ ਮੈਮ ਨਾਲ ਕੰਮ ਕੀਤਾ ਹੈ ਨਾ, ਔਰ ਉਹ ਨੈਕਸਟ ਲੈਵਲ ਹੈ। ਮਤਲਬ ਕਿ ਤੁਹਾਡਾ ਕੀ ਐਕਸਪੀਰੀਅੰਸ ਸੀਗਾ? ਸੋ ਮੈਂ ਬੜੀ ਫੋਰਚੂਨੇਟ ਆ ਤੇ ਕਿ ਇੱਕ ਸੌਰੀ, ਫਸਟ ਟਾਈਮ ਕਿੱਦਾਂ ਕਾਲ ਆਇਆ ਜਾਂ ਕਿਸ ਤਰ੍ਹਾਂ ਤੁਸੀਂ ਮਿਲੇ? ਹਾਂ ਉੱਥੇ ਹੀ ਮੈਂ ਸ਼ੁਰੂ ਕਰ ਰਹੀ ਹਾਂ ਕਿ ਮੈਂ ਬਹੁਤ ਹੀ ਕਿਸਮਤ ਵਾਲੀ ਹਾਂ ਕਿ ਨੀਲਮ ਮਾਨ ਸਿੰਘ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਬਹੁਤ ਹੀ ਸੀਰੀਅਸ ਇਨ ਡੈਪਥ ਥੀਏਟਰ, ਅਸੀਂ ਥੀਏਟਰ ਆਫ ਇਮੇਜਰੀ ਕ੍ਰੀਏਟ ਕੀਤਾ, ਜਿਹਦੇ 'ਚ ਫਿਜ਼ੀਕਲ ਥੀਏਟਰ ਔਰ ਵਿਜ਼ੂਅਲ ਇਮੇਜਰੀ ਕਿਸ ਤਰ੍ਹਾਂ ਇਮੋਸ਼ਨਸ ਦੀ ਬਣਦੀ ਹੈ ਉਹ ਹੋਈ। ਔਰ ਦੀਪਾ ਮਹਿਤਾ ਔਰ ਨੀਲਮ ਮਾਨ ਸਿੰਘ ਜੀ ਬਚਪਨ ਦੇ ਦੋਸਤ ਹੈ ਅੱਛਾ। ਅੰਮ੍ਰਿਤਸਰ ਤੋਂ। ਸੋ ਦੀਪਾ ਮੈਮ ਨੇ ਮੈਨੂੰ ਬਚਪਨ ਤੋਂ ਐਕਟਿੰਗ ਕਰਦਿਆਂ ਦੇਖਿਆ। ਨਾਗ ਮੰਡਲਾ ਸਾਡਾ ਇੱਕ ਪਲੇ ਸੀਗਾ ਜਿਹੜਾ ਦੀਪਾ ਮੈਮ ਦਾ ਬਹੁਤ ਫੇਵਰੇਟ ਪਲੇ ਹੈ, ਅਤੇ ਉਹ ਵੀ ਉਹਨਾਂ ਨੇ ਦੇਖਿਆ। ਫਾਇਰ ਜਦੋਂ ਬਣ ਰਹੀ ਸੀ ਸ਼ਾਇਦ ਮੈਨੂੰ ਹੋਰ ਵੱਡਾ ਰੋਲ ਮਿਲ ਜਾਂਦਾ, ਪਰ ਉਸ ਵੇਲੇ 1996 ਵਿੱਚ ਮੇਰਾ ਵਿਆਹ ਹੋ ਰਿਹਾ ਸੀ ਔਰ ਇਟਸ ਅ ਮੂਵੀ ਅਬਾਊਟ ਅ ਲੈਸਬੀਅਨ ਰਿਲੇਸ਼ਨਸ਼ਿਪ। ਔਰ ਕਿੰਨਾ ਟਾਈਮ ਤੋਂ ਅੱਗੇ ਸੀ? 90 ਹਾਂ, ਇਟ ਵਾਸ ਮਚ ਉਸ ਵੇਲੇ ਸੋਚਣਾ ਵੀ ਉਸ ਟੌਪਿਕ ਬਾਰੇ। ਬਿਲਕੁਲ। ਤੇ ਉਹਨਾਂ ਨੇ ਮੇਰੀ ਸ਼ਾਦੀ ਨੂੰ 4 ਦਿਨ ਰਹਿ ਗਏ ਸੀ, ਉਹਨਾਂ ਦਾ ਫੋਨ ਆਇਆ ਕਿ ਇੱਕ ਰੋਲ ਬਾਕੀ ਹੈ। ਜਦੋਂ ਸ਼ਬਾਨਾ ਆਜ਼ਮੀ ਦਾ ਕੈਰੈਕਟਰ 10 ਸਾਲ ਦੀ ਉਮਰ ਦਾ ਹੈ, ਉਹਦੀ ਜਿਹੜੀ 30 ਸਾਲ ਦੀ ਮਾਂ ਹੈ ਉਹਦੇ ਨਾਲ ਕੁਝ ਸੀਨਸ ਹੈਗੇ ਆ, ਐਂਡ ਇਟਸ ਐਂਡ ਵਿੱਚ ਵੀ ਉਹ ਆਪਣੇ ਮਾਂ ਬਾਰੇ ਸੋਚਦੀ ਹੈ ਅਤੇ ਮਾਂ ਉਹਨੂੰ ਕਹਿ ਰਹੀ ਹੈ ਕਿ ਲਾਈਫ ਇਜ਼ ਵੈਰੀ ਬਿਗ, ਯੂ ਨੋ, ਥਿੰਕ ਹੈਵ ਅ ਬਿਗਰ ਵਿਜ਼ਨ ਆਫ ਲਾਈਫ। ਸੋ ਉਹਦਾ ਟਰਨਿੰਗ ਪੁਆਇੰਟ ਬਣਦਾ। ਸੋ ਉਹ ਕਹਿੰਦੇ ਕਿ ਆ ਜਾ, ਇੱਕ ਦਿਨ ਦਾ ਸ਼ੂਟ ਹੈ, 3-4 ਸੀਨ ਹੈ ਐਂਡ ਕਰਕੇ ਤੂੰ ਵਾਪਸ ਚਲੀ ਜਾਈਂ। ਸੋ ਵਿਆਹ ਨੂੰ 4 ਦਿਨ ਰਹਿੰਦੇ ਸੀ, ਮੈਂ ਦਿੱਲੀ ਗਈ, ਸ਼ੂਟਿੰਗ ਕੀਤੀ ਫਾਇਰ ਵਾਸਤੇ ਔਰ ਫਿਰ ਵਾਪਸ ਆਈ, ਵਿਆਹ ਹੋਇਆ। ਅਤੇ ਉਸ ਤੋਂ ਬਾਅਦ ਨਾਗਮੰਡਲਾ 'ਤੇ ਬੇਸਡ ਉਹਨਾਂ ਨੇ ਬਣਾਈ ਵਿਦੇਸ਼ ਹੈਵਨ ਔਨ ਅਰਥ, ਜਿਹਦੇ 'ਚ ਪ੍ਰੀਤੀ ਦਾ ਮੇਨ ਰੋਲ ਹੈ, ਵੰਸ਼ ਭਾਰਦਵਾਜ ਜਿਹੜਾ ਮੇਰਾ ਕੋ ਐਕਟਰ ਹੈ ਉਹ ਉਹਨਾਂ ਦਾ ਹਸਬੈਂਡ ਪਲੇ ਕਰ ਰਿਹਾ। ਅਤੇ ਆਈ ਪਲੇ ਮੈਂ ਪ੍ਰੀਤੀ ਜ਼ਿੰਟਾ ਦੀ ਸਿਸਟਰ ਇਨ ਲਾਅ ਦਾ ਰੋਲ ਪਲੇ ਕੀਤਾ। ਔਰ ਮੈਨੂੰ ਯਾਦ ਹੈ ਮੈਂ ਅੱਜ ਵੀ ਜਲੰਧਰ ਮੈਂ ਥੀਏਟਰ ਸਰਵ ਮਲਟੀਪਲੈਕਸ 'ਚੋਂ ਮੂਵੀ ਦੇਖੀ ਸੀ। ਰੀਅਲੀ? ਓ ਅੱਛਾ ਅੱਛਾ। ਜਿਹਦੇ 'ਚੋਂ ਸੱਪ ਦਾ ਕਰੈਕਟਰ ਉਹੀ ਵਾਲੀ ਹੈ ਨਾ? ਬਿਲਕੁਲ ਬਿਲਕੁਲ। ਔਰ ਮੈਂ ਉਹ ਸਿਸਟਰ ਬਣਦੀ ਮੈਂ ਸਮਝ ਗਿਆ। ਹਾਂ। ਅਤੇ ਉਹ 2008 ਵਿੱਚ ਆਈ ਥਿੰਕ ਅਸੀਂ ਸ਼ੂਟਿੰਗ ਕਰਨ ਗਏ ਸੀ ਕੈਨੇਡਾ। ਸਨੋ ਪਈ ਹੋਈ ਸੀ ਮਿਸੀਸੌਗਾ ਵਿੱਚ, ਔਰ ਟੋਰਾਂਟੋ ਅਸੀਂ ਇੱਕ ਹੋਟਲ ਵਿੱਚ ਰਹਿ ਰਹੇ ਸਾਂ। ਇਟ ਵਾਜ਼ ਸਚ ਐਨ ਇੰਟੈਂਸ ਐਕਸਪੀਰੀਅੰਸ ਐਂਡ ਆਈ ਫੀਲ ਕਿ ਮੈਂ ਬਹੁਤ ਬਹੁਤ ਕਿਸਮਤ ਵਾਲੀ ਹਾਂ ਕਿ ਨਾਟਕ ਵਿੱਚ ਮੈਨੂੰ ਨੀਲਮ ਜੀ ਨਾਲ ਕੰਮ ਕਰਨ ਦਾ ਦ ਡਿਸਿਪਲਿਨ, ਦ ਇੰਟੈਂਸਿਟੀ, ਔਰ ਓਨਾ ਹੀ ਇਕੁਅਲ ਇੰਟੈਂਸਿਟੀ ਵਾਲਾ ਮੈਨੂੰ ਫਿਲਮ ਦੀ ਦੁਨੀਆ ਮਿਲੀ, ਜਿਹਦੇ ਵਿੱਚ ਦੀਪਾ ਮਹਿਤਾ ਦਾ ਵਿਜ਼ਨ, ਉਹਨਾਂ ਦਾ ਡਿਸਿਪਲਿਨ, ਉਹਨਾਂ ਦੀ ਕਲੈਰਿਟੀ ਆਫ ਥਾਟ, and what I learned as a young person on so many levels of structure, of compositions, of planning how the scenes will pan out. And I mean, I had a couple of intimate scenes also that was shot but not kept in the film finally. So ਉਹ ਵੀ ਇੱਕ ਐਕਸਪੀਰੀਅੰਸ ਸੀਗਾ, ਪਰ ਕਿਉਂਕਿ ਉਹ ਦੀਪਾ ਮਹਿਤਾ ਸੀਗੇ ਮੈਂ ਕਰ ਵੀ ਪਾਈ, ਮੈਨੂੰ ਪਤਾ ਵੀ ਨਹੀਂ ਲੱਗਾ। ਐਂਡ ਵੀ ਯੂਜ਼ਡ ਟੂ ਲਾਫ ਅ ਲੋਟ ਅਬਾਊਟ ਇਟ ਲੇਟਰ, ਯੂ ਨੋ। ਬੱਚੇ ਵੀ ਸੀਗੇ ਸਾਡੇ ਛੋਟੇ, ਮਤਲਬ ਹਸਬੈਂਡ ਵਾਈਫ ਦੇ ਛੋਟੇ ਬੱਚੇ ਸੀਗੇ, ਅਤੇ ਉਹਨਾਂ ਨੇ ਵੀ ਮਜ਼ਾਕ ਕਰੀ ਜਾਣਾ ਸਾਡੇ ਨਾਲ। ਸੋ ਬਹੁਤ ਹੀ ਪਿਆਰਾ। ਐਂਡ ਹਾਂ, ਹਾਊ ਟੂ ਅਗੇਨ ਕ੍ਰੀਏਟ ਅ ਫੈਮਿਲੀ, ਉਹ ਵੀ ਦੇਖਿਆ ਵੀ ਕਿਸ ਤਰ੍ਹਾਂ ਸਾਰਿਆਂ ਨੂੰ ਇਕੱਠਾ ਹੀ ਲੈ ਕੇ ਚੱਲਣਾ ਹੈ। ਐਂਡ ਦੈਨ ਆਈ ਡਿਡ ਅਨੈਟਮੀ ਆਫ ਵਾਇਲੈਂਸ ਵਿਦ ਹਰ, ਜਿਹੜੀ ਨਿਰਭਿਆ ਕੇਸ 'ਤੇ ਸੀਗੀ। ਉਹ ਤਾਂ ਪੂਰੀ ਇੱਥੇ ਨੀਲਮ ਜੀ ਨਾਲ ਮਿਲ ਕੇ ਵਰਕਸ਼ਾਪ ਸਟਾਈਲ ਵਿੱਚ ਹੋਈ। ਉਸ ਤੋਂ ਬਾਅਦ ਬੜਾ ਇੰਟੈਂਸ ਐਕਸਪੀਰੀਅੰਸ ਸੀਗਾ ਮੇਰਾ ਸਮੀਰ ਮਹਾਨੋਵਿਕ ਦੇ ਨਾਲ, ਮਾਊਥ ਆਫ ਹੈਲ। ਵੀ ਮੇਰੀ ਸਿਸਟਰ ਔਰ ਮੈਂ ਦੋਨੋਂ ਸੀਗੇ ਉਹਦੇ ਵਿੱਚ। ਵੀ ਸ਼ਾਟ ਇਟ ਝਰੀਆ ਵਿੱਚ, ਜਿਹੜਾ ਬਰਨਿੰਗ ਕੋਲ ਮਾਈਨਸ ਹੈ। ਸੋ ਇੱਕ ਹਫ਼ਤਾ ਅਸੀਂ ਉਹ ਕੋਇਲੇ ਦੇ ਜਲਦੇ ਪਹਾੜਾਂ ਵਿੱਚ ਸ਼ੂਟਿੰਗ ਕੀਤੀ ਕਿ ਮਤਲਬ ਤੁਸੀਂ ਜੇ ਹਲਕਾ ਜਿਹਾ ਪੈਰ ਇੱਧਰ ਰੱਖ ਦੋਗੇ ਤਾਂ ਤੁਸੀਂ ਗਿਰ ਵੀ ਸਕਦੇ ਹੋ, ਬਰਨ ਵੀ ਹੋ ਸਕਦੇ ਹੋ। ਸੋ ਉਹ ਪੂਰੇ ਕੋਇਲੇ ਦੇ ਪਹਾੜ ਹੈਗੇ ਆ। ਸੋ
that was a very intense experience again. So mere ਇਸ ਤਰ੍ਹਾਂ ਦੇ ਬੜੇ different ਜੇ again you know the film journey has also been very intense. ਤੇ ਕਦੀ ਸੋਚਿਆ ਨਹੀਂ ਕਿ ਮੈਂ ਕਮਰਸ਼ੀਅਲ ਸਿਨੇਮਾ ਜ਼ਿਆਦਾ ਕਰਾਂ ਜਾਂ ਕੁਝ ਕਰਾਂ? ਕਿਉਂਕਿ ਮੈਂ ਬੰਬੇ ਗਈ ਨਹੀਂ ਤਾਂ ਕਮਰਸ਼ੀਅਲ ਸਿਨੇਮਾ ਦਾ ਸਿਲਸਿਲਾ ਸ਼ੁਰੂ ਹੋਇਆ ਨਹੀਂ ਔਰ ਥੀਏਟਰ ਵਿੱਚ ਇੰਨੀ ਕੰਟਰੀਬਿਊਸ਼ਨ ਔਰ ਇੰਨਾ ਕਮਿਊਨਿਟੀ ਬਿਲਡਿੰਗ ਐਂਡ ਗਿਵਿੰਗ ਇਟ ਟੂ ਐਡਲਟਸ ਐਂਡ ਉਹ ਪੂਰਾ ਉਹਨੇ ਮੈਨੂੰ ਸੋਕ ਕਰ ਲਿਆ। ਪਰ ਹੁਣੇ ਰੀਸੈਂਟਲੀ ਆਈ ਡਿਡ ਮੈਚ ਫਿਕਸਿੰਗ 2025 ਚ ਕੇਦਾਰ ਗਾਇਕਵਾੜ ਨਾਲ। ਉਹ ਕਰਨਲ ਪੁਰੋਹਿਤ ਦਾ ਪੁਲਵਾਮਾ ਅਟੈਕ ਦੇ ਉੱਪਰ ਹੈਗੀ ਹੈ, ਕਰਨਲ ਕਟਾਨਾ ਦੀ ਬੁੱਕ ਹੈਗੀ ਹੈ ਉਸ 'ਤੇ ਮੈਂ ਕਿਹਾ ਟਰੂ ਲਾਈਫ ਸਟੋਰੀ ਹੈ, ਇੰਟਰਸਟਿੰਗ ਹੈ ਐਂਡ ਆਈ ਪਲੇ ਅ ਟੈਰਰਿਸਟ। ਇਟਸ ਅ ਸਮਾਲ ਕੈਮਿਓ ਬਟ ਆਈ ਥਿੰਕ ਇੰਪੋਰਟੈਂਟ ਹੈਗਾ ਕਿਉਂਕਿ ਉਹ ਸਟੋਰੀ ਨੂੰ ਟਰਨ ਕਰਦਾ ਹੈਗਾ। ਤਾਂ ਮਜ਼ਾ ਆਇਆ ਬਿਕੋਜ਼ ਅਗੇਨ ਟੀਮ ਬਹੁਤ ਅੱਛੀ ਸੀ, ਡਾਇਰੈਕਟਰ ਅਗੇਨ ਵਿਦ ਅ ਲੋਟ ਆਫ ਕਲੈਰਿਟੀ ਆਫ ਥਾਟ ਐਂਡ ਲੋਟ ਆਫ ਫੇਥ ਇਨ ਮੀ ਐਜ਼ ਐਨ ਐਕਟਰ। ਉਹ ਬਹੁਤ ਫਰਕ ਪੈਂਦਾ ਹੈ। ਸੋ ਅਗੇਨ ਐਂਡ ਵੀ ਸ਼ਾਟ ਇਨ ਪਹਿਲਗਾਮ, ਇੰਨੀ ਸਨੋ ਪੈ ਰਹੀ ਸੀ ਨਿਖਿਲ, -13 ਡਿਗਰੀ ਐਂਡ ਵੀ ਵਰ ਡੀਪ ਇਨ ਦ ਸਨੋ, ਪਰ ਉਹਨਾਂ ਨੇ ਸ਼ੂਟਿੰਗ ਨਹੀਂ ਰੋਕੀ। ਸੋ ਐਂਡ ਇਟ ਇਜ਼ ਸੋ ਬਿਊਟੀਫੁਲ ਜਿਸ ਤਰ੍ਹਾਂ ਉੱਥੇ ਦੇ ਲੋਕ ਰਹਿੰਦੇ ਨੇ। ਤੁਹਾਨੂੰ ਪੂਰੇ ਘਰ 'ਚ ਸਿਰਫ ਕਾਰਪੇਟ ਦਿਖੇਗਾ ਹਰ ਕਮਰੇ 'ਚ ਐਂਡ ਨਾਟ ਅ ਸਿੰਗਲ ਥਿੰਗ ਔਨ ਦ ਵਾਲ ਐਂਡ ਨਥਿੰਗ ਇਨ ਦ ਹਾਊਸ। ਕਿਚਨ ਤੁਹਾਡੀ ਇੱਕਦਮ ਸਜੀ ਹੋਈ ਬਰਤਨਾਂ ਦੀ ਇੰਸਟੋਲੇਸ਼ਨ ਵਾਂਗ ਦਿਖੇਗੀ। ਇਟਸ ਅ ਵੈਰੀ ਡਿਫਰੈਂਟ ਲਾਈਫ ਦੈਟ ਦੇ ਲੀਡ। ਸੋ ਪਹਿਲਗਾਮ ਵਿੱਚ ਮੈਂ ਜਿਵੇਂ ਦੱਸਿਆ ਕਿ ਲੋਕਾਂ ਦੇ ਘਰ ਜੇ ਤੁਸੀਂ ਜਾਓ ਸਿਰਫ ਕਾਰਪੇਟਸ ਵਿਛੇ ਹੋਏ ਆ ਹਰ ਕਮਰੇ 'ਚ, ਦੀਵਾਰ ਦੇ ਉੱਪਰ ਕੋਈ ਡੈਕੋਰੇਸ਼ਨ ਨਹੀਂ ਹੈ, ਕੋਈ ਚੀਜ਼ ਨਹੀਂ ਹੈ ਕਮਰਿਆਂ 'ਚ, ਅਤੇ ਕਿਚਨ ਦੇ ਅੰਦਰ ਇਸ ਤਰ੍ਹਾਂ ਪੂਰੇ ਬਰਤਨ ਸਜੇ ਹੋਏ ਜਿਵੇਂ ਕੋਈ ਇੰਸਟੋਲੇਸ਼ਨ ਆਰਟ ਹੋਏ। ਅਤੇ ਲੋਕੀ ਉੱਥਾਂ ਦੇ ਇੰਨੇ ਸਿੰਪਲ, ਈਵਨ ਬੱਚੇ, ਅਸੀਂ ਉਹਨਾਂ ਨਾਲ ਖੇਲਣਾ ਬੈਠਣਾ, ਠੰਡ ਇੰਨੀ ਕਿ ਕੁੜਕੀ ਜੰਮੀ ਹੋਈ ਸੀ। ਅਤੇ ਅਸੀਂ ਉਹਨਾਂ ਨੂੰ ਪੁੱਛਣਾ ਕਿ ਤੁਸੀਂ ਕਿੱਥੋਂ ਤੱਕ ਗਏ ਹੋ? ਸ਼੍ਰੀਨਗਰ ਤੱਕ ਗਏ ਹੋ? ਨਹੀਂ। ਜਾਣਾ ਚਾਹੁੰਦੇ ਹੋ? ਨਹੀਂ। ਹਾਂ, ਤੁਸੀਂ ਡਾਕਟਰ, ਇੰਜੀਨੀਅਰ ਕੁਝ ਬਣਨਾ ਹੀ, ਮਤਲਬ ਪਾਪਾ ਇਹ ਕੰਮ ਕਰਦੇ ਆ, ਅਸੀਂ ਵੀ ਉਹੀ ਕਰਾਂਗੇ ਐਂਡ ਇਟਸ ਓਕੇ। ਮੈਂ ਕਿਹਾ ਪਰ ਦੁਨੀਆ ਤਾਂ ਬਹੁਤ ਵੱਡੀ ਹੈ, ਤੁਸੀਂ ਬਾਹਰ ਦੀ ਦੁਨੀਆ, ਕਿਤੇ ਜੰਨਤ ਤੋਂ ਯਹੀਂ ਪੇ ਹੈ, ਹਮ ਕਿਉਂ ਕਹੀਂ ਪੇ ਜਾਏ। ਸਹੀ ਬਾਤ। ਸੋ ਮੈਂ ਕਹਿੰਦੀ ਹਾਂ ਤੁਸੀਂ ਬਿਨਾਂ ਮੋਕਸ਼ ਪਾਏ ਵੀ ਮੋਕਸ਼ ਪਾ ਲਿਆ ਕਿ ਜੋ ਰੱਬ ਨੇ ਦਿੱਤਾ, ਜਿੱਥੇ ਤੁਹਾਨੂੰ ਰੱਖਿਆ ਤੁਸੀਂ ਉਹਦੇ 'ਚ ਖੁਸ਼ ਹੋ। ਕਿਉਂਕਿ ਉਹ ਕਹਿੰਦੇ ਨੇ ਕਿ ਮਨੁੱਸ਼ਯ ਇੱਕ ਐਸਾ ਜੀਵ ਹੈ ਜਿਹਨੇ ਇੰਨੀ ਤਬਾਹੀ ਮਚਾਈ ਹੈ ਨੇਚਰ ਦੀ। ਅਸੀਂ ਇੰਨਾ ਕੰਜ਼ਿਊਮ ਕਰ ਚੁੱਕੇ ਹਾਂ ਆਪਣੇ ਹੈਸੀਅਤ ਤੋਂ ਜ਼ਿਆਦਾ ਕਿ ਅਸੀਂ ਪੂਰੀ ਨੇਚਰ ਤਬਾਹ ਕਰਤੀ, ਤਾਂ ਹੀ ਗਲੋਬਲ ਵਾਰਮਿੰਗ ਔਰ ਇਹ ਸਭ ਆਇਆ। ਪਰ ਹੋਰ ਕੋਈ ਜੀਵ ਐਸਾ ਨਹੀਂ ਹੈ ਜਿਹਨੇ ਇੰਨਾ ਲਾਲਚ ਦਿਖਾਇਆ। ਅਸੀਂ ਤਾਂ ਅਤੀ ਮਚਾਤੀ। ਹਾਂ, ਜਦ ਕਿ ਨੇਚਰ ਸਿਰਫ ਚਾਹੁੰਦੀ ਸੀ ਕਿ ਅਸੀਂ ਐਗਜ਼ਿਸਟ ਕਰੀਏ। ਸਾਨੂੰ ਲੱਗਦਾ ਇਹ ਵੀ ਕਰ ਲਈਏ, ਉਹ ਵੀ ਕਰ ਲਈਏ, ਪਰ ਜੇ ਅਸੀਂ ਸਿਰਫ ਐਗਜ਼ਿਸਟ ਕਰਨ ਵਿੱਚ ਵੀ ਖੂਬਸੂਰਤੀ ਸਮਝਣੀ ਸ਼ੁਰੂ ਕਰਾਂਗੇ ਤਾਂ ਥੋੜ੍ਹੇ ਜਿਹੇ ਹੋਰ ਸੈਟਿਸਫਾਈਡ ਔਰ ਖੁਸ਼ ਵੀ ਰਹਿ ਸਕਾਂਗੇ। ਇਹ ਨਾ ਬੜੀ ਉਲਝੀ ਹੋਈ ਗੁੱਥੀ ਹੈ ਜਿਹਨੂੰ ਮਤਲਬ ਕਿ ਸੁਲਝਾਉਣਾ, ਮਤਲਬ ਕਿ ਮੈਨੂੰ ਲੱਗਦਾ ਕਿ ਸਦੀਆਂ ਲੱਗ ਜਾਣਗੀਆਂ। ਇਹ ਤਾਂ ਹੁਣ ਤਬਾਹੀ ਤੋਂ ਬਾਅਦ ਹੀ ਸੁਲਝੇਗੀ। ਫਿਰ ਹੋ ਹੀ ਜਾਏ ਤਬਾਹੀ, ਮੈਨੂੰ ਲੱਗਦਾ ਕਿ ਫਿਰ ਖਤਮ ਕੀਤਾ ਹੀ ਜਾਵੇ ਕਿੱਸਾ ਤੇ ਅੱਗੇ ਚਲਿਆ ਜਾਵੇ, ਹੈ ਨਾ। ਕਿਉਂਕਿ ਫਿਰ ਮੈਂ ਇਹੀ ਸੋਚਦਾ ਕਿ ਕਦੀ ਕਦੀ ਫਿਰ ਹੋ ਹੀ ਜਾਏ, ਖਤਮ ਕੀਤਾ ਜਾਏ ਤੇ ਚਲੀਏ ਜਿੱਥੇ ਜਾਣਾ, ਉੱਪਰ ਜਾਣਾ ਹੈ, ਥੱਲੇ ਜਾਣਾ, ਜਿੱਥੇ ਜਾਣਾ। ਤੇ ਹੁਣ ਕੀ ਵਿਚਾਰ ਨੇ ਅੱਗੇ ਜ਼ਿੰਦਗੀ 'ਚ? ਸੋ ਮੈਂ ਰੀਸੈਂਟਲੀ 2 ਸ਼ੋਜ਼ ਮੇਰੇ ਦ ਚਾਏ ਕੁਈਨਸ, ਜਿਹੜੀ ਇੱਕ ਕੁਈਅਰ ਸਟੋਰੀ ਹੈ, 2 ਔਰਤਾਂ ਦੇ ਪਿਆਰ ਦੀ ਸਟੋਰੀ ਹੈ ਔਰ ਮੈਂ ਯੰਗ ਜਨਰੇਸ਼ਨ ਨਹੀਂ ਕੀਤੀ, ਉਹਦੇ 'ਚ ਮੇਰੀ ਸਿਸਟਰ ਤਰਨਜੀਤ ਕੌਰ ਦਾ ਲੀਡ ਰੋਲ ਹੈ। ਅਤੇ 2 ਮੈਂ ਉਹਦੇ 'ਚ ਯੰਗਰ ਜਨਰੇਸ਼ਨ ਨਹੀਂ ਰੱਖੀ, ਦੀਜ਼ ਆਰ ਮਿਡਲ ਏਜਡ ਵਿਮਨ। ਉਹ 15 ਸਾਲ ਬਾਅਦ ਮਿਲਦੀਆਂ ਐਂਡ ਕੈਮਿਸਟਰੀ ਹਾਲੇ ਵੀ ਹੈ, ਸਪਾਰਕਸ ਹਾਲੇ ਵੀ ਹੈ। ਇੱਕ ਦਾ ਵਿਆਹ ਮਾਪਿਆਂ ਨੇ ਕਰਤਾ ਸੀ ਅਤੇ ਇੱਕ 15 ਸਾਲ ਵਾਸਤੇ ਛੱਡ ਕੇ ਚਲੀ ਗਈ ਸੀ। ਉਹ 15 ਸਾਲ ਬਾਅਦ ਆਈ ਹੈ ਕਿਉਂਕਿ ਕੋਈ ਸ਼ਾਦੀ ਹੈ ਘਰ ਵਿੱਚ। ਨੋਟ ਮੈਰਿਡ। ਸੋ ਐਂਡ ਸਪਾਰਕਸ ਫਲਾਈ ਐਂਡ ਦੈਨ ਵਾਟ ਹੈਪਨਸ, ਉਹਦੇ ਵਾਸਤੇ ਤੁਹਾਨੂੰ ਪਲੇ ਦੇਖਣਾ ਪਏਗਾ। ਅਸੀਂ ਚੰਡੀਗੜ੍ਹ ਜਲਦੀ ਲੈ ਕੇ ਆਵਾਂਗੇ ਦ ਚਾਏ ਕੁਈਨਸ। ਅਤੇ ਦੂਜਾ ਪਲੇ ਹੈਗਾ ਹੋਮ ਇਨ ਅ ਸੂਟਕੇਸ, ਜਿਹਦੇ ਨਾਲ ਸਾਰੇ ਲੋਕ ਰਿਲੇਟ ਕਰਨਗੇ। ਜੇ ਤੁਸੀਂ ਕਦੇ ਵੀ ਆਪਣਾ ਸ਼ਹਿਰ ਛੱਡਿਆ ਜਾਂ ਦੇਸ਼ ਛੱਡਿਆ, ਤੁਸੀਂ ਪੜ੍ਹਨ ਕਿਤੇ ਗਏ, ਫਿਰ ਤੁਸੀਂ ਘਰ ਵਾਪਸ ਆਏ, ਉਹ ਘਰ ਵੀ ਹੁਣ ਤੁਹਾਡਾ ਨਹੀਂ, ਕਿਉਂਕਿ ਤੁਸੀਂ ਜਿੱਥੇ ਪੜ੍ਹ ਰਹੇ ਸੀ 5-6 ਸਾਲ, ਉਹ ਤੁਹਾਡਾ ਘਰ ਬਣਿਆ। ਹੁਣ ਤੁਸੀਂ ਕਰੀਅਰ ਬਣਾਉਣ ਵਾਸਤੇ ਮੁੰਬਈ ਜਾਂ ਕਿਤੇ ਹੋਰ ਗਏ, ਉੱਥੇ ਤੁਸੀਂ ਆਪਣਾ ਘਰ ਬਣਾ ਰਹੇ ਹੋ।
ਸੋ ਮੇਰਾ ਘਰ ਕਿੱਥੇ ਹੈ, ਵੇਅਰ ਡੂ ਆਈ ਬਿਲੋਂਗ, ਮੇਰੀ ਆਇਡੈਂਟੀਟੀ ਕੀ ਹੈ। ਸੋ ਉਹ ਹੈਗਾ ਕਿ ਹੋਮ ਇਨ ਅ ਸੂਟਕੇਸ, ਕਿ ਕੁਝ ਯਾਦਾਂ, ਕੁਝ ਸੁਪਨੇ ਆਪਣੇ ਸੂਟਕੇਸ 'ਚ ਲੈ ਕੇ ਅਸੀਂ ਚੱਲ ਰਹੇ ਹਾਂ। ਉਹ ਸੂਟਕੇਸ ਹੀ ਹੁੰਦਾ ਹੈ ਹਰ ਕਿਸੇ ਕੋਲ। ਮੈਨੂੰ ਹਾਂ। ਲੱਗਦਾ ਹੈ ਕਿ ਜ਼ਿੰਦਗੀ ਤਾਂ ਘਰ ਤਾਂ ਜਿੱਥੇ ਤੁਸੀਂ ਛਾਂ ਰਾਤ ਨੂੰ ਰੁਕ ਗਏ ਉਹ ਘਰ ਹੀ ਹੈ, ਲੇਕਿਨ ਵੈਸੇ ਤਾਂ ਉਹਦਾ ਸੋਲੋ ਪਲੇ ਹੈ, ਰੂਹਾਨੀ ਸਿੰਘ ਮੇਰੀ ਰਾਈਟ ਬੇਟੀ, ਯੈਸ ਉਹਦੇ ਨਾਲ ਮੈਂ ਕੀਤਾ। ਸੋ ਇਹ ਦੋਨੋਂ ਪਲੇਸ, ਚਾਹੇ ਕੁਈਨਸ ਪ੍ਰਾਗ ਫ੍ਰਿੰਚ ਫੈਸਟੀਵਲ, ਕੋਲਚੈਸਟਰ ਫ੍ਰਿੰਚ ਫੈਸਟੀਵਲ, ਔਰ ਹੁਣ ਮਿਲਾਨ ਔਰ ਕਟਾਨੀਆ जाएगा, मुंबई और कोलकाता शोज हुए। ਤੇ ਹੋਮ ਇਨ ਅ सूटकेस मुंबई और कोलकाता ख़त्म करके फिर पटना नेशनल फेस्टिवल, पुणे श्री राम लागू फेस्टिवल, नेपाल इंटरनेशनल फेस्टिवल, हुने श्रीलंका इंटरनेशनल फेस्टिवल ਵਿੱਚ ਜਾਏਗਾ। ਸੋ ਇਹ ਸਭ ਯਾਤਰਾ ਚੱਲ ਰਹੀਆਂ ਨੇ। ਤੇ ਕਿੰਨਾ ਕੁ ਮਜ਼ਾ ਆਉਂਦਾ ਉੱਧਰ ਟਰੈਵਲ ਕਰਕੇ? ਹਾਂ ਟਰੈਵਲ ਕਰਕੇ ਕਿੰਨਾ ਮਜ਼ਾ ਆਉਂਦਾ ਬਹੁਤ, ਆਈ ਥਿੰਕ दैट इज माय लाइफ ਹੈ ਨਾ? ਕਿ ਬਈ ਜਾਂ ਸਟੇਜ ਤੇ ਰਹੀਏ ਜਾਂ ਯਾਤਰਾ ਜਾਂ ਕਰਦੇ ਫਿਰ ਰਹੀਏ, ਜਹਾਜ਼ 'ਚ ਰਹੀਏ। ਨਵੇਂ ਲੋਕਾਂ ਨੂੰ ਮਿਲਦੇ ਰਹੀਏ, ਸਹੀ ਤੁਹਾਡੇ ਗੱਲ ਹੈ। ਵਰਗੇ ਪਿਆਰੇ ਨਹੀਂ ਪਿਆਰੇ। ਔਰ ਮੈਨੂੰ ਲੱਗਦਾ ਹੈ ਕਿ ਮਜ਼ਾ ਤਾਂ ਹੀ ਆਉਂਦਾ ਜਦ ਤੁਸੀਂ ਹਮ, ਚੱਲ ਰਹੇ ਹੋ। ਜ਼ਿੰਦਗੀ ਰੁਕਣ ਦਾ ਨਾਮ ਨਹੀਂ ਹੈ, ਉਹ ਚੱਲਦੇ ਬਿਲਕੁਲ ਰਹਿਣੀ ਚਾਹੀਦੀ ਹੈ। ਬਿਲਕੁਲ। ਨਵੇਂ ਲੋਕ ਆਉਣ, ਮਿਲਣ, ਹਮ, ਅੱਗੇ ਨਿਕਲ ਜਾਣ। ਹਮ, ਪਰ ਕੁਝ ਲੋਕ ਹੁੰਦੇ ਜਿਹੜੇ ਚੰਗੇ ਲੱਗਦੇ ਆ ਨਾਲ ਖੜੇ, ਹੈ ਨਾ, ਸਾਲਾਂ ਦੇ, ਜਿੱਦਾਂ ਨੀਲਮ ਮੈਮ, ਹਮ, ਹੈ ਨਾ। ਨਹੀਂ ਤਾਂ ਬਹੁਤ ਲੋਕ ਆਏ ਜ਼ਿੰਦਗੀ 'ਚ, ਬਹੁਤ ਲੋਕ ਚਲੇ ਵੀ ਜਾਣੇ ਆ, ਹੈ ਨਾ। ਲੇਕਿਨ ਕੁਝ ਲੋਕ ਹੁੰਦੇ ਜਿਹੜਾ ਬੰਦਾ ਚਾਹੁੰਦਾ ਕਿ ਯਾਰ ਇਹ ਮੇਰੇ ਨਾਲ ਰਹਿਣ ਬਸ। ਉਹਦੇ ਵਾਸਤੇ ਫਿਰ ਮਿਹਨਤ ਕਰਨੀ ਪੈਂਦੀ ਹੈ Yes, ਕਿ ਤੁਸੀਂ ਬਾਰ-ਬਾਰ ਆਓ, ਹਾਂ, ਵਾਪਿਸ ਮੁੜ ਕੇ ਆਓ, ਔਰ ਇਹ ਤਾਂ ਹੈ। ਉਹਨਾਂ ਨਾਲ ਰਿਸ਼ਤਾ ਨਾ ਜੋੜੋ ਜਿਹੜੇ ਤੁਹਾਡੀ, ਨਾ ਤੋੜੋ ਜਿਨ੍ਹਾਂ ਨਾਲ ਤੁਹਾਡੀ ਜ਼ਿੰਦਗੀ ਅੱਗੇ ਵੱਧਦੀ ਹੈ, ਯੂ نو, ਇਹ ਤਾਂ ਔਰ ਹੈ। ਜਿਨ੍ਹਾਂ ਨੂੰ ਤੋਂ ਤੁਸੀਂ ਸਿੱਖਿਆ, ਹੁਣੇ ਤੱਕ ਸਿੱਖ ਰਹੇ ਹੋ। ਹਾਂ, ਸੋ ਉਹ ਰਿਸ਼ਤਾ ਜੁੜੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤੁਹਾਡੀ ਲਾਈਫ ਨੂੰ ਇੱਕ ਖੂਬਸੂਰਤ ਸਫ਼ਰ ਤੇ ਲਿਜਾਣ ਵਾਸਤੇ। ਜਿਹੜੀ ਤੁਸੀਂ ਉਹ ਗੱਲ ਕੀਤੀ ਨਾ 2 ਫੀਮੇਲਸ ਦੀ, ਹੂੰ ਮੈਨੂੰ ਕਹਾਣੀ ਯਾਦ ਆ ਗਈ, ਮੈਰਿਡ ਵੂਮਨ। ਹੂੰ Z5 ਦੀ ਸੀਰੀਜ਼ ਆਈ ਸੀ ਇੱਕ, ਜਿਹਦੇ ਵਿੱਚ ਨਸਰੁਦੀਨ ਸ਼ਾਹ ਦਾ ਬੇਟਾ ਸੀਗਾ। ਹੂੰ ਉਹਨੇ ਉਹਦੇ ਵਿੱਚ ਕੈਮੀਓ ਕੀਤਾ ਸੀ ਛੋਟਾ ਜਿਹਾ ਇੱਕ, ਹੂੰ, ਤੇ ਉਹ ਬਹੁਤ ਅੱਛੀ ਕਹਾਣੀ ਹੈ ਉਹ ਵੀ ਉਹਦੇ ਉੱਪਰ। ਮੈਂ ਜ਼ਰੂਰ ਦੇਖਾਂਗੀ। ਮੈਰਿਡ ਵੂਮਨ ਹੈ ਉਹਦੇ ਵਿੱਚ, ਸੌਰੀ ਮੈਂ ਸਪੋਇਲਰਸ ਦੇ ਰਿਹਾ। ਨਹੀਂ ਨਹੀਂ। ਉਹਦੇ ਵਿੱਚ ਪਹਿਲੇ ਜਿਹੜੀ ਮੈਰਿਡ ਵੂਮਨ ਹੈ ਉਹਨੂੰ ਨਸਰੁਦੀਨ ਸ਼ਾਹ ਦੇ ਮੁੰਡੇ ਨਾਲ ਪਿਆਰ ਹੋਣ ਲੱਗਦਾ, ਹੂੰ ਲੇਕਿਨ ਉਹਦੀ ਡੈਥ ਹੋ ਜਾਂਦੀ ਹੈ ਕਿਉਂਕਿ ਉਹ ਦੰਗੇ ਹੁੰਦੇ ਆ ਦਿੱਲੀ 'ਚ, ਉਸ ਵੇਲੇ ਦਾ ਟਾਈਮ ਦਿਖਾਇਆ। ਫਿਰ ਉਹ ਵੀ ਮੈਰਿਡ ਹੁੰਦਾ है, फिर वो कहता है कि तुम्हें पता लगेगा कि वो मुझसे इतना प्यार क्यों करती है। वो उससे मिलती है जब उसके घर जाती है कि उसको थोड़ा बताने की, यू नो, कि पति की डेथ होगी, तो वो रखा होता है ना कि जैसे बरसी रखी होती है हमारे यहाँ पे, तो वैसे ही जब वो उसको देखती है उसको उससे प्यार हो जाता है। तब उसको बात याद आती है कि तब तेरे को समझ आएगी कि मैं उसकी बातें क्यों करता रहता हूँ। लेकिन ना मैं उस सीरीज ਨੂੰ ਸ਼ੁਰੂ ਕੀਤਾ, ਮੈਂ ਰੋਕ ਨਹੀਂ ਪਾਇਆ ਆਪਣੇ ਆਪ ਨੂੰ ਜਦ ਤੱਕ ਮੈਂ ਖਤਮ ਨਹੀਂ Interesting. ਕੀਤੀ। ਮੈਂ ਪੱਕਾ ਚੈੱਕ ਕਰਾਂਗੀ। ਹਾਂ, ਦ ਮੈਰਿਡ ਵੂਮਨ, ਉਹਦੇ ਗਾਣੇ ਬਹੁਤ ਅੱਛੇ ਨੇ। ਇਹ ਚੀਜ਼ ਸੋ ਉਧਰ ਤੁਸੀਂ ਪੁੱਛਿਆ ਹੁਣ ਕੀ, ਤੇ ਦ ਕ੍ਰੀਏਟਿਵ ਆਰਟਸ ਦੇ 25 ਇਅਰਸ ਕੰਪਲੀਟ ਹੋ ਰਹੇ ਹੈ। ਅਸੀਂ ਹੁਣੇ ਡਰਾਮੇਬਾਜ਼ੀ ਇੰਟਰਨੈਸ਼ਨਲ ਆਰਟਸ ਫੈਸਟੀਵਲ ਫॉर द ਯੰਗ, ਰਾਈਟ ਫॉर ਏਜ 5 ਟੂ 21 ਤੱਕ ਰਾਈਟ ਉਹ ਫੈਸਟੀਵਲ ਅਸੀਂ ਕਰਦੇ ਹਾਂ। ਉੱਥੇ ਸਾਰੇ ਪਰਫਾਰਮੈਂਸਿਸ, ਥੀਏਟਰ, ਮਿਊਜ਼ਿਕ, ਡਾਂਸ ਸਭ ਕੁਝ ਹੈ। ਐਂਡ ਉਹ ਖਤਮ ਕੀਤਾ, ਔਰ 25 ਇਅਰਸ ਦੀ ਸਾਡੀ ਸੈਲੀਬ੍ਰੇਸ਼ਨ ਅਸੀਂ ਪੂਰਾ ਸਾਲ ਕਰਾਂਗੇ। ਕੁਝ Right. ਡਾਕੂਮੈਂਟੇਸ਼ਨ, ਕੁਝ ਕਨੈਕਟਿੰਗ ਵਿਦ ਆਰ ਐਲੂਮਨਾਈ, ਫਿਰ ਫਿਊਚਰ ਆਰਟਿਸਟ ਦਾ ਕੀ ਕਰਨਾ ਹੈ। ਸੋ ਬਸ ਇਹ ਸਭ ਪਲਾਨ ਹੈਗੇ ਆ ਆਉਣੇ ਵਾਲੇ ਦਿਨਾਂ 'ਚ। ਔਰ ਉਸ ਤੋਂ ਇਲਾਵਾ ਐਂਡ ਉਮੀਦ ਇਹ ਹੈ ਕਿ ਦ ਚਾਏ ਕੁਈਨਸ ਔਰ ਹੋਮ ਇਨ ਅ ਸੂਟਕੇਸ ਅਸੀਂ ਚੰਡੀਗੜ੍ਹ ਜਲਦੀ ਲੈ ਕੇ ਚੰਡੀਗੜ੍ਹ, ਆਈਏ। ਬਿਕੋਜ਼ ਬਹੁਤ ਜ਼ਰੂਰੀ ਹੈ ਮਤਲਬ ਕਿ ਨਾ, ਔਰ ਯੂ نو ਹੋਰ ਜਗ੍ਹਾ ਵੀ ਤੁਸੀਂ ਕਰੋ ਜਿੱਥੇ ਜਿੱਥੇ ਕਰ ਸਕਦੇ ਹੋ, ਬਿਕੋਜ਼ ਔਰ ਮੇਰਾ ਪਲਾਨ ਹੈ ਕਿ ਆਪਣਾ ਸੋਲੋ ਜਾਂ ਵੰਸ਼ ਦੇ ਨਾਲ ਓਕੇ ਅਗਲਾ ਪਲੇ ਕਰਨ ਦਾ, ਰਾਈਟ ਤੇ ਹੋਪਫੁਲੀ ਨੀਲਮ ਮੈਮ ਉਹਨੂੰ ਡਾਇਰੈਕਟ ਕਰਨਗੇ। ਰਾਈਟ। ਤੇ ਤੁਸੀਂ ਲਿਖਦੇ ਵੀ ਹੋ? ਮੈਂ ਕਹਿੰਦੀ ਹਾਂ ਕਿ ਮੈਂ ਨਾ ਫਲੋਰ ਤੇ ਲਿਖਦੀ ਹਾਂ, ਓਕੇ ਕਿ ਜਦੋਂ ਰਿਹਰਸਲ ਫਲੋਰ ਤੇ ਸ਼ੁਰੂ ਹੋ ਜਾਂਦੀ ਹੈ, ਮੇਰੇ ਐਕਟਰਸ ਆ ਜਾਂਦੇ ਹੈ ਔਰ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਐਕਸਰਪਟਸ ਵੀ ਲੈਂਦੇ ਹਾਂ ਜਾਂ ਆਪਣੀ ਕਹਾਣੀ, ਤੇ ਮੈਂ ਕਦੀ ਵੀ ਡੈਸਕ ਤੇ ਬੈਠ ਕੇ ਨਹੀਂ ਲਿਖਿਆ। ਮੈਂ ਫਲੋਰ ਤੇ ਕਹਾਣੀ ਔਰ ਡਾਇਲੌਗ ਬਣਾਉਣੇ ਸ਼ੁਰੂ ਕਰਦੇ ਹਾਂ, ਫਿਰ ਅਸੀਂ ਉਸ ਨੂੰ ਨਹੀਂ, ਲੇਕਿਨ ਡਾਕੂਮੈਂਟ ਕਰਦੇ ਹਾਂ। ਦਿਮਾਗ 'ਚ ਆਉਂਦਾ ਤਾਂ ਹੋਏਗਾ। ਹਾਂ, ਤੇ ਮੈਂ ਉਹ ਮਤਲਬ ਡਿਫਰੈਂਟ ਤਰ੍ਹਾਂ ਦਾ ਲਿਖਾਰੀ ਹਾਂ, ਕਿ ਜਿਹੜਾ ਲਿਖਾਰੀ ਫਲੋਰ ਤੇ ਲਿਖਦਾ ਹੈ ਪਰ ਉਹ ਕਾਗਜ਼ ਪੈਨਸਿਲ 'ਚ ਕਹਾਣੀ ਨਹੀਂ ਸ਼ੁਰੂ ਕਰਦਾ, ਉੱਥੇ ਲਿਖ ਕੇ ਫਿਰ ਕਾਗਜ਼ ਫਿਰ ਪੈਨਸਿਲ ਕਾਗਜ਼ ਪੈਨ ਤੇ ਆਉਂਦਾ, ਲੈ ਕੇ ਅਸੀਂ ਟ੍ਰਾਂਸਲੇਟ ਕਿਉਂਕਿ ਕਰੈਕਟਰ ਸੋਚਣਾ ਹੀ ਸਭ ਤੋਂ ਮੁਸ਼ਕਿਲ ਕੰਮ ਹੈ। ਕਹਾਣੀ ਤਾਂ ਫਿਰ ਬਣ ਜਾਏਗੀ,
ਲੇਕਿਨ ਉਹ ਪਹਿਲਾ ਥਾਟ ਉਸ ਕਰੈਕਟਰ ਦਾ ਆਣਾ ਹੂੰ ਬੜਾ ਮੁਸ਼ਕਿਲ ਕੰਮ ਹੈ, ਮਤਲਬ ਕਿ ਉਹ ਕਰੈਕਟਰ ਲੈ ਕੇ ਆਣਾ ਅੱਛਾ, ਔਰ ਉਹ ਆਮਦੀ ਹੁੰਦੀ ਹੈ ਕਦੀ ਕਦੀ। ਆਈ ਹੋਪ ਜਲਦੀ ਮੈਂ ਤੁਹਾਨੂੰ ਆਪਣੇ ਨਏ ਨਾਟਕ ਜਿਹੜਾ ਆਈਡੀਆ ਮੇਰੇ ਮਨ 'ਚ ਹੈ ਤੁਹਾਨੂੰ ਉਹਦੇ ਬਾਰੇ ਦੱਸਾਂਗੀ। ਨਹੀਂ ਨਹੀਂ, ਥੈਂਕ ਯੂ ਮੈਮ, ਔਰ ਮੈਂ ਪੂਰੀ ਉਹ ਵੇਟ ਕਰਾਂਗਾ, ਤੁਸੀਂ ਮੈਨੂੰ ਦੱਸੋ, ਬਿਕੋਜ਼ ਮੈਨੂੰ ਕਹਾਣੀਆਂ ਸੁਣਨ ਦਾ ਔਰ ਕਹਾਣੀਆਂ ਲਿਖਣ ਦਾ ਇੰਨਾ ਸ਼ੌਂਕ ਹੈ ਨਾ, ਹੂੰ ਮੈਂ ਆਪਣੀ ਤਾਰੀਫ ਵਿੱਚ ਕਰ ਲੈਂਦਾ ਕਦੀ ਕਦੀ ਤੇ ਇਸ ਕਰਕੇ ਬਿਕੋਜ਼ ਮੈਂ ਜੀਣਾ ਚਾਹੁੰਦਾ, ਮਤਲਬ ਕਿ ਲਿਖਣਾ ਨਾ ਇਹ ਨਹੀਂ ਹੈ ਕਿ ਮੈਂ ਕੋਈ ਹੋਰ ਕੰਮ ਕਰ ਰਿਹਾ ਤੇ ਮੈਂ ਉਹ ਲਿਖ ਕੇ ਨਾ ਹੂੰ ਆਪਣੀ ਭੜਾਸ ਕੱਢ ਲੈਣਾ, ਜੋ ਮੇਰੇ ਮਨ 'ਚ ਹੁੰਦਾ ਉਹ ਮੈਂ ਸਭ ਤਾਰ ਦਿੰਦਾ, ਤੇ ਮੈਨੂੰ ਲੱਗਦਾ ਕਿ ਹਰ ਬਹੁਤ ਅੱਛੀ ਇਨਸਾਨ ਨੂੰ ਗੱਲ ਹੈ। ਲਿਖਣਾ ਚਾਹੀਦਾ ਹੈ ਹੂੰ ਇਹ ਚੀਜ਼। ਮੈਂ ਇੱਕ ਹੋਰ ਛੋਟੀ ਜਿਹੀ ਗੱਲ ਕਹਾਂਗੀ ਖਤਮ ਕਰਨ ਤੋਂ ਹੂੰ। ਪਹਿਲਾਂ ਕਿ ਥੀਏਟਰ ਦੇ ਬੱਚੇ ਜਿਹੜੇ ਹੈ, ਇੱਕ ਤਾਂ ਉਹ ਇਹ ਸਮਝਣ ਕਿ ਇਹਦੇ 'ਚ ਪੈਸੇ ਕਮਾਣੇ ਪੋਸੀਬਲ ਹੈ, ਹੂੰ ਔਰ ਉਸ ਤੋਂ ਪਹਿਲਾਂ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਆਪਣੇ ਆਪ ਨੂੰ ਟ੍ਰੇਨ ਕਰੋ। ਹੂੰ ਯੈਸ। ਔਰ ਥੀਏਟਰ ਵਿੱਚ ਸਿਰਫ ਪ੍ਰੋਸੀਨੀਅਮ ਥੀਏਟਰ ਨਹੀਂ ਹੈ, ਜਿਵੇਂ ਮੇਰਾ ਜਿਹੜਾ ਸਟੂਡੀਓ ਹੈ ਉਹ ਬਲੈਕ ਬਾਕਸ ਥੀਏਟਰ ਹੈ, ਉਹਦੇ ਉੱਥੇ ਸਟੂਡੀਓ ਥੀਏਟਰ ਜਾਂ ਇੰਟੀਮੇਟ ਥੀਏਟਰ ਹੁੰਦਾ ਹੈ, ਤੇ ਸਾਈਟ ਸਪੈਸੀਫਿਕ ਥੀਏਟਰ ਇੱਕ ਅਲੱਗ ਚੀਜ਼ ਹੈ, ਥੀਏਟਰ ਸਾਇੰਸ ਇੱਕ ਅਲੱਗ ਚੀਜ਼ ਹੈ, Yes. ਐਮਫੀ ਥੀਏਟਰ। ਸੋ ਅਲੱਗ-ਅਲੱਗ ਤਰ੍ਹਾਂ ਦੇ ਥੀਏਟਰ ਪੋਸੀਬਲ ਹੈ। ਸਟਰੀਟ ਥੀਏਟਰ ਤਾਂ ਸਾਰੇ ਹੀ ਜਾਣਦੇ ਆ। ਉਹ ਪੋਸੀਬਿਲਿਟੀਜ਼ ਤੁਹਾਨੂੰ ਤਾਂ ਹੀ ਪਤਾ ਲੱਗ ਸਕਦੀਆਂ ਜੇ ਤੁਸੀਂ ਅੱਛੇ ਡਾਇਰੈਕਟਰ ਜਿਨ੍ਹਾਂ ਨੇ ਆਪ ਟ੍ਰੇਨਿੰਗ ਲਈ ਹੋਈ ਹੈ, ਇਹ ਨਹੀਂ ਕਿ ਵੀ ਉਹ ਡਾਇਰੈਕਟਰ ਹੈ ਤੇ ਉਹਨਾਂ ਨੂੰ ਸਾਰਾ ਕੁਝ ਪਤਾ ਹੋਏਗਾ, ਉਹਨਾਂ ਦੀ ਬੈਕਗਰਾਉਂਡ ਪਹਿਲਾਂ ਚੈੱਕ ਕਰੋ। ਅੱਛੇ ਡਾਇਰੈਕਟਰ ਅੱਛੇ ਸਕੂਲਾਂ ਵਿੱਚ ਜਾ ਕੇ ਟ੍ਰੇਨਿੰਗ ਪੂਰੀ ਲਓ, ਜਿਵੇਂ ਕਿਸੇ ਮੈਡੀਕਲ ਇੰਜੀਨੀਅਰ ਆਈਟੀ ਵਾਲੇ ਨੂੰ ਟ੍ਰੇਨਿੰਗ ਲੈਣੀ ਪੈਂਦੀ ਹੈ। ਉਹ ਟ੍ਰੇਨਿੰਗ ਲੈ ਕੇ ਜੇ ਤੁਸੀਂ ਆਪਣਾ ਕੈਰੀਅਰ ਸ਼ੁਰੂ ਕਰੋਗੇ ਔਰ ਉਹਦੇ ਵਿੱਚ ਵੀ ਸਿੱਖਦੇ ਰਹੋਗੇ ਹਰ ਵੇਲੇ, ਬਿਕੋਜ਼ ਕਲਾ ਇੱਕ ਐਸੀ ਚੀਜ਼ ਹੈ, ਤੇ ਤਾਂ ਆਈ ਥਿੰਕ you should be able to you will be able to establish a good life for yourself. ਰਾਈਟ। ਔਰ ਸਾਰੇ ਫੋਲੋ ਕਰਿਓ ਪਲੀਜ਼ ਇਸ ਗੱਲ ਨੂੰ, ਤੇ ਥੈਂਕ ਯੂ ਸੋ ਮਚ ਮੈਮ। ਔਰ ਲਾਸਟ ਨਾ ਮੈਂ ਆਪਣੀ ਤਾਰੀਫ ਕਰਵਾਉਣਾ, ਜੇ ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ, ਥੋੜੀ ਜੀ ਕੁਝ ਬੋਲਣਾ ਚਾਹੋਗੇ ਮੇਰੇ ਬਾਰੇ? ਮੈਂ ਇਹ ਕਹਿਣਾ ਚਾਹਾਂਗੀ ਨਿਖਿਲ ਕਿ ਮੈਂ ਤੁਹਾਨੂੰ ਕਿੰਨਾ ਕੁਝ ਭੇਜਿਆ ਹੈ ਨਾ, ਆਪਣੀ ਬੈਕਗਰਾਉਂਡ ਪਹਿਲਾਂ ਇੰਗਲਿਸ਼ ਪੰਜਾਬੀ ਚ, ਐਂਡ ਦੈਨ ਫਿਰ ਮੈਂ ਸਵਾਲਾਤ ਵੀ ਭੇਜੇ, ਕਿਉਂਕਿ ਮੈਨੂੰ ਲੱਗਾ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਆ ਤੇ ਕਿਸ ਤਰ੍ਹਾਂ ਇਹ ਕਨਵਰਸੇਸ਼ਨ ਸ਼ੁਰੂ ਹੋਏਗੀ ਜਾਂ ਕੀ ਹੋਏਗਾ। ਬਟ ਆਈ ਮਸਟ ਸੇ, ਤੁਸੀਂ ਕਿਹਾ ਕਿ ਮੈਂ ਜਿਸ ਤਰ੍ਹਾਂ ਕਰਦਾ ਮੈਂ ਕਰਾਂ, ਮੈਂ ਕਿਹਾ ਬਿਲਕੁਲ ਕਰੋ, ਆਪਣੇ ਅੰਦਾਜ਼ ਵਿੱਚ ਕਰੋ, ਬਿਕੋਜ਼ ਇਹ ਟਰਸਟ ਹੋਣਾ ਵੀ ਜ਼ਰੂਰੀ ਹੈ ਕਿ ਦੂਜਾ ਬੰਦਾ ਜਿਹੜਾ ਕੰਮ ਕਰ ਰਿਹਾ ਉਹਨੂੰ ਵੀ ਤਾਂ ਆਪਣਾ ਕੰਮ ਕਰਨਾ ਆਉਂਦਾ ਹੈ। ਐਂਡ ਆਈ ਮਸਟ ਸੇ ਉਹ ਜਿਹੜਾ ਵਿਸ਼ਵਾਸ ਦੇ ਨਾਲ ਮੈਂ ਕਿਹਾ, ਉਸ ਤੋਂ ਵੀ ਬਹੁਤ ਅੱਗੇ ਵਾਰਤਾਲਾਪ ਨਿਕਲੀ, ਕਿਉਂਕਿ ਆਈ ਥਿੰਕ ਬਹੁਤ ਹੀ ਸਹਿਜ ਸੀਗੀ, ਆਰਗੈਨਿਕ ਸੀਗੀ, ਔਰ ਇੱਕ ਗੱਲ ਤੋਂ ਦੂਜੀ ਗੱਲ ਨਿਕਲਦੀ ਗਈ। ਐਂਡ ਆਈ ਰੀਅਲੀ ਲਾਈਕ ਦ ਈਜ਼ ਵਿਦ ਵਿਚ ਵੀ ਹੈਡ ਦ ਕਨਵਰਸੇਸ਼ਨ, ਕਿ ਬੜੇ ਹੀ ਸਹਿਜ ਤਰੀਕੇ ਨਾਲ, ਕੋਈ ਟੈਨਸ਼ਨ ਨਹੀਂ ਸੀ, ਕੋਈ ਇੰਟਰਵਿਊ ਵਾਲਾ ਮਾਹੌਲ ਨਹੀਂ ਸੀ। ਤੋ ਆਈ ਥਿੰਕ ਉਹਦੇ 'ਚ ਕਾਫੀ ਸਾਰੇ ਤੁਸੀਂ ਲਾਈਫ ਦੇ ਵੀ ਨਿਚੋੜ ਬਾਹਰ ਨਿਕਾਲੇ, ਔਰ ਉਹ ਦਰਸ਼ਕਾਂ ਲਈ ਸ਼ਾਇਦ ਕਾਫੀ ਮਹੱਤਵਪੂਰਨ ਕਿਉਂਕਿ ਨਾ ਹੋਣਗੇ। ਮੈਨੂੰ ਇਹੀ ਰਹਿੰਦਾ ਕਿ ਜਦ ਗੈਸਟ ਆਵੇ ਨਾ ਮੇਰੇ ਕੋਲ, ਮੈਂ ਇਹੋ ਜਿਹੀ ਉਹਦੇ ਨਾਲ ਗੱਲ ਕਰਾਂ ਕਿ ਘੱਟੋ ਘੱਟ ਅਗਲੇ 3-4 ਇੰਟਰਵਿਊ ਤਾਂ ਮੈਨੂੰ ਯਾਦ ਕਰੇ ਕਿ ਯਾਰ ਇੱਕ ਬੰਦੇ ਨੂੰ ਦੇ ਕੇ ਆਈ ਸੀ ਇੰਟਰਵਿਊ, ਇਹ ਦੋ ਨੇ ਤਾਂ ਮਜ਼ਾ ਨਹੀਂ ਆਇਆ। ਨਹੀਂ ਇਹ ਇੰਟਰਵਿਊ ਤਾਂ ਮੈਂ ਪੱਕੀ ਯਾਦ ਕਰਾਂਗੀ, ਔਰ ਮੈਂ ਤਾਂ ਹੀ ਪਹਿਲਾਂ ਹੀ ਕਹਿਤਾ ਕਿ ਬਈ ਨਵਾਂ ਨਾਟਕ ਜਿਹੜਾ ਮੈਂ ਸੋਚ ਰਹੀ ਹਾਂ, ਮੈਂ ਵਾਪਸ ਆ ਰਹੀ ਹਾਂ ਤੁਹਾਡੇ ਨਾਲ ਸ਼ੇਅਰ ਤੁਸੀਂ ਕਰਨ। ਜਿੰਨੀ ਵਾਰ ਚੰਡੀਗੜ੍ਹ ਆਓ, ਕੋਈ ਵੀ ਚੀਜ਼ ਲੈ ਕੇ ਆਓ, ਸਭ ਤੋਂ ਪਹਿਲਾਂ ਸਾਨੂੰ ਫੋਨ ਕਰੋ, ਅਸੀਂ ਉਹਨੂੰ ਜ਼ਰੂਰ ਪ੍ਰਮੋਟ ਕਰਾਂਗੇ। ਅਸੀਂ ਜਿੱਥੇ ਤੁਸੀਂ ਬੋਲੋਗੇ ਮੈਂ ਉੱਥੇ ਆ ਕੇ ਇੰਟਰਵਿਊ ਕਰ ਲੂੰਗਾ, ਬਸ ਤੁਸੀਂ ਸਾਨੂੰ ਦੱਸ ਦਿਓ, ਬਿਕੋਜ਼ ਚੰਗੇ ਲੋਕਾਂ ਦੀ ਗੱਲ ਅੱਗੇ ਜਾਣੀ ਚਾਹੀਦੀ ਹੈ, ਬਿਕੋਜ਼ ਤਾਂ ਹੀ ਅਸੀਂ ਉਹ ਚੀਜ਼ਾਂ ਫੈਲਾ ਸਕਾਂਗੇ ਜੋ ਅਸੀਂ ਚਾਹੁੰਦੇ ਹਾਂ, ਹੈ ਨਾ। ਤੇ ਥੈਂਕ ਯੂ ਸੋ ਮਚ ਮੈਮ। ਥੈਂਕ ਯੂ ਨਿਖਿਲ। ਆਈ ਹੋਪ ਸਾਡੀ ਵਾਰਤਾਲਾਪ ਦਰਸ਼ਕਾਂ ਲਈ ਵੀ ਮਹੱਤਵਪੂਰਨ ਹੋਏ, ਔਰ ਥੈਂਕ ਯੂ।